ठीक है जी। ਦਿਓਲ ਸਾਹਿਬ ਕਿਉਂ ਨਾ ਆਪਾਂ ਜਿਹੜਾ ਮੇਨ ਐਕਟ ਹੈਗਾ ਆਪਾਂ ਉਹਦੇ ਉੱਤੇ ਕੁਝ ਗੱਲਬਾਤ ਕਰੀਏ ਕਿ ਉਹਦੇ ਕੀ ਐਡਵਾਂਟੇजेस ਹੈ ਤੇ ਇਜ਼ देयर ਐਨੀ ਡਿਸਐਡਵਾਂਟੇजेस ਐਸ ਵੈਲ। ਸਰ ਇਹਦੇ ਚ ਕਿਸਾਨ ਦਾ ਕੀ ਫਾਇਦਾ ਹੋਏਗਾ ਜਿਹੜਾ ਇਸ ਬਿੱਲ ਚ ਅਮੈਂਡਮੈਂਟ ਕੀਤੀ ਗਈ ਹੈ? ਕਿਸਾਨ ਦਾ ਮੈਡਮ ਫਾਇਦਾ ਇਹ ਆ ਵੀ ਉਹਦੀ ਕਣਕ ਜਾਂ ਉਹਦੀ ਜਿਹੜੀ ਪ੍ਰੋਡਿਊਸ ਆ ਉਹ ਫਟਾਫਟ ਵਿਕੇਗੀ, ਉਹਨੂੰ ਇੱਕ ਤੋਂ ਵੱਧ ਖਰੀਦਦਾਰ ਲੱਭਣਗੇ। ਸਰਕਾਰ ਜਿਹੜੀ ਆ ਫੈਡਰਲ ਸਰਕਾਰ ਆ ਉਹ ਨਾਕਾਮਯਾਬ ਰਹੀ ਆ ਇਸ ਚੀਜ਼ ਨੂੰ ਲੋਕਾਂ ਨੂੰ ਵੇਚਣ ਵਾਸਤੇ। ਜਿਹੜੇ ਉਹਨਾਂ ਨੂੰ ਐਜੀਟੇਟ ਕਰਨ ਨੂੰ ਬਾਹਰ ਲੈ ਕੇ ਆ ਰਹੇ ਆ ਉਹਨਾਂ ਨੂੰ ਪਤਾ ਆ ਉਹ ਸ਼ਰਾਰਤੀ ਹੈ। ਮੈਂ ਤਾਂ ਤੁਹਾਡੇ ਸਾਹਮਣੇ ਨਾਮ ਵੀ ਲੈ ਦਿੱਤੇ ਕਿ ਹਰਸਿਮਰਤ ਨੂੰ ਸਭ ਪਤਾ ਇਹਦੇ ਵਿੱਚ ਕੀ ਆ, ਬਾਦਲ ਨੂੰ ਸਭ ਪਤਾ, ਸੁਖਬੀਰ ਨੂੰ ਕੀ ਆ, ਅਮਰਿੰਦਰ ਨੂੰ ਪਤਾ, ਇਹਨਾਂ ਦੇ ਹੇਠਲੇ ਜਿਹੜੇ ਲੀਡਰ ਤੁਰੇ ਫਿਰਦੇ ਆ ਰਾਹੁਲ ਵਰਗੇ ਤੇ ਹੋਰ ਇਹਨਾਂ ਨੂੰ ਸਭ ਨੂੰ ਪਤਾ ਇਹਦੇ ਵਿੱਚ ਕੀ ਆ। ਜੇ ਕਾਰਪੋਰੇਸ਼ਨ ਦਾ ਤੇ ਕਿਸਾਨ ਦਾ ਕੋਈ ਝਗੜਾ ਹੋ ਜਾਂਦਾ ਤਾਂ ਉਹਦਾ ਨਿਪਟਾਰਾ ਕਿੱਥੇ ਹੋਏਗਾ, ਕਿਵੇਂ ਹੋਏਗਾ, ਕਿੰਨੀ ਛੇਤੀ ਹੋਏਗਾ? ਫੈਸਲਾ ਕਿਸਾਨ ਦੇ ਖਿਲਾਫ ਵੀ ਚੱਲ ਜਾਵੇ, ਫੈਸਲਾ ਕਿਸਾਨ ਦੀ ਜ਼ਮੀਨ ਦੇ ਖਿਲਾਫ ਨਹੀਂ ਜਾ ਸਕਦਾ, ਜ਼ਮੀਨ ਦੇ ਉੱਤੇ ਕਲੇਮ ਨਹੀਂ ਪੈ ਸਕਦਾ। ਤਾਂ ਇਹਦੇ ਵਿੱਚ ਕਿਸਾਨ ਵਿਰੋਧੀ ਕੁਛ ਨਹੀਂ ਹੈ। ਕੋਈ ਮਦ ਮੈਨੂੰ ਕੱਢ ਕੇ ਲੈ ਕੇ ਕਿਸੇ ਬਾਹਰ ਤੋਂ ਲਿਆ ਕੇ ਮੈਨੂੰ ਦਿਖਾ ਦਿਓ ਕਿ ਕਿਹੜੀ ਮਦ ਆ ਜਿਹਦੇ ਨਾਲ ਕਿਸਾਨ ਦਾ ਨੁਕਸਾਨ ਹੁੰਦਾ ਇਹਦੇ ਵਿੱਚ। ਇਸ ਕਾਨੂੰਨ ਵਿੱਚ ਕਿਸਾਨ ਦੇ ਖਿਲਾਫ ਕੁਛ ਨਹੀਂ ਹੈ ਤੇ ਮੋਦੀ ਸਰਕਾਰ ਨੇ ਇਹਨਾਂ ਕਾਨੂੰਨਾਂ ਵਿੱਚ ਕਿਤੇ ਵੀ MSP ਨੂੰ ਵਾਪਸ ਲੈਣ ਦਾ ਕੋਈ ਜ਼ਿਕਰ ਨਹੀਂ ਕੀਤਾ। ਦੇਖੋ ਜੀ, ਕੁਆਲਿਟੀ ਕੀ ਤੁਹਾਨੂੰ ਸ਼ੱਕ ਆ ਵੀ ਪੰਜਾਬ ਦਾ ਫਾਰਮਰ ਚੰਗੀ ਕੁਆਲਿਟੀ ਦੀ ਫਾਰਮਿੰਗ ਨਹੀਂ ਕਰ ਸਕਦਾ? ਇਹ ਤਾਂ ਮੈਨੂੰ ਬੜੀ ਹੈਰਾਨੀ ਦੀ ਗੱਲ ਹੈ ਜੇ ਤੁਸੀਂ ਇਹ ਸ਼ੱਕ ਕਰਦੇ ਹੋ। ਪ੍ਰਾਈਵੇਟ ਮੰਡੀ ਦੀ ਸ਼ੁਰੂਆਤ ਪੰਜਾਬ ਦੇ ਵਿੱਚ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਨੇ 2006 ਵਿੱਚ ਉਹ ਅਮੈਂਡਮੈਂਟ ਕਰਕੇ ਕੀਤੀ। ਲੇਟੈਸਟ ਨਿਊਜ਼ ਸਭ ਤੋਂ ਪਹਿਲਾਂ ਆਪਣੇ ਫੋਨ ਤੇ ਦੇਖਣ ਲਈ ਸਾਡਾ ਚੈਨਲ ਸਬਸਕ੍ਰਾਈਬ ਕਰੋ ਅਤੇ ਨੋਟੀਫਿਕੇਸ਼ਨ ਦੇ ਲਈ ਬੈਲ ਆਈਕਨ ਜ਼ਰੂਰ ਦਬਾਓ। ਨਮਸਕਾਰ, ਆਦਾਬ, ਸਤਿ ਸ਼੍ਰੀ ਅਕਾਲ। ਹਮਦਰਦ ਟੀਵੀ ਦੇ ਅੱਜ ਦੇ ਪ੍ਰੋਗਰਾਮ ਦੇ ਵਿੱਚ ਤੁਹਾਡਾ ਸਭ ਦਾ ਸਵਾਗਤ ਹੈ। ਮੈਂ ਹਾਂ ਤਰਨਜੀਤ ਕੌਰ ਘੁੰਮਣ। ਦੋਸਤੋ, ਅੱਜ ਕਈ ਮੁੱਦਿਆਂ ਉੱਤੇ ਅਸੀਂ ਗੱਲਬਾਤ ਕਰਨੀ ਆ। ਅਸੀਂ ਦੇਖ ਰਹੇ ਹਾਂ ਕਿ ਦੇਸ਼ ਹੀ ਨਹੀਂ ਵਿਦੇਸ਼ਾਂ ਦੇ ਵਿੱਚ ਵੀ ਇੱਕ ਅੰਦੋਲਨ ਛਿੜ ਚੁੱਕਿਆ ਹੈ। ਭਾਰਤ ਸਰਕਾਰ ਵੱਲੋਂ, ਭਾਰਤ ਦੀ ਕੇਂਦਰ ਸਰਕਾਰ ਵੱਲੋਂ ਜੋ ਕਿਸਾਨ ਆਰਡੀਨੈਂਸ ਲਿਆਂਦਾ ਗਿਆ ਉਸ ਉੱਤੇ ਅਸੀਂ ਦੇਖ ਸਕਦੇ ਹਾਂ ਕਿ ਵੱਖ-ਵੱਖ ਥਾਵਾਂ ਉੱਤੇ ਪ੍ਰੋਟੈਸਟ ਹੋਣੇ ਸ਼ੁਰੂ ਹੋ ਗਏ ਨੇ। ਕੋਈ ਇਸ ਦੇ ਫੇਵਰ ਦੇ ਵਿੱਚ ਬੋਲ ਰਿਹਾ ਤਾਂ ਕੋਈ ਇਸ ਦੇ ਅਗੇਂਸਟ ਬੋਲ ਰਿਹਾ। ਫੇਵਰ ਦੇ ਵਿੱਚ ਘੱਟ ਤੇ ਇਸ ਦੇ ਵਿਰੋਧ ਦੇ ਵਿੱਚ ਇਸ ਵਕਤ ਅਸੀਂ ਦੇਖ ਸਕਦੇ ਹਾਂ ਕਿ ਨਾਅਰੇਬਾਜ਼ੀ ਜ਼ਿਆਦਾ ਹੋ ਰਹੀ ਹੈ। ਸੋ ਅੱਜ ਅਸੀਂ ਇਸ ਬਾਰੇ ਉੱਤੇ ਗੱਲਬਾਤ ਕਰਾਂਗੇ। ਆਖਿਰ ਦੇ ਵਿੱਚ ਇਹ ਆਰਡੀਨੈਂਸ ਹੈ ਕੀ, ਇਸ ਦਾ ਕਿਸਾਨਾਂ ਨੂੰ ਕੀ ਲਾਭ ਜਾਂ ਕੀ ਨੁਕਸਾਨ ਹੋ ਸਕਦਾ, ਇਹਦੇ ਬਾਰੇ ਉੱਤੇ ਗੱਲਬਾਤ ਕਰਾਂਗੇ। ਮੇਰੇ ਨਾਲ ਸਭ ਤੋਂ ਪਹਿਲਾਂ ਜੁੜ ਚੁੱਕੇ ਨੇ ਮੇਰੇ ਸਹਿਯੋਗੀ ਮਰਗਿੰਦਾ ਜੀ। ਬਹੁਤ ਬਹੁਤ ਸਵਾਗਤ ਹੈ ਸਰ। ਤਰਨ, ਤੁਹਾਨੂੰ ਸਾਰੇ ਦਰਸ਼ਕਾਂ ਨੂੰ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਜੀ। ਇਹ ਜਿਹੜੀ ਆਪਾਂ ਅੱਜ ਗੱਲ ਕਰਨ ਜਾ ਰਹੇ ਹਾਂ ਬੜੀ ਅਹਿਮ ਗੱਲ ਹੈ ਇਹਦੇ ਉੱਤੇ, ਕਿਉਂਕਿ ਪਹਿਲਾਂ ਤਾਂ ਕਨਫਿਊਜ਼ਨ ਬਹੁਤ ਜ਼ਿਆਦਾ ਹੈ। ਹਰ ਕੋਈ ਤੁਸੀਂ ਜਿਸ ਨੂੰ ਵੀ ਸੁਣਦੇ ਹੋ ਉਹ ਉਸ ਦੇ ਹੱਕ 'ਚ ਬੋਲ ਰਿਹਾ ਹੈਗਾ, ਚਾਹੇ ਇਹਦੇ ਅਗੇਂਸਟ ਬੋਲ ਰਿਹਾ, ਅਗੇਂਸਟ ਵਾਲਾ ਵੀ ਉਸ ਅਗੇਂਸਟ ਪੂਰੇ ਦੇ ਪੂਰੇ ਸਾਰਾ ਕੁਝ ਦੱਸ ਰਿਹਾ ਵੀ ਕੀ ਕੁਛ ਹੈ। ਜਿਹੜੇ ਹੱਕ ਵਾਲੇ ਨੇ ਉਹ ਬਿਲਕੁਲ ਹੱਕ ਦੇ ਵਿੱਚ ਹੈ। ਔਰ ਇਸ ਵੇਲੇ ਇੰਨੀ ਕਨਫਿਊਜ਼ਨ ਹੋਈ ਹੈ, ਨਾ ਸਰਕਾਰ ਤੋਂ ਪੂਰੀ ਤਰ੍ਹਾਂ ਸਮਝਾ ਹੋਇਆ ਤੇ ਨਾ ਆਪੋਜੀਸ਼ਨ ਤੋਂ ਪੂਰੀ ਤਰ੍ਹਾਂ ਸਮਝਾ ਹੋਇਆ। ਸੋ ਆਪਾਂ ਇਸ ਗੱਲ ਨੂੰ ਚਾਹੁੰਦੇ ਹਾਂ ਕਿ ਜਿੰਨਾ ਛੇਤੀ ਇਹ ਜਿੰਨਾ ਵਧੀਆ ਤਰੀਕੇ ਨਾਲ ਕਲੀਅਰ ਹੋ ਸਕੇ। ਅੱਜ ਆਪਾਂ ਫਿਰ ਆਪਣੇ ਨਾਲ ਸਪੈਸ਼ਲਿਸਟ ਲੈ ਕੇ ਆਂਦੇ ਆਪਾਂ ਉਹਨਾਂ ਨਾਲ ਗੱਲਬਾਤ ਕਰਾਂਗੇ। ਬਿਲਕੁਲ ਜੀ, ਆਪਣੇ ਦਰਸ਼ਕਾਂ ਨੂੰ ਦੱਸੀ ਇਸ ਵਕਤ ਸਾਡੇ ਨਾਲ ਜੁੜੇ ਹੋਏ ਨੇ ਜੀ ਖਬਰਨਾਮਾ ਪੰਜਾਬੀ ਵੀਕਲੀ ਦੇ ਐਡੀਟਰ ਸਰਦਾਰ ਬਲਰਾਜ ਦਿਓਲ, ਜੋ ਕਿ ਪੰਜਾਬੀ ਮੀਡੀਆ ਦੇ ਸੀਨੀਅਰ ਪੱਤਰਕਾਰ ਨੇ। ਇੱਥੇ ਭਾਈਚਾਰੇ ਵਿੱਚ ਜਾਣਿਆ ਪਛਾਣਿਆ ਨਾਮ ਹੈ। ਸਭ ਤੋਂ ਪਹਿਲਾਂ ਉਹਨਾਂ ਦਾ ਸਵਾਗਤ ਕਰਦੇ ਹਾਂ। ਬਹੁਤ ਬਹੁਤ ਸਵਾਗਤ ਹੈ ਬਲਰਾਜ ਦਿਓਲ ਜੀ ਹਮਦਰਦ ਮੀਡੀਆ ਗਰੁੱਪ ਦੇ ਵਿੱਚ। ਬਹੁਤ ਮਿਹਰਬਾਨੀ ਜੀ, ਧੰਨਵਾਦ ਤੁਹਾਡਾ ਦੋਵਾਂ ਦਾ। ਬਲਰਾਜ ਜੀ, ਗੱਲਬਾਤ ਅਸੀਂ ਕਰ ਰਹੇ ਹਾਂ ਇਸ ਵਕਤ ਕਿਸਾਨ ਆਰਡੀਨੈਂਸ ਜੋ ਕੇਂਦਰ ਸਰਕਾਰ ਲੈ ਕੇ ਆਈ ਹੈ। ਪਹਿਲਾਂ ਤਾਂ ਅਸੀਂ ਇਹਦੇ ਬਾਰੇ ਵਿੱਚ ਜਾਣਨਾ ਚਾਹੁੰਦੇ ਹਾਂ, ਕਿਉਂਕਿ ਬਹੁਤ ਜ਼ਿਆਦਾ ਇਸ ਵਕਤ ਇੱਕ ਦਿਮਾਗ ਦੇ ਵਿੱਚ ਇਹ ਹੋਇਆ ਪਿਆ ਕਿ ਕਿਸਾਨ ਵਿਰੋਧੀ ਹੈ ਇਹ ਬਿੱਲ। ਅਸੀਂ ਜਾਣਨਾ ਚਾਹਾਂਗੇ ਕਿ ਸਰਕਾਰ ਨੇ ਜਿਹੜੇ ਅਮੈਂਡਮੈਂਟਸ ਕੀਤੀਆਂ, ਜਿਹੜਾ ਨਵਾਂ ਆਰਡੀਨੈਂਸ ਲੈ ਕੇ ਆਏ ਨੇ, ਇਹਦੇ ਵਿੱਚ ਜਿਹੜੇ ਜਿਨ੍ਹਾਂ ਮੇਨ ਮੁੱਦਿਆਂ ਉੱਤੇ ਗੱਲਬਾਤ ਹੋ ਰਹੀ ਹੈ ਉਹ ਕਿਹੜੇ 3 ਮੁੱਦੇ ਨੇ? ਦੇਖੋ, ਇੱਕ ਤੇ ਆ ਵੀ ਜਿਹੜਾ ਐਗਰੀਕਲਚਰ ਦੇ ਖੇਤਰ ਦੇ ਵਿੱਚ ਤਰੱਕੀ ਵਾਸਤੇ ਤੇ ਜਿਹੜਾ ਕਿਸਾਨ ਦੀ ਉਤਪਾਦ ਆ, ਚਾਹੇ ਉਹ ਲਾਈਫ ਸਟਾਕ ਆ ਜਾਂ ਸਬਜ਼ੀਆਂ ਫਾਲਾ ਤੇ ਜਾਂ ਅਨਾਜ ਤੇ ਦਾਲਾਂ ਆ, ਇਹਨਾਂ ਨੂੰ ਬੈਟਰ ਮਾਰਕੀਟਿੰਗ ਕਿਸ ਢੰਗ ਦੇ ਨਾਲ ਇਹਨਾਂ ਦੀ ਹੋਵੇ ਤਾਂ ਕਿ ਇਹਦੇ ਵਿੱਚ ਵੇਸਟੇਜ ਰੁਕੇ, ਕਿਸਾਨ ਨੂੰ ਚੰਗਾ ਭਾਅ ਮਿਲੇ। ਇਹਦੇ ਤੇ ਬੜੇ ਵੱਖ-ਵੱਖ ਪੱਧਰ ਦੇ ਉੱਤੇ, ਪੰਜਾਬ ਪੱਧਰ ਤੇ, ਹੋਰ ਸੂਬਿਆਂ ਦੇ ਪੱਧਰ ਤੇ ਵੀ ਤੇ ਕੇਂਦਰ ਦੇ ਪੱਧਰ ਤੇ ਵੀ ਦਰਜਨਾਂ ਹੀ ਤਕਰੀਬਨ ਕਾਨੂੰਨ ਜਾਂ ਅਮੈਂਡਮੈਂਟਾਂ ਪਿਛਲੇ ਸਮੇਂ ਵਿੱਚ ਹੋਈਆਂ। ਇਹਨਾਂ ਦੀ ਲੜੀ ਆ ਬੜੀ ਲੰਬੀ। ਇਸ ਲੜੀ ਦੇ ਤਹਿਤ ਨਰਿੰਦਰ ਮੋਦੀ ਸਰਕਾਰ ਨੇ ਜਿਹੜੇ ਲੇਟੈਸਟ 3 ਆਰਡੀਨੈਂਸ ਲਿਆਂਦੇ ਸੀ ਉਹ 5 ਜੂਨ ਨੂੰ ਲਿਆਂਦੇ ਸੀ। ਉਸ ਤੋਂ ਬਾਅਦ ਪਾਰਲੀਮੈਂਟ ਵਿੱਚ ਪੇਸ਼ ਕਰਕੇ ਕਾਨੂੰਨ ਬਣ ਗਿਆ ਰਾਸ਼ਟਰਪਤੀ ਦੇ ਦਸਤਖਤਾਂ ਨਾਲ। ਹੁਣ ਅਸੀਂ ਇਹਨਾਂ ਨੂੰ ਆਰਡੀਨੈਂਸ ਨਹੀਂ ਤੇ ਬਿੱਲ ਵੀ ਨਹੀਂ ਤੇ ਸਗੋਂ ਆਪਾਂ ਇਹਨਾਂ ਨੂੰ ਕਹਾਂਗੇ ਐਕਟ, ਕਾਨੂੰਨ ਬਣ ਗਿਆ ਬਕਾਇਦਾ। ਸੋ ਇਹਨਾਂ ਦੇ ਵਿੱਚ ਜਿਹੜੀ ਹੈਗੀ ਐਗਰੀਕਲਚਰ ਸੈਕਟਰ ਆ ਉਹਨੂੰ ਖੋਲਣਾ ਜਿਹੜਾ ਉਹਦਾ ਮੁੱਖ ਮਕਸਦ ਆ ਵੀ ਤਾਂ ਕਿ ਐਗਰੀਕਲਚਰ ਦੇ ਵਿੱਚ ਜਿਹੜੀ ਖਰੀਦੋ ਫਰੋਖਤ ਆ ਉਹ ਖੁੱਲੀ ਮੰਡੀ ਵਾਂਗ ਹੋ ਸਕੇ, ਚੀਜ਼ ਕਿਤੇ ਵੀ ਵਿਕ ਸਕੇ, ਭਾਵੇਂ ਉਹ ਇੰਟਰਨੈਟ ਤੇ ਬੈਠ ਕੇ ਮਦਰਾਸ ਵਿੱਚ, ਤਾਮਿਲਨਾਡੂ 'ਚ ਕੋਈ ਬੈਠਾ ਬੰਦਾ ਪੰਜਾਬ ਦੇ ਵਿੱਚ ਖਰੀਦ ਲਵੇ ਤੇ ਭਾਵੇਂ ਵੇਚ ਦੇਵੇ।
ਇਹ ਸਿਰਫ ਫਿਜ਼ੀਕਲੀ ਚੱਕ ਕੇ ਚੀਜ਼ ਇੱਕ ਥਾਂ ਤੋਂ ਦੂਜੇ ਥਾਂ ਲੈ ਕੇ ਜਾਣ ਵੇਚਣ ਜਾਣ ਦੀ ਗੱਲ ਨਹੀਂ ਹੈ। ਇਲੈਕਟ੍ਰੋਨਿਕ ਜਿਹੜਾ ਬਾਇੰਗ ਐਂਡ ਸੈਲਿੰਗ ਆ ਉਹਦੀ ਪ੍ਰੋਵੀਜ਼ਨਸ ਵੀ ਇਹਦੇ ਵਿੱਚ ਹੈਗੀਆਂ। ਜੀ ਹਾਂ। ਤੇ ਇਹ ਜਿਹੜੇ 3 ਕਾਨੂੰਨ ਕਿਉਂ ਬਣਾਏ ਆ, ਇਹਦਾ ਮੈਂ ਕਾਰਨ ਸ਼ੁਰੂ ਕਰਕੇ ਫਿਰ 3 ਕਾਨੂੰਨਾਂ ਤੇ ਗੱਲ ਕਰਾਂਗਾ। ਜਿਹੜਾ ਪਹਿਲਾ ਬਹੁਤ ਪੁਰਾਣਾ ਕਾਨੂੰਨ ਆ 1955 ਦਾ, ਜਦੋਂ ਦੇਸ਼ ਵਿੱਚ ਬੜੀ ਭੁੱਖਮਰੀ ਸੀ, ਸਟਾਕਿੰਗ ਕਰਕੇ ਜਿਹੜੇ ਵਪਾਰੀ ਆ, ਜਿਹਨੂੰ ਆਪਾਂ ਕਹਿੰਦੇ ਆ ਵੀ ਹੋਰਡਿੰਗ ਕਰਕੇ ਹੁੰਦੀ ਸੀ, ਕੀਮਤਾਂ ਵਧਾ ਲੈਂਦੇ ਸੀ, ਵੇਚ ਲੈਂਦੇ ਸੀ ਤੇ ਦੇਸ਼ ਵਿੱਚ ਕਾਲ ਪੈ ਜਾਂਦਾ ਸੀ। ਜੀ ਹਾਂ। ਉਸ ਵੇਲੇ ਸਰਕਾਰ ਨੇ, ਨਹਿਰੂ ਸਰਕਾਰ ਨੇ 1955 ਵਿੱਚ ਇੱਕ ਐਕਟ ਬਣਾਇਆ ਸੀ ਜਿਹਦਾ ਨਾਮ ਸੀ ECA, ਹਾਂਜੀ, ਐਸੈਂਸ਼ੀਅਲ ਕਮੋਡਿਟੀਜ਼ ਐਕਟ। ਜੀ ਹਾਂ। ਉਸ ਐਕਟ ਦੇ ਥੱਲੇ ਸਰਕਾਰ ਬਹੁਤ ਸਖਤ ਐਕਸ਼ਨ ਲੈ ਸਕਦੀ ਸੀ ਉਸ ਬੰਦੇ ਦੇ ਖਿਲਾਫ, ਉਸ ਵਪਾਰੀ ਦੇ ਖਿਲਾਫ ਜਿਹੜਾ ਕਿਸੇ ਐਸੈਂਸ਼ੀਅਲ ਕਮੋਡਿਟੀ ਨੂੰ ਲੁਕੋ ਲੈ, ਸਟੋਰ ਕਰ ਲੈ, ਪ੍ਰਾਈਸ ਵਧਾ ਕੇ ਵੇਚਣ ਲੱਗ ਜਾਏ। ਉਹ ਬਹੁਤ ਸਖਤ ਕਾਨੂੰਨ ਸੀਗਾ ਤੇ ਉਸ ਕਾਨੂੰਨ ਵਿੱਚ ਸੋਧ ਕੀਤੇ ਤੋਂ ਬਿਨਾਂ ਖੁੱਲੀ ਮੰਡੀ ਵਾਲੇ ਪਾਸੇ ਨੂੰ ਤੁਰਿਆ ਨਹੀਂ ਸੀ ਜਾ ਸਕਦਾ। ਜੀ ਹਾਂ। ਉਹ ਨਰਿੰਦਰ ਮੋਦੀ ਸਰਕਾਰ ਨੇ ਪਹਿਲਾ ਜਿਹੜਾ ਇਹ ਕਾਨੂੰਨ ਆ ਜਾਂ ਆਰਡੀਨੈਂਸ ਸ਼ੁਰੂ ਹੋ ਕੇ ਜਿਹੜਾ ਬਣਾਇਆ, ਉਹ ਅਮੈਂਡਮੈਂਟ ਐਕਟ ਆ 1955 ਵਾਲੇ ਵਿੱਚ। ਠੀਕ ਹੈ ਜੀ। ਉਹਨੂੰ ਕਹਿੰਦੇ ਆ ਐਸੈਂਸ਼ੀਅਲ ਕਮੋਡਿਟੀਜ਼ ਅਮੈਂਡਮੈਂਟ ਐਕਟ। ਪਹਿਲਾਂ ਬਿੱਲ ਸੀ, ਹੁਣ ਐਕਟ ਬਣ ਗਿਆ। ਉਹ ਛੋਟਾ ਬਿੱਲ ਆ ਬਹੁਤ। ਉਹਦੇ ਵਿੱਚ ਸਿਰਫ ਇੱਕ ਨਾਟ ਵਿਦ ਸਟੈਂਡਿੰਗ ਕਲੌਜ਼ ਪਾਈ ਆ 1955 ਵਾਲੇ ਵਿੱਚ, ਵੀ ਜੋ ਕੁਝ ਵੀ ਉਹਦੇ ਚ ਕਾਨੂੰਨ ਚ ਲਿਖਿਆ ਹੋਇਆ ਰਿਗਾਰਡਲੈਸ ਉਹਦੇ ਜਿਹੜੇ ਸੀਰੀਅਲਸ ਦਾ ਮਤਲਬ ਆ ਅਨਾਜ ਕੋਈ ਵੀ, ਕਣਕ, ਮੱਕੀ, ਝੋਨਾ। ਠੀਕ ਹੈ ਜੀ। ਪਲਸਸ ਜਿਹੜੀਆਂ ਦਾਲਾਂ ਵਗੈਰਾ ਤੇ ਹੋਰ ਜਿਹੜਾ ਪ੍ਰੋਡਿਊਸ ਆ, ਰਿਗਾਰਡਲੈਸ ਉਸ 1955 ਦੇ ਕਾਨੂੰਨ ਦੇ, ਇਹਦਾ ਖੁੱਲਾ ਟ੍ਰੇਡ ਹੋ ਸਕਦਾ ਤੇ ਉਸ ਟ੍ਰੇਡਿੰਗ ਵਾਸਤੇ ਜਿਹੜਾ ਵਪਾਰੀ ਆ ਉਹ ਇਹਨੂੰ ਇੱਕ ਥਾਂ ਤੋਂ ਦੂਜੇ ਥਾਂ ਜਾ ਸਕਦਾ, ਸਟਾਕ ਕਰ ਸਕਦਾ, ਸਟੋਰ ਕਰ ਸਕਦਾ, ਸੋਰਟ ਕਰ ਸਕਦਾ ਵਗੈਰਾ ਵਗੈਰਾ, ਤਾਂ ਕਿ ਉਹ ਹੋਲਡਿੰਗ ਵਿੱਚ ਚਾਰਜ ਨਾ ਕੀਤਾ ਕਰ ਲਿਆ ਜਾਵੇ। ਪਰ ਨਾਲ ਹੀ ਉਹਦੇ ਵਿੱਚ ਇੱਕ ਇਹ ਮੱਦ ਵੀ ਐਡ ਕਰ ਦਿੱਤੀ ਕਿ ਜੇ ਕੀਮਤਾਂ ਜਿਹੜੀਆਂ ਅਨਾਜ ਦੀਆਂ 50% ਵੱਧ ਜਾਂਦੀਆਂ ਤੇ ਪ੍ਰੋਡਿਊਸ ਦੀਆਂ 100% ਵੱਧ ਜਾਂਦੀਆਂ ਤੇ ਫਿਰ ਸਰਕਾਰ ਦਖਲ ਦੇ ਸਕਦੀ ਹੈ। ਠੀਕ ਹੈ ਜੀ। तो उन्होंने बैलेंस करने की कोशिश की थी। एक पास से व्यापारी है नहीं भी एक व्यापारी ने 1000 टन कणक खरीद ली, वो स्टोर में रख ली, तो कोई जाके छापा मारे डिपार्टमेंट, वो कहे भाई तू 1000 टन कणक तू तो वो स्टॉक करी बैठा, काला धन बनाने वास्ते चार्ज कर, ਉਹਨੂੰ बचाने वास्ते ताकि व्यापारी खुल के ट्रेड करे। उन्होंने नॉट अंडरस्टैंडिंग क्लॉज 1955 वाले अमेंड करके पाती, पर व्यापारी ਉਹਦਾ ਨਜਾਇਜ਼ फायदा उठा के ਕੀਮਤਾਂ ਨਾਲ ਬਹੁਤ ਜ਼ਿਆਦਾ ਵਧਾ ਲੈਣ ਤੇ ਨਾਲ ਹੀ ਇੱਕ ਪਾਲਿਸੀ ਮੱਦ ਵੀ ਜੇ ਅਨਾਜ ਦੀ ਕੀਮਤ 50% ਵਧਦੀ ਹੈ, ਚਾਹੇ ਉਹ ਇੱਕ ਦਿਨ ਵਿੱਚ ਵਧੇ, ਇੱਕ ਹਫ਼ਤੇ 'ਚ ਵਧੇ ਜਾਂ ਪਿਛਲੇ ਇੱਕ ਸਾਲ ਪੂਰੇ 12 ਮਹੀਨੇ ਦੇ ਹਫ਼ਤੇ ਵਿੱਚ ਵਧੇ, ਤਾਂ ਸਰਕਾਰ ਦਖਲ ਦੇ ਸਕਦੀ ਹੈ। ਠੀਕ ਹੈ ਜੀ। ਯੁੱਧ ਕਾਰਨ ਕੋਈ ਸਿਚੁਏਸ਼ਨ ਹੋਵੇ ਸਰਕਾਰ ਦਖਲ ਦੇ ਸਕਦੀ ਹੈ, ਕਾਲ ਪੈ ਜਾਵੇ ਸਰਕਾਰ ਦਖਲ ਦੇ ਸਕਦੀ ਹੈ। ਇਹ ਇੰਨਾ ਹੀ ਐਕਟ ਆ ਜਿਹੜਾ ਅਮੈਂਡਮੈਂਟ ਵਾਲਾ ਹੈ। ਠੀਕ ਹੈ ਜੀ। ਤੇ ਜਿਹੜਾ ਤੀਜਾ ਐਕਟ ਆ ਉਹ ਮੈਂ ਤਾਂ ਡਿਸਕਸ ਕਰਾਂਗਾ ਕਿਉਂਕਿ ਉਹ ਵੀ ਬੜਾ ਛੋਟਾ ਆ ਤੇ ਉਹਨੂੰ ਕਹਿੰਦੇ ਆ ਫਾਰਮਰਜ਼ ਪ੍ਰੋਡਿਊਸ ਟ੍ਰੇਡ ਐਂਡ ਕਾਮਰਸ ਐਕਟ। ਜੀ ਹਾਂ। ਇਹਦੇ ਵਿੱਚ ਟ੍ਰੇਡ ਤੇ ਕਾਮਰਸ ਜਿਹੜਾ ਫਾਰਮਿੰਗ ਗੁੱਡਸ ਦੇ ਵਿੱਚ ਹੋਣਾ, ਉਹਦੀਆਂ ਡੈਫੀਨੇਸ਼ਨ 4-5 ਪੇਜਾਂ ਦੀਆਂ। ਹਾਂਜੀ। ਸਟੋਰ ਦਾ ਮਤਲਬ ਕੀ ਆ, ਐਟ ਗੇਟ ਦਾ ਮਤਲਬ ਕੀ ਆ, ਇਸੇ ਤਰ੍ਹਾਂ ਇਲੈਕਟ੍ਰੋਨਿਕ ਟ੍ਰੇਡ ਦਾ ਮਤਲਬ ਕੀ ਆ, ਮਤਲਬ ਕਾਰਪੋਰੇਸ਼ਨ ਦਾ ਮਤਲਬ ਕੀ ਹੈ, ਐਕਸਪਲੇਨੇਸ਼ਨ ਦਿੱਤੀ ਹੋਈ ਹੈ ਸਾਰੀ ਦਾ ਮਤਲਬ ਕੀ ਆ, ਟੈਕਨੀਕਲ ਆ ਬਹੁਤ, ਉਹਦੇ 4-5 ਪੇਜ ਤਾਂ ਡੈਫੀਨੇਸ਼ਨ ਹੀ ਆ। ਠੀਕ ਹੈ ਜੀ। ਉਹਦੇ ਤੋਂ ਬਾਅਦ ਸਿਰਫ ਡਿਸਪਿਊਟ ਮੈਕੈਨਿਜ਼ਮ ਆ ਵੀ ਜੇ ਫਾਰਮਰ ਤੇ ਜਿਹੜਾ ਬੰਦਾ ਕਾਰਪੋਰੇਸ਼ਨ ਜਾਂ ਵਪਾਰੀ ਜਿਹੜਾ ਖਰੀਦ ਉਹ ਤੋਂ ਡਾਇਰੈਕਟ ਕਰ ਰਿਹਾ, ਉਹ 'ਚ ਕੋਈ ਕੌਨਫਲਿਕਟ ਹੋਵੇ ਤਾਂ ਉਹਦਾ ਰੈਜ਼ੋਲੂਸ਼ਨ ਕਿਵੇਂ ਹੋਏਗਾ। ਇਹ ਐਕਟ ਏਡਾ ਕੋਈ ਹੈ, ਇਹਦੇ ਵਿੱਚ ਬਹੁਤ ਜ਼ਿਆਦਾ ਕੁਝ ਨਹੀਂ ਹੈਗਾ। ਜਿਹਦੇ ਐਸਡੀਐਮ ਲੈਵਲ ਤੇ ਉਹੀ ਸੁਲਝਾਇਆ ਜਾ ਸਕੇਗਾ ਮੇਰੇ ਖਿਆਲ ਇਹਦੇ ਵਿੱਚ ਹੀ। ਹਾਂਜੀ ਹਾਂਜੀ, ਉਹਦੇ ਵਿੱਚ ਇਹੋ ਹੀ ਆਪਾਂ ਉਹਦੇ ਮੈਰਿਟਸ ਤੇ ਡੀਮੈਰਿਟਸ ਦੀ ਤੁਸੀਂ ਚਾਹੋਗੇ ਤਾਂ ਅੱਗੇ ਜਾ ਕੇ ਡਿਸਕਸ ਕਰ ਲਾਂਗੇ। ਮੇਨ ਬਿੱਲ ਆ ਇਹਨਾਂ ਤਿੰਨਾਂ ਵਿੱਚੋਂ ਜਿਹੜਾ ਕਾਨੂੰਨ ਕਹਿ ਲਓ ਹੁਣ ਬਣ ਗਿਆ, ਉਹ ਹੈਗਾ ਫਾਰਮਰਜ਼ ਐਮਪਾਵਰਮੈਂਟ ਐਂਡ ਪ੍ਰੋਟੈਕਸ਼ਨ ਐਕਟ। ਜੀ ਹਾਂ। ਇਹ ਇਹਨਾਂ ਤਿੰਨਾਂ ਵਿੱਚੋਂ ਸਭ ਤੋਂ ਵਿਸਤ੍ਰਿਤ ਆ। ਹਾਂਜੀ। ਇਹਦੇ ਵਿੱਚ ਹੀ ਬਹੁਤ ਸਾਰੀਆਂ ਮੱਦਾਂ ਆ, ਇਹਦੇ ਵਿੱਚ ਹੀ ਬਹੁਤ ਸਾਰੇ ਸ਼ੰਕੇ ਲੋਕ ਖੜੇ ਕਰ ਰਹੇ ਆ। ਕੋਈ ਕਹਿ ਰਿਹਾ ਜੀ ਕਿਸਾਨ ਦੀ ਜ਼ਮੀਨ ਤੇ ਕਬਜ਼ਾ ਕਰ ਲੈ ਰਹੀਆਂ ਕਾਰਪੋਰੇਸ਼ਨਾਂ, ਕੋਈ ਕਹਿੰਦਾ ਜੀ ਕਰਜ਼ਾ ਲੈ ਕੇ ਭੱਜ ਜਾਣਗੀਆਂ ਫਿਰ ਕਿਸਾਨ ਕਰਜ਼ੇ ਵਿੱਚ ਫਸ ਜਾਏਗਾ, ਕੋਈ ਕਹਿੰਦਾ ਜੀ 25-30 ਸਾਲ ਦੇ ਕਾਂਟਰੈਕਟ ਕਰਕੇ
ਤੇ ਫਿਰ ਹੌਲੀ ਹੌਲੀ ਕਬਜ਼ਾ ਕਰ ਲੈਣਗੇ। ਕੋਈ ਕਹਿੰਦਾ ਜੀ ਕੰਟਰੈਕਟ ਕਰ ਲੈਣਗੇ ਪਰ ਬਾਅਦ ਵਿੱਚ ਫਸਲ ਨਹੀਂ ਚੁੱਕਣ ਆਉਣਗੇ, ਫਿਰ ਕੀ ਬਣੇਗਾ। ਸੋ ਇਸ ਕਿਸਮ ਦੇ ਖਦਸ਼ੇ ਤੇ ਸ਼ੰਕੇ ਜਿਹੜੇ ਆ ਬਹੁਤ ਸਾਰੇ ਲੋਕ ਖੜੇ ਕਰਦੇ ਆ। ਉਹ ਬਹੁਤਾ ਕੁਝ ਇਸੇ ਬਿੱਲ ਦੇ ਵਿੱਚ ਆ ਕਿ ਉਹ ਕੰਟਰੈਕਟ ਕਿਸ ਕਿਸਮ ਦੇ ਹੋਣਗੇ, ਕਿੱਦਾਂ ਹੋਣਗੇ, ਕਿੰਨੀ ਦੇਰੀ ਦੇ ਹੋਣਗੇ, ਪ੍ਰੋਟੈਕਸ਼ਨ ਕਿਸਾਨ ਲਈ ਕੀ ਆ, ਵਪਾਰੀ ਲਈ ਕੀ ਹੈ। ਸੋ ਇਹਦੇ ਤੇ ਜੇ ਆਪਾਂ ਗੱਲ ਕਰਨੀ ਚਾਹੀਏ ਤੇ ਆਪਾਂ ਇਹਦੇ ਤੇ ਫਰਦਰ ਇਹਨੂੰ ਐਕਸਪਲੇਨ ਕਰ ਸਕਦੇ ਹਾਂ। ਜੇ ਤੁਸੀਂ ਚਾਹੋ ਤੇ ਆਪਾਂ ਇੱਥੇ ਅੱਗੇ ਵੱਧ ਸਕਦੇ। ਬਿਲਕੁਲ ਜੀ, ਅਸੀਂ ਚਾਹਾਂਗੇ ਤੁਸੀਂ ਸਾਨੂੰ ਇਹਦੇ ਤੇ ਵੀ ਐਕਸਪਲੇਨ ਕਰੋ, ਪਰ ਅੱਗੇ ਗੱਲ ਇਸ ਤਰ੍ਹਾਂ ਦੀ ਆ ਜਾਂਦੀ ਹੈ ਕਿ ਹੁਣ ਤੱਕ ਨਾ ਤਾਂ ਕਿਸੇ ਤੋਂ ਐਕਸਪਲੇਨ ਕਰ ਹੋਇਆ ਤੇ ਜਿਹੜੀਆਂ ਪੋਲੀਟੀਕਲ ਪਾਰਟੀਆਂ ਨੇ ਉਹ ਸਾਰੀਆਂ ਸਟ੍ਰਾਈਪਸ ਦੀਆਂ ਬੀਜੇਪੀ ਤੋਂ ਬਿਨਾਂ, ਕਿਉਂਕਿ ਪੰਜਾਬ ਦੇ ਵਿੱਚ ਤੇ ਹਰਿਆਣੇ ਦੇ ਵਿੱਚ ਉਸ ਤੋਂ ਬਿਨਾਂ ਜਿਹੜੀਆਂ ਬਾਕੀ ਦੀਆਂ ਪਾਰਟੀਆਂ ਨੇ ਸਾਰੀਆਂ ਸੜਕਾਂ ਤੇ ਉਤਰੀਆਂ ਹੋਈਆਂ ਨੇ, ਸਾਰੀਆਂ ਇਸ ਦੇ ਉਲਟ ਬੋਲ ਰਹੀਆਂ ਨੇ। ਹਰਸਿਮਰਤ ਬਾਦਲ ਜਿਹੜੀ ਕਿ ਪਾਰਟ ਆਫ ਦਾ ਗਵਰਨਮੈਂਟ ਸੀਗੀ, ਉਹ ਅਸਤੀਫਾ ਦੇ ਕੇ ਵਾਪਸ ਆ ਗਏ ਨੇ। ਔਰ ਇਉਂ ਨਹੀਂ ਲੱਗਦਾ ਕਿ ਹਰਸਿਮਰਤ ਕੋਲੇ ਤਾਂ ਜ਼ਿਆਦਾ ਨੌਲੇਜ ਹੋਏਗੀ, ਜ਼ਿਆਦਾ ਇਨਫੋਰਮੇਸ਼ਨ ਹੋਏਗੀ ਜਿਹੜਾ ਇਹ ਐਕਟ ਬਣ ਰਿਹਾ ਤੇ ਉਹਦੇ ਵਿੱਚ ਜ਼ਰੂਰ ਕਿਸਾਨ ਦਾ ਨੁਕਸਾਨ ਹੋਏਗਾ, ਇਸ ਕਰਕੇ ਉਹਨੇ ਅਸਤੀਫਾ ਦਿੱਤਾ ਜੀ। ਨਹੀਂ ਜੀ, ਸਾਰਾ ਪੋਲੀਟੀਕਲ ਫੁੱਟਬਾਲ ਇਹਨਾਂ ਲੋਕਾਂ ਨੇ ਬਣਾਇਆ ਹੈ। ਇਕੱਲਾ ਹਰਸਿਮਰਤ ਕੋ ਬਹੁਤ ਇਨਫੋਰਮੇਸ਼ਨ ਇਕੱਲੀ ਕੋਲ ਨਹੀਂ ਹੈ, ਸੁਖਬੀਰ ਬਾਦਲ ਕੋ ਵੀ ਬਹੁਤ ਇਨਫੋਰਮੇਸ਼ਨ ਆ, ਪ੍ਰਕਾਸ਼ ਸਿੰਘ ਬਾਦਲ ਕੋ ਵੀ ਬਹੁਤ ਇਨਫੋਰਮੇਸ਼ਨ ਆ, ਕੈਪਟਨ ਅਮਰਿੰਦਰ ਸਿੰਘ ਕੋ ਵੀ ਬਹੁਤ ਇਨਫੋਰਮੇਸ਼ਨ ਆ। ਉਹਦਾ ਮੈਂ ਤੁਹਾਨੂੰ ਬੈਕਗਰਾਊਂਡ ਦੱਸਣਾ ਤਾਂ ਕਿ ਆਪਾਂ ਆ ਮੱਦਾਂ ਦੇ ਵਿੱਚ ਜਾਣ ਤੋਂ ਪਹਿਲਾਂ ਮੈਂ ਤੁਹਾਡੀ ਬੈਕਗਰਾਊਂਡ ਦੱਸ ਦੇਵਾਂ। ਬੇਸਿਕਲੀ ਇੰਡੀਆ ਦੇ ਵਿੱਚ ਜਿਹੜਾ ਮੰਡੀਕਰਨ ਦਾ ਸੁਧਾਰ ਆ ਉਹ 2003 ਵਿੱਚ ਸ਼ੁਰੂ ਹੋਇਆ ਸੀ। ਕੇਂਦਰ ਸਰਕਾਰ ਨੇ 2003 ਵਿੱਚ ਇੱਕ ਮਾਡਲ ਐਕਟ ਇੱਕ ਕਿਸਮ ਦਾ ਪਾਸ ਕੀਤਾ ਸੀ ਕਿ ਇਹ ਮੰਡੀਕਰਨ ਕਮੇਟੀਆਂ ਕਿਵੇਂ ਬਣਨ ਤਾਂ ਕਿ ਮੰਡੀਆਂ ਜਿਹੜੀਆਂ ਉਹ ਕਿਸਾਨਾਂ ਦੇ ਨੇੜੇ ਨੇੜੇ ਐਸਟੈਬਲਿਸ਼ ਹੋਣ ਤੇ ਕਿਸਾਨ ਨੂੰ ਵੱਧ ਤੋਂ ਵੱਧ ਭਾਅ ਮਿਲੇ। ਉਹ ਜਿਹੜਾ ਮੰਡੀਕਰਨ ਐਕਟ ਸੀ 2003 ਦਾ, ਉਹਨੂੰ ਸੂਬਿਆਂ ਨੂੰ ਅਡਾਪਟ ਕਰਨ ਲਈ ਕਿਹਾ ਗਿਆ ਸੀ। ਬਹੁਤ ਸਾਰੇ ਸੂਬਿਆਂ ਨੇ ਉਹਨੂੰ ਅਡਾਪਟ ਕੀਤਾ, ਬਹੁਤ ਸਾਰੇ ਸੂਬਿਆਂ ਨੇ ਉਹਦੇ ਵਿੱਚ ਕੁਝ ਤਰਮੀਮਾਂ ਕੀਤੀਆਂ। ਕੁਝ ਸੂਬੇ ਆ ਜਿਨ੍ਹਾਂ ਨੇ ਅਡਾਪਟ ਕਰਕੇ ਬਾਅਦ ਚ ਰੱਦ ਕਰਦਾ ਜਾਂ ਅਡਾਪਟ ਹੀ ਨਹੀਂ ਕੀਤਾ। ਜੀ ਹਾਂ। ਸੋ 2003 ਵਿੱਚ ਇਹ ਸੁਧਾਰ ਜਿਹੜੇ ਮੰਡੀਕਰਨ ਦੇ ਸ਼ੁਰੂ ਹੋਏ ਸੀ। ਉਸ ਤੋਂ ਬਾਅਦ 2006 ਦੇ ਵਿੱਚ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਨੇ ਪੰਜਾਬ ਦੇ ਵਿੱਚ ਇੱਕ ਪੰਜਾਬ ਦਾ ਐਕਟ ਆ 1961 ਦਾ ਜਿਹੜਾ ਖੇਤੀ ਪ੍ਰੋਡਕਟਸ ਤੇ ਮੰਡੀਕਰਨ ਬਾਰੇ ਆ, ਮੰਡੀਆਂ ਬਾਰੇ ਆ। ਹਾਂਜੀ, 1961 ਦਾ। ਹਾਂਜੀ, ਉਹ ਵੀ ਬੜਾ ਸਟ੍ਰਿਕਟ ਆ ਇੰਡੀਆ ਦੇ 1955 ਵਾਲੇ ਕਾਨੂੰਨ ਵਾਂਗ। ਜੀ ਹਾਂ। ਸੋ ਕੈਪਟਨ ਸਰਕਾਰ ਨੇ 2006 ਦੇ ਵਿੱਚ ਉਹਦੇ ਵਿੱਚ ਅਮੈਂਡਮੈਂਟ ਕੀਤੀ। ਹਾਂਜੀ, ਉਹਦੇ ਵਿੱਚ ਅਮੈਂਡਮੈਂਟ ਕਰਕੇ ਪ੍ਰਾਈਵੇਟ ਮੰਡੀ ਸ਼ਬਦ ਵਿੱਚ ਪਾਇਆ ਜੀ ਕਿ ਪੰਜਾਬ ਦੇ ਵਿੱਚ ਪ੍ਰਾਈਵੇਟ ਮੰਡੀ ਵੀ ਖੁੱਲ ਸਕਦੀ ਆ। ਮਤਲਬ ਕੋਈ ਵੀ ਮੰਡੀ ਖੋਲ ਸਕਦਾ, ਸ਼ਰਤਾਂ ਹੋਣਗੀਆਂ 10 ਏਕੜ ਘੱਟ ਤੋਂ ਘੱਟ ਥਾਂ ਹੋਵੇ, ਉਹ ਹੋਵੇ, ਪੀਣ ਵਾਲੇ ਪਾਣੀ ਦਾ ਪ੍ਰਬੰਧ ਹੋਵੇ ਤੇ ਉਹ ਮੰਡੀ ਉੱਥੇ ਖੁੱਲ ਸਕਦੀ ਹੈ। ਉੱਥੇ ਖੁੱਲੀ ਬੋਲੀ ਲੱਗ ਸਕਦੀ ਹੈ ਕਿਸਾਨ ਦੀ ਪ੍ਰੋਡਕਟ ਦੀ। ਪ੍ਰਾਈਵੇਟ ਮੰਡੀ ਦੀ ਸ਼ੁਰੂਆਤ ਪੰਜਾਬ ਦੇ ਵਿੱਚ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਨੇ 2006 ਵਿੱਚ ਉਹ ਅਮੈਂਡਮੈਂਟ ਕਰਕੇ ਕੀਤੀ ਜੀ। ਬਲਰਾਜ ਜੀ, ਜਿਵੇਂ ਤੁਸੀਂ ਕਿਹਾ ਜੀ, ਸੌਰੀ ਮੈਂ ਤੁਹਾਨੂੰ ਇੱਥੇ ਟੋਕ ਰਹੀ ਹਾਂ, ਤੁਸੀਂ ਕਿਹਾ ਕਿ ਪ੍ਰਾਈਵੇਟ ਮੰਡੀ ਦੀ ਸ਼ੁਰੂਆਤ ਪੰਜਾਬ ਸਰਕਾਰ ਨੇ ਕੀਤੀ, ਪਰ ਉਸ ਟਾਈਮ ਦੇ ਵਿੱਚ ਜੇਕਰ ਕੋਈ ਟ੍ਰੇਡ ਕਰਦਾ ਸੀ ਇਸ ਦੇ ਵਿੱਚ ਉਹਦੇ ਲਈ ਵੀ ਕਈ ਲਾਸ ਵਿੱਚ ਪਾਏ ਗਏ ਸੀ। ਹਰ ਕੋਈ ਨਹੀਂ ਉਹਦੇ ਵਿੱਚ ਟ੍ਰੇਡ ਕਰ ਸਕਦਾ ਸੀ, ਤੁਹਾਨੂੰ ਬਕਾਇਦਾ ਸਟੇਟ ਤੋਂ ਪਰਮਿਸ਼ਨ ਲੈਣੀ ਪੈਣੀ ਸੀ। ਇਹਦੇ ਲਈ ਕਾਫੀ ਕਾਨੂੰਨੀ ਪੂਰੇ ਦਾਅ ਪੇਚ ਸੀਗੇ। ਪਰ ਹੁਣ ਜੋ ਸਰਕਾਰ ਗੱਲ ਕਰ ਰਹੀ ਹੈ ਉਹਦੇ ਵਿੱਚ ਸਿਰਫ ਤੁਹਾਨੂੰ ਇੱਕ ਆਧਾਰ ਕਾਰਡ ਦੀ ਲੋੜ ਹੈ ਤੇ ਤੁਸੀਂ ਉਹਦੇ 'ਚ ਟ੍ਰੇਡ ਕਰ ਸਕਦੇ ਹੋ। ਨਹੀਂ ਜੀ, ਇਹ ਜਿਹੜਾ ਅਮੈਂਡਮੈਂਟ ਐਕਟ ਸੀਗਾ ਨਾ 2006 ਦਾ, ਇਹਦੇ ਵਿੱਚ ਪ੍ਰਾਈਵੇਟ ਮੰਡੀ ਸ਼ਬਦ ਹੀ ਪਾਇਆ ਗਿਆ ਸੀ। ਇਹਦੇ ਵਿੱਚ ਬਹੁਤ ਜ਼ਿਆਦਾ ਕੋਈ ਸਟ੍ਰਿਕਟ ਗਾਈਡਲਾਈਨ ਕੱਖ ਵੀ ਨਹੀਂ ਸੀ। ਉਹ ਸਿਰਫ ਸ਼ੁਰੂਆਤ ਕਰਨ ਵਾਲੀ ਸੀ ਵੀ ਪ੍ਰਾਈਵੇਟ ਮੰਡੀ ਵੀ ਹੋ ਸਕਦੀ ਆ। ਜਿਹੜੀਆਂ ਸ਼ਰਤਾਂ ਤੁਸੀਂ ਗਾਈਡਲਾਈਨ ਦੀ ਗੱਲ ਕਰਦੇ ਹੋ, ਇਹ ਅਕਾਲੀਆਂ ਨੇ 2013 ਵਿੱਚ ਜਾ ਕੇ ਬਣਾਇਆ। ਠੀਕ ਹੈ ਜੀ। 2013 ਵਿੱਚ ਅਕਾਲੀਆਂ ਨੇ ਕੰਟਰੈਕਟ ਫਾਰਮਿੰਗ ਐਕਟ ਬਣਾਇਆ, ਜਿਹੜਾ ਕਿ ਹਿੰਦੁਸਤਾਨ ਦਾ ਪਹਿਲਾ ਕੰਟਰੈਕਟ ਫਾਰਮਿੰਗ ਐਕਟ ਆ। ਉਹ ਐਸ ਮੋਦੀ ਦੇ ਐਕਟਾਂ ਨਾਲੋਂ ਵੀ ਵਿਸਤ੍ਰਿਤ ਆ, ਵੱਡਾ ਆ, ਪਰ 70% ਇਹਦੇ ਨਾਲ ਰਲਦਾ ਹੈ। ਠੀਕ ਹੈ ਜੀ। ਦਿਲ ਸਾਹਿਬ, ਕਿਉਂ ਨਾ ਆਪਾਂ ਜਿਹੜਾ ਮੇਨ ਐਕਟ ਹੈਗਾ ਆਪਾਂ ਉਹਦੇ ਉੱਤੇ ਕੁਝ ਗੱਲਬਾਤ ਕਰੀਏ ਕਿ ਉਹਦੇ ਕੀ ਐਡਵਾਂਟੇਜਸ ਹੈ ਤੇ ਇਜ਼ देयर ਐਨੀ ਡਿਸਐਡਵਾਂਟੇਜਸ ਐਜ਼ ਵੈਲ। ਸਰ, ਜਿਵੇਂ ਤੁਸੀਂ ਗੱਲ ਕੀਤੀ ਹੈ ਸਟਾਰਟਿੰਗ ਦੇ ਵਿੱਚ ਵੀ ਇਲੈਕਟ੍ਰੋਨਿਕ ਬਾਇੰਗ ਐਂਡ ਸੈਲਿੰਗ ਦਾ ਵੀ ਇਹਦੇ ਵਿੱਚ ਜਿਹੜਾ ਹੈ ਪ੍ਰੋਵੀਜ਼ਨ ਦਿੱਤਾ ਗਿਆ ਤਾਂ ਕਿ ਕਿਸਾਨਾਂ ਦੇ ਲਈ ਜਿਹੜਾ ਏਰੀਆ ਥੋੜਾ ਵਾਈਡ ਹੋ ਸਕੇ ਆਪਣੀ ਖੇਤੀ ਦੇ ਲਈ, ਰਾਈਟ, ਉਹ ਵੇਚਣ ਲਈ ਆਪਣੀ ਫਸਲ ਨੂੰ। ਪਰ ਇਹ ਚੀਜ਼ਾਂ ਆਲਰੇਡੀ ਯੂਐਸ ਦੇ ਵਿੱਚ ਅਜ਼ਮਾ ਕੇ ਦੇਖੀਆਂ ਜਾ ਚੁੱਕੀਆਂ ਨੇ ਤੇ ਅਮਰੀਕਾ ਦੇ ਵਿੱਚ ਇਹ ਚੀਜ਼ਾਂ ਫੇਲ ਸਾਬਿਤ ਹੋਈਆਂ ਨੇ, ਜਿਸ ਤੋਂ ਬਾਅਦ ਹੁਣ ਅਸੀਂ ਇਸ ਨੂੰ ਭਾਰਤ ਵਿੱਚ ਕਿਸੇ ਕਹਿਤਾ ਜੀ ਇਹ ਫੇਲ ਸਾਬਤ ਹੋਈਆਂ। ਕੈਨੇਡਾ ਵਿੱਚ ਵੀ ਜੀ ਬਿਲਕੁਲ ਲੇਟੈਸਟ ਜਿਹੜੀਆਂ ਇਸ ਵਕਤ ਜੋ ਰਿਪੋਰਟਸ ਹੈਗੀਆਂ ਨੇ ਸਾਡੀ, ਜਿਵੇਂ ਇੱਥੋਂ ਕੈਨੇਡਾ ਦੇ ਕਿਸਾਨਾਂ ਨਾਲ ਵੀ ਗੱਲਬਾਤ ਹੁੰਦੀ ਹੈ, ਉਹ ਪ੍ਰੋਪਰ ਮਾਰਜਨ ਦੇ ਉੱਤੇ ਨੇ, ਕੋਈ ਬਾਹਲਾ ਉਹਨਾਂ ਨੂੰ ਫਾਇਦਾ ਇਹਦੇ ਵਿੱਚ ਨਹੀਂ ਲੱਗਦਾ। ਦੇਖੋ, ਇੱਕ ਗੱਲ ਤੁਹਾਨੂੰ ਮੰਨਣੀ ਪਏਗੀ ਵੀ ਜਿਹੜਾ ਫਾਰਮਿੰਗ ਸੈਕਟਰ ਆ ਇਹ ਇਹਨਾਂ ਦੇਸ਼ਾਂ ਵਿੱਚ
ਮਸ਼ੀਨਰੀ ਜ਼ਿਆਦਾ ਵਰਤੋਂ ਆਉਣ ਲੱਗ ਪਈ ਤੇ ਮਸ਼ੀਨਰੀ ਜ਼ਿਆਦਾ ਵਰਤਣ ਤੋਂ ਬਿਨਾਂ ਤੁਸੀਂ ਇਹਦੇ ਵਿੱਚੋਂ ਲਾਭ ਕਮਾ ਨਹੀਂ ਸਕਦੇ। ਤੁਸੀਂ ਲੇਬਰ ਬਹੁਤ ਮਹਿੰਗੀ ਹੈ, ਇੰਡੀਆ ਵਿੱਚ ਵੀ ਲੇਬਰ ਹੌਲੀ ਹੌਲੀ ਮਹਿੰਗੀ ਹੋ ਰਹੀ ਹੈ, ਮਸ਼ੀਨੀਕਰਨ ਉੱਥੇ ਵੀ ਹੋ ਰਿਹਾ। ਜਦੋਂ ਮਸ਼ੀਨੀਕਰਨ ਹੋਏਗਾ ਤੇ ਫਾਰਮਿੰਗ ਸੈਕਟਰ ਦੇ ਵਿੱਚੋਂ ਜਿਹੜੀ ਲੇਬਰ ਆ ਉਹਨੂੰ ਬਾਹਰ ਕੱਢਣਾ ਪਏਗਾ, ਉਹਨੂੰ ਇੰਡਸਟਰੀਅਲ ਸੈਕਟਰ ਵੱਲ ਨੂੰ ਜਾਣਾ ਪਏਗਾ। ਇੱਕ ਜ਼ਮਾਨਾ ਸੀ ਇੰਡੀਆ ਦੀ 70% ਦੀ ਆਬਾਦੀ ਜਿਹੜੀ ਉਹ ਫਾਰਮਿੰਗ ਤੇ ਡਿਪੈਂਡ ਕਰਦੀ ਸੀ, ਹੁਣ ਸ਼ਾਇਦ ਉਹ 40-50% ਤੋਂ ਵੀ ਥੱਲੇ ਆ ਗਈ ਹੈ। ਜਿਉਂ-ਜਿਉਂ ਮਸ਼ੀਨਾਂ ਵਰਤ ਹੋਣਗੀਆਂ ਬੰਦਿਆਂ ਦੀ ਲੋੜ ਘਟਦੀ ਜਾਏਗੀ, ਕਿਉਂਕਿ ਜੇ ਬੰਦੇ ਤੁਸੀਂ ਜ਼ਿਆਦਾ ਲੇਬਰ ਵਰਤੋਗੇ ਤੇ ਫਿਰ ਪ੍ਰੋਫਿਟ ਨਹੀਂ ਹੋਏਗਾ। ਇਹ ਵਰਲਡ ਵਾਈਡ ਫਨੋਮਨਾ ਹੈ। ਇੱਥੋਂ ਤੱਕ ਵੀ ਜੇ ਤੁਸੀਂ ਯੂਨਾਈਟਿਡ ਨੇਸ਼ਨਸ ਦੀ ਇੱਕ ਜਥੇਬੰਦੀ ਆ ਐਗਰੀਕਲਚਰ ਪ੍ਰੋਡਿਊਸ ਆਰਗੇਨਾਈਜੇਸ਼ਨ, ਉਹਨੂੰ ਸ਼ਾਇਦ FOA ਕਹਿੰਦੇ ਆ, ਉਹਨੇ 2018 ਦੇ ਵਿੱਚ ਇੱਕ ਰਿਪੋਰਟ ਦੇ ਕੇ ਦੁਨੀਆ ਦੇ ਦੇਸ਼ਾਂ ਨੂੰ ਕਿਹਾ ਵੀ ਤੁਸੀਂ ਕੰਟਰੈਕਟ ਫਾਰਮਿੰਗ ਨੂੰ ਪ੍ਰਮੋਟ ਕਰੋ, ਨਹੀਂ ਤਾਂ ਖੇਤੀ ਇੱਕ ਪਾਸੇ ਖੇਤੀ ਨਹੀਂ ਬਚੇਗੀ ਤੇ ਦੂਜੇ ਪਾਸੇ ਲੋਕਾਂ ਦਾ ਢਿੱਡ ਨਹੀਂ ਭਰੇਗਾ ਤੇ ਤੀਜੇ ਪਾਸੇ ਵੇਸਟੇਜ ਨਹੀਂ ਰੁਕੇਗੀ। ਯੂਨਾਈਟਿਡ ਨੇਸ਼ਨਸ ਦੀ ਜਿਹੜੀ ਫਾਰਮ ਪ੍ਰੋਡਕਟ ਦੀ ਆਰਗੇਨਾਈਜੇਸ਼ਨ ਆ, ਉਹਦੀ 2018 ਦੀ ਰਿਪੋਰਟ ਆ, ਬਹੁਤ ਵਿਸਤ੍ਰਿਤ ਰਿਪੋਰਟ ਆ। ਉਹਦੇ ਵਿੱਚ ਦੁਨੀਆ ਦੇ ਵੱਖ-ਵੱਖ ਦੇਸ਼ਾਂ ਦੇ ਕੰਟਰੈਕਟ ਫਾਰਮਿੰਗ ਦੇ ਜਿਹੜੇ ਕਾਨੂੰਨ ਆ ਉਹਨਾਂ ਦਾ ਰੈਫਰੈਂਸ ਦਿੱਤਾ ਹੋਇਆ। ਇੰਡੀਆ ਦੇ 2003 ਦੇ ਕਾਨੂੰਨ ਦਾ ਰੈਫਰੈਂਸ ਦਿੱਤਾ ਹੋਇਆ। ਪੰਜਾਬ ਸਰਕਾਰ ਦੇ 2013 ਦੇ ਕਾਨੂੰਨ ਦਾ ਕੰਟਰੈਕਟ ਫਾਰਮਿੰਗ ਦਾ ਰੈਫਰੈਂਸ ਯੂਨਾਈਟਿਡ ਨੇਸ਼ਨ ਨੇ ਦਿੱਤਾ ਹੋਇਆ। ਮੇਰੇ ਖਿਆਲ ਤੁਸੀਂ ਉਸੇ ਦੀ ਗੱਲ ਕੰਟਰੈਕਟ ਫਾਰਮਿੰਗ ਜਿਹੜੀ ਆ ਇਹ ਫਿਊਚਰ ਆ, ਇਹਨੂੰ ਤੁਸੀਂ ਰੋਕ ਨਹੀਂ ਸਕਦੇ। ਮੈਂ ਤੁਹਾਨੂੰ ਇੱਕ ਐਗਜ਼ਾਮਪਲ ਦਿਆਂਗਾ, ਫਿਰ ਤੁਸੀਂ ਜਿਹੜਾ ਮਰਜ਼ੀ ਸਵਾਲ ਕਰ ਲਿਓ। ਇਹਨਾਂ ਦੇਸ਼ਾਂ ਵਿੱਚ ਜਿਹੜੀ ਬਹੁਤ ਹੈਵੀ ਤੇ ਵੱਡੀ ਇੰਡਸਟਰੀ ਆ ਮਾਈਨਿੰਗ ਤੱਕ, ਆਇਲ ਐਕਸਪਲੋਰੇਸ਼ਨ ਤੱਕ, ਉਹਦੇ ਵਿੱਚ ਇੱਕ ਟ੍ਰੇਡਿੰਗ ਆ ਜਿਹਨੂੰ ਫਿਊਚਰਸ ਟ੍ਰੇਡਿੰਗ ਕਹਿੰਦੇ ਆ। ਦੈਟਸ ਰਾਈਟ, ਹਾਂਜੀ। ਉਹ ਕੰਟਰੈਕਟ ਫਾਰਮਿੰਗ ਵਰਗੀ ਆ। ਫਿਊਚਰ ਟ੍ਰੇਡ ਦਾ ਮਤਲਬ ਆ ਕਿ ਮੈਂ ਕੋਈ ਚੀਜ਼ ਉਤਪਾਦ ਕਰਨ ਕਿਸੇ ਕਿਸਮ ਦਾ ਜਾ ਰਿਹਾ, ਉਹਦੇ ਤੇ ਮੈਨੂੰ ਪਤਾ ਵੀ ਮੇਰਾ $100 ਖਰਚ ਹੋਏਗਾ, ਪਰ ਮੈਂ ਮੇਕ ਸ਼ੋਰ ਕਰਨਾ ਚਾਹੁੰਦਾ ਵੀ ਮੇਰਾ $100 ਮੁੜ ਆਏਗਾ ਤੇ ਮੈਂ ਪਹਿਲਾਂ ਹੀ 10 ਬੰਦਿਆਂ ਨਾਲ $10 ਦਾ ਸਮਝੌਤਾ ਕਰ ਲੈਣਾ ਵੀ ਜਦੋਂ ਮੈਂ ਪੈਦਾ ਕਰੂੰਗਾ ਤੁਸੀਂ $10 ਦੀਆਂ ਚੀਜ਼ਾਂ ਲੈ ਲਓਗੇ। ਮੇਰਾ ਖਰਚਾ ਪੂਰਾ ਹੋ ਗਿਆ, ਜੇ ਮੈਂ 150 ਦੀ ਚੀਜ਼ ਪੈਦਾ ਕਰਾਂਗਾ ਤਾਂ ਮੈਨੂੰ 50 ਬਚ ਜਾਣਗੇ। ਮੈਂ ਛੋਟੀ ਐਗਜ਼ਾਮਪਲ ਕਰਕੇ ਦਿੱਤੀ ਆ, ਜਿਵੇਂ ਤੇਲ ਆਇਲ ਐਕਸਪਲੋਰੇਸ਼ਨ ਆ। ਜਦੋਂ ਵੱਡੀਆਂ ਕੰਪਨੀਆਂ ਤੇਲ ਦੇ ਖੂਹ ਖੋਦਦੀਆਂ, ਉਹ ਬਹੁਤ ਮਲਟੀ ਬਿਲੀਅਨ ਕੰਪਨੀਆਂ ਹੁੰਦੀਆਂ, ਪਰ ਉਹ ਨਹੀਂ ਚਾਹੁੰਦੀਆਂ ਸਾਨੂੰ ਘਾਟਾ ਪਵੇ। ਉਹਨਾਂ ਦੀਆਂ ਰਿਪੋਰਟਾਂ ਦੱਸਦੀਆਂ ਵੀ ਇੰਨੇ ਮਿਲੀਅਨ ਬੈਰਲ ਤੇਲ ਹੋਏਗਾ, ਉਹ ਫਿਊਚਰ ਵੇਚ ਦਿੰਦੀਆਂ ਉਹਦਾ। ਠੀਕ ਹੈ, ਉਹਦੇ ਵਿੱਚ ਨਿੱਕੇ ਇਨਵੈਸਟਰ ਵੀ ਮਿਊਚੁਅਲ ਫੰਡਾਂ ਰਾਹੀਂ ਜਾਂ ਕਿਸੇ ਹੋਰ ਢੰਗ ਦੇ ਰਾਹੀਂ ਉਹ ਫਿਊਚਰ ਖਰੀਦਦੇ ਆ। ਉਹਨਾਂ ਨੂੰ ਕੰਪਨੀ ਨੂੰ ਅਸ਼ੋਰੈਂਸ ਹੋ ਜਾਂਦੀ ਵੀ ਜਿਹੜੀ ਸਾਡੀ ਪ੍ਰੋਡਕਟ ਆ ਇਹ ਖਰਚਾ ਸਾਡਾ ਪੂਰਾ ਫੋਰ ਸ਼ੋਰ ਹੋ ਜਾਏਗਾ, ਜੇ ਅਸੀਂ ਚੰਗੇ ਰਹਿ ਗਏ ਤਾਂ ਪੈਸੇ ਬਣਾ ਜਾਵਾਂਗੇ। ਇਹਨੂੰ ਫਿਊਚਰ ਮਾਰਕੀਟ ਕਹਿੰਦੇ। ਜਿਹੜੀ ਕੰਟਰੈਕਟ ਫਾਰਮਿੰਗ ਆ ਇਹ ਵੀ ਇੱਕ ਕਿਸਮ ਦੀ ਫਿਊਚਰ ਮਾਰਕੀਟ ਆ ਇਨ ਦਾ ਫਾਰਮਿੰਗ ਗੁੱਡਸ। ਜੀ, ਜਿਵੇਂ ਤੁਸੀਂ ਗੱਲ ਕੀਤੀ ਹੈ, ਇਸ ਵਕਤ ਆਪਾਂ ਮੰਡੀਆਂ ਦੀ ਗੱਲ ਕਰੀਏ, ਪੂਰਾ ਇੱਕ ਕਾਨੂੰਨ ਦੀ ਇਸ ਵਕਤ ਜੋ ਗੱਲ ਹੋ ਰਹੀ ਹੈ, ਇਸ ਦਾ ਮੰਡੀਆਂ ਉੱਤੇ ਕੀ ਅਸਰ ਪਏਗਾ? ਮੰਡੀਆਂ ਦੇ ਅਸਰ ਤੱਕ ਤੁਸੀਂ ਨਾ ਜਾਓ, ਪਹਿਲਾਂ ਤੁਸੀਂ ਇਹ ਦੇਖੋ ਕਿ ਇਹ ਕਾਨੂੰਨ ਜਿਹੜਾ ਇਹਦੇ ਵਿੱਚ ਕਿਸਾਨ ਮਾਰੂ ਕੁਝ ਹੈਗਾ ਕਿ ਨਹੀਂ ਹੈਗਾ। ਮੰਡੀਆਂ ਤੇ ਜਿਹੜੀ ਉਹ ਮਿਨੀਮਮ ਸਪੋਰਟ ਪ੍ਰਾਈਸ ਆ ਉਹ ਸੈਕੰਡਰੀ ਆ, ਉਹ ਵੀ ਡਿਸਕਸ ਕਰ ਲਿਓ ਜ਼ਰੂਰ। ਪਰ ਪਹਿਲਾਂ ਜਿਹੜੇ ਖਦਸ਼ੇ ਆ ਉਹ ਵੀ ਉਹ ਕਿਸਾਨ ਖਾ ਜਾਏਗਾ, ਕਿਸਾਨ ਨੂੰ ਖਾ ਜਾਣਗੀਆਂ ਕਾਰਪੋਰੇਸ਼ਨਾਂ ਤੇ ਹੋਰ ਇਹਦੇ ਬਾਰੇ ਵਿੱਚ ਇਹਦੇ ਕੁਝ ਹੈਗਾ ਜਾਂ ਕਿਸਾਨ ਨੂੰ ਖਾਣ ਵਾਲੀਆਂ ਮੱਦਾਂ ਹੈਗੀਆਂ ਜਾਂ ਬਚਾਉਣ ਵਾਲੀਆਂ ਮੱਦਾਂ ਹੈਗੀਆਂ, ਇਹਦੇ ਤੇ ਡਿਸਕਸ ਕਰ ਲਿਆ ਜਾਣਾ ਚਾਹੀਦਾ। ਮੈਂ ਤੇ ਬਹੁਤ ਵਾਰ ਜਿਹੜੇ ਬੰਦੇ ਗੱਲ ਕਰਦੇ, ਮੈਂ ਕਹਿੰਦਾ ਜੀ ਤੁਸੀਂ ਕਾਨੂੰਨ ਨੂੰ ਸਾਹਮਣੇ ਰੱਖ ਲਓ, ਮੈਨੂੰ ਦਿਖਾਓ ਇਹਦੇ ਵਿੱਚ ਕਿਸਾਨ ਨੂੰ ਨੁਕਸਾਨ ਪਹੁੰਚਾਉਣ ਵਾਲੀ ਕਿਹੜੀ ਮਾਦਾ, ਕਿਹੜੇ ਪੇਜ ਤੇ ਨੰਬਰ ਉਹਦਾ ਕੀ ਹੈ। ਤੁਸੀਂ ਫੇਵਰ ਦੀ ਗੱਲ ਤੁਸੀਂ ਫੇਵਰ ਦੀ ਗੱਲ ਕਰ ਰਹੇ ਹੋ ਤਾਂ ਇਹਦੇ ਵਿੱਚ ਫੇਵਰ ਵਾਲੀ ਦੱਸੋ ਕਿ ਕਿਹੜੀ ਗੱਲ ਤੁਸੀਂ ਕਿਸਾਨਾਂ ਦੇ ਹੱਕ ਵਿੱਚ ਤੁਸੀਂ ਜਿਹੜੀ ਗੱਲ ਕਰ ਰਹੇ ਹੋ। ਜੀ, ਜਦੋਂ ਇਹ ਕਿਹਾ ਜਾਂਦਾ ਵੀ ਜੀ ਉਹ ਕਿਸਾਨ ਦੀ ਜ਼ਮੀਨ ਤੇ ਕਰਜ਼ਾ ਲੈ ਲੈਣਗੇ, ਕਬਜ਼ਾ ਕਰ ਲੈਣਗੇ, ਵੇਚ ਦੇਣਗੇ, ਮੌਰਗੇਜ ਪਾ ਦੇਣਗੇ, ਤੇ ਇਹ ਜਿਹੜਾ ਕਾਨੂੰਨ ਆ ਇੰਪਾਵਰਮੈਂਟ ਐਕਟ ਜਿਹੜਾ ਮੈਂ ਮੇਨ ਐਕਟ ਦੱਸਿਆ, ਉਹਦੇ ਚੈਪਟਰ 2 ਦੇ ਵਿੱਚ ਮੱਦ ਨੰਬਰ 8 ਆ। ਇਹਦੇ ਵਿੱਚ ਇਹ ਲਿਖਿਆ, ਨੋ ਫਾਰਮਿੰਗ ਐਗਰੀਮੈਂਟ ਸ਼ੈਲ ਬੀ ਐਂਟਰਡ ਇਨਟੂ ਫॉर ਦਾ ਪਰਪਸ ਆਫ, ਹੇਠ ਲਿਖੀਆਂ ਚੀਜ਼ਾਂ ਲਈ ਫਾਰਮਿੰਗ ਐਕਟ ਨਹੀਂ, ਐਗਰੀਮੈਂਟ ਨਹੀਂ ਹੋ ਸਕਦਾ। ਉਹ ਕਿਹੜੀਆਂ ਚੀਜ਼ਾਂ ਜਿਹਦੇ ਵਾਸਤੇ ਨਹੀਂ ਹੋ ਸਕਦਾ? ਐਨੀ ਟ੍ਰਾਂਸਫਰ ਇਨਕਲੂਡਿੰਗ ਸੇਲ, ਲੀਜ਼ ਐਂਡ ਮੌਰਗੇਜ ਆਫ ਦਾ ਲੈਂਡ ਔਰ ਪ੍ਰੈਮਿਸਿਸ ਆਫ ਦਾ ਫਾਰਮਰ। ਕਿਸਾਨ ਦੀ ਜਾਇਦਾਦ ਦਾ ਲੈਣ ਦੇਣ, ਮੌਰਗੇਜ, ਲੀਜ਼, ਸੇਲ, ਇਹਦੇ ਬਾਰੇ ਕੋਈ ਐਗਰੀਮੈਂਟ ਇਸ ਐਕਟ ਥੱਲੇ ਨਹੀਂ ਹੋ ਸਕਦਾ। ਤੇ ਜਿਹੜਾ ਕੰਟਰੈਕਟ ਫਾਰਮਿੰਗ ਦੀ ਆਪਾਂ ਗੱਲ ਕਰ ਰਹੇ ਹਾਂ ਦਿਓਲ ਸਾਹਿਬ, ਕੰਟਰੈਕਟ ਫਾਰਮਿੰਗ ਦੇ ਵਿੱਚ ਕੀ ਇਉਂ ਨਹੀਂ ਹੋਏਗਾ ਕਿ ਠੀਕ ਹੈ ਭਾਅ ਦਾ ਆਪਾਂ ਰਾਜੀਨਾਮਾ ਕਰ ਲਿਆ, ਪਰ ਉਹਦੇ ਵਿੱਚ ਕੁਆਲਿਟੀ ਦਾ ਵੀ ਹੋਏਗਾ। ਜੇ ਕੁਆਲਿਟੀ ਨਹੀਂ ਉਸ ਲੈਵਲ ਦੀ ਆਏਗੀ ਜਾਂ ਜਿਹੜੀਆਂ ਪਾਰਟੀਜ਼ ਤੁਹਾਡੇ ਨਾਲ ਕੰਟਰੈਕਟ ਕਰਦੀਆਂ ਨੇ ਉਹ ਇੰਨੀ ਵਧੀਆ ਕੁਆਲਿਟੀ ਡਿਮਾਂਡ ਕਰਨਗੀਆਂ ਕਿ ਜਿਹੜਾ ਆਮ ਜ਼ਿਮੀਂਦਾਰ ਹੈਗਾ, ਜਿਹਦਾ ਆਪਾਂ ਜਿਹਨੂੰ ਕਹਿੰਦੇ ਕਿ ਸਿਰਫ 6% 86% ਲੋਕ ਐਸੇ ਨੇ ਜਿਨ੍ਹਾਂ ਕੋਲ ਲੈਸ ਦੈਨ 2 ਏਕੜ ਜ਼ਮੀਨ ਹੈਗੀ ਹੈ,
ਕੀ ਉਹ ਵੱਡੀਆਂ ਫਰਮਾਂ ਦੇ ਨਾਲ ਕੁਆਲਿਟੀ ਮੇਨਟੇਨ ਕਰਕੇ ਉਹ ਆਪਦਾ ਢਿੱਡ ਪਾਲ ਸਕੇਗਾ? ਦੇਖੋ ਜੀ, ਕੁਆਲਿਟੀ ਕੀ ਤੁਹਾਨੂੰ ਸ਼ੱਕ ਆ ਵੀ ਪੰਜਾਬ ਦਾ ਫਾਰਮਰ ਚੰਗੀ ਕੁਆਲਿਟੀ ਦੀ ਫਾਰਮਿੰਗ ਨਹੀਂ ਕਰ ਸਕਦਾ? ਇਹ ਤਾਂ ਮੈਨੂੰ ਬੜੀ ਹੈਰਾਨੀ ਦੀ ਗੱਲ ਹੈ ਜੇ ਤੁਸੀਂ ਇਹ ਸ਼ੱਕ ਕਰਦੇ ਹੋ। ਚਾਹੇ ਫਾਰਮਿੰਗ ਦੋ ਕਨਾਲਾਂ ਦੀ ਹੋਵੇ ਤਾਂ ਚਾਹੇ 4 ਕਨਾਲਾਂ ਦੇ ਵਿੱਚ ਗ੍ਰੀਨ ਹਾਊਸ ਲਾ ਕੇ ਕੁਕੰਬਰ ਹੀ ਪੈਦਾ ਕਰਨੇ ਹੋਣ, ਕੁਆਲਿਟੀ ਖੇਤੀ ਵਿੱਚ ਪੈਦਾ ਕੀਤੀ ਜਾ ਸਕਦੀ ਆ। ਔਰ ਕੁਆਲਿਟੀ ਤੋਂ ਬਿਨਾ ਕੋਈ ਚੀਜ਼ ਖਰੀਦੇਗਾ ਨਹੀਂ। ਤੁਸੀਂ ਕੰਜ਼ਿਊਮਰ ਗੁੱਡਸ ਵੀ ਪੈਦਾ ਕਰੋ, ਚਾਹੇ ਕਾਰਾਂ ਜਾਂ ਸਾਈਕਲ ਹੀ ਬਣਾਓ, ਉਹਦੇ ਵਿੱਚ ਕੁਆਲਿਟੀ ਪਿੱਛੇ ਲੋਕ ਜਾਂਦੇ ਆ। ਫਾਰਮਿੰਗ ਦੇ ਵਿੱਚ ਵੀ ਲੋਕ ਕੁਆਲਿਟੀ ਪਿੱਛੇ ਜਾਂਦੇ ਆ ਤੇ ਕੁਆਲਿਟੀ ਦੇ ਗਾਂ ਗ੍ਰੇਡਿੰਗ ਹੁੰਦੀ ਹੈ। ਜਿਹੜੀਆਂ ਚੰਗੀਆਂ ਵੱਡੀਆਂ ਸੁਪਰ ਮਾਰਕੀਟਾਂ ਉਹ ਵਧੀਆ ਗ੍ਰੇਡ ਦੇ ਐਪਲ ਵੇਚਣਗੀਆਂ, ਜਿਹੜਾ ਥੋੜਾ ਹਲਕੇ ਕਿਸਮ ਦਾ ਹੋਏਗਾ ਉਹ ਕਿਸੇ ਸਧਾਰਨ ਮਾਰਕੀਟ ਵਿੱਚ ਵਿਕੇਗਾ, ਉਹਦੀ ਪ੍ਰਾਈਸ ਘੱਟ ਹੋਏਗੀ, ਗ੍ਰੇਡਿੰਗ ਹੋਏਗੀ ਪਰ ਵਿਕੇਗੀ ਵੀ। ਪਰ ਵਿਕੇਗੀ ਗ੍ਰੇਡਿੰਗ ਦੀ ਕੀਮਤ ਕੁਆਲਿਟੀ ਦੇ ਮੁਤਾਬਕ ਵਿਕੇਗੀ। ਤੁਸੀਂ ਬਾਹਰ ਜਾਓ, ਅੰਗੂਰ ਤੁਹਾਨੂੰ $5 ਦੇ ਪਾਉਂਡ ਵੀ ਮਿਲਦੇ ਆ ਤੇ 99 ਸੈਂਟ ਦੇ ਪਾਉਂਡ ਵੀ ਮਿਲਦੇ, ਉਹਦੀ ਗ੍ਰੇਡਿੰਗ ਹੋਈ ਉਹ ਇਸ ਦੇਸ਼ ਵਿੱਚ ਹੈਗੇ ਆ। ਤੇ ਜਿਹੜਾ ਇਹ ਕੰਮ ਜੇ ਪੰਜਾਬ ਵਿੱਚ ਹੋਵੇ ਤੇ ਕਿਵੇਂ ਗਲਤ ਹੋ ਗਿਆ? ਸਰ, ਰਿਟੇਲ ਮਾਰਕੀਟ ਇੱਕ ਇਹੋ ਜਿਹਾ ਵਰਡ ਆ ਜਿਹਦੇ ਉੱਤੇ ਸਰਕਾਰ ਨੂੰ ਫੋਕਸ ਕਰਨ ਦੀ ਲੋੜ ਸੀ। ਇਹਦੇ ਵਿੱਚ ਰਿਟੇਲ ਮਾਰਕੀਟ ਦਾ ਕਿਤੇ ਵੀ ਜ਼ਿਕਰ ਜ਼ਿਆਦਾ ਨਹੀਂ ਮਿਲਦਾ। ਦੇਖੋ, ਰਿਟੇਲ ਮਾਰਕੀਟ ਸਰਕਾਰ ਨੇ ਨਹੀਂ ਕਰਨੀ। ਪਹਿਲੀ ਗੱਲ ਤੇ ਉਹਨਾਂ ਨੇ ਇਹ ਕਹਿ ਦਿੱਤਾ ਵੀ ਫਾਰਮਰ ਦੇ ਕੋਲ ਮਾਰਕੀਟ ਚੱਲ ਕੇ ਆ ਸਕਦੀ ਹੈ। ਜਿਹੜਾ ਬੰਦਾ ਖਰੀਦਦਾਰ ਆ ਉਹਨੂੰ ਚਾਹੇ ਤੁਸੀਂ ਕਾਰਪੋਰੇਸ਼ਨ ਕਹਿ ਦਿਓ, ਚੱਲ ਕੇ ਫਾਰਮਰ ਦੇ ਦਰਵਾਜ਼ੇ ਤੇ ਆ ਸਕਦਾ, ਉਹ ਫਾਰਮ ਦੇ ਗੇਟ ਤੋਂ ਆ ਕੇ ਚੀਜ਼ਾਂ ਚੱਕ ਸਕਦਾ। ਉਦੋਂ ਬਾਅਦ ਉਹਨੇ ਮਾਰਕੀਟਿੰਗ ਕਿਵੇਂ ਕਰਨੀ ਹੈ ਇਹ ਤਾਂ ਉਹਦੀ ਸਿਰਦਰਦੀ ਹੈ ਨਾ ਵੀ ਉਹਨੇ ਉਸ ਤੋਂ ਪੈਸੇ ਗਾਂ ਕਿਵੇਂ ਬਣਾਉਣੇ ਆ। ਪਰ ਹੁਣ ਇੱਕ ਗੱਲ ਇਉਂ ਆ ਜਾਂਦੀ, ਜਿਹੜਾ ਛੋਟਾ ਕਿਸਾਨ ਹੈਗਾ, ਜਿਵੇਂ ਇਸ ਦੇ ਨਾਲ ਇਸ ਐਕਟ ਦੇ ਮੁਤਾਬਕ ਉਹ ਕਿਸਾਨ, ਕੋਈ ਵੀ ਕਿਸਾਨ ਕਿਤੇ ਵੀ ਆਪਣੀ ਪ੍ਰੋਡਕਟ ਵੇਚ ਸਕਦਾ, ਐਨੀਵੇਅਰ ਇਨ ਇੰਡੀਆ ਹੋ ਸਕਦਾ, ਜੋ ਕਰਨਾਟਕਾ 'ਚ ਵੇਚ ਸਕਦਾ, ਪੰਜਾਬ ਦਾ ਸਕਦਾ। ਇਹਦੇ ਵਿੱਚ ਬਹੁਤ ਦੋ ਸਪਸ਼ਟ ਲਫ਼ਜ਼ ਲਿਖੇ ਹੋਏ ਆ। ਹਾਂਜੀ, ਇਹ ਜਿਹੜੇ 3 ਐਕਟ ਆ ਇਹ ਇੰਟਰਾ ਸਟੇਟ, ਕਿਸੇ ਸਟੇਟ ਦੇ ਵਿਦਨ, ਜਾਂ ਇੰਟਰ ਸਟੇਟ, ਇੱਕ ਸੂਬੇ ਤੋਂ ਦੂਜੇ ਸੂਬੇ ਦੇ ਵਿਚਕਾਰ ਟ੍ਰੇਡਿੰਗ ਨੂੰ ਫੈਸਿਲਿਟੇਟ ਕਰਨ ਵਾਸਤੇ ਆ। ਇਹ ਇੰਟਰਨੈਸ਼ਨਲ ਟ੍ਰੇਡ ਵਾਸਤੇ। ਓਕੇ, ਦੈਟਸ ਫਾਈਨ, ਠੀਕ ਹੈ ਜੀ। ਪਰ ਹੁਣ ਜੇ ਆਮ ਇੱਕ ਛੋਟਾ ਜ਼ਿਮੀਂਦਾਰ ਹੈਗਾ, ਉਹ ਤਾਂ ਆਪਦੇ ਜਿਹੜਾ ਮੇਨ ਏਰੀਆ ਉੱਥੋਂ ਅੱਗੇ ਹੀ ਨਹੀਂ ਵੇਚ ਸਕਦਾ, ਇਹ ਆਪਾਂ ਕਿਵੇਂ ਐਕਸਪੈਕਟ ਕਰ ਸਕਦੇ ਹਾਂ ਕਿ ਜੇ ਡਿਮਾਂਡ ਕਿਸੇ ਹੋਰ ਸੂਬੇ ਦੇ ਵਿੱਚ ਹੈਗਾ, ਜਿਹੜਾ 2 ਏਕੜ ਦੀ ਖੇਤੀ ਕਰ ਰਿਹਾ, ਉਹ ਕਿਸੇ ਹੋਰ ਸੂਬੇ ਵਿੱਚ ਜਾ ਕੇ ਆਪਦੀ ਪ੍ਰੋਡਕਟ ਕਿਵੇਂ ਵੇਚੇਗਾ? ਚਾਹੇ ਇਲੈਕਟ੍ਰੋਨਿਕਲੀ ਉਹ ਸੌਦਾ ਕਰ ਵੀ ਸਕਦਾ ਤੇ ਉਹਦੀ ਜਿਹੜੀ ਸਮਾਨ ਨੂੰ ਪਹੁੰਚਾਉਣ ਦਾ ਢੰਗ ਕਰਨਾ ਉਹ ਕਿਵੇਂ ਆਮ ਜ਼ਿਮੀਂਦਾਰ, ਜਿਹੜਾ ਛੋਟਾ ਜ਼ਿਮੀਂਦਾਰ ਆ, ਵੱਡੇ ਕਰ ਸਕਣਗੇ, ਛੋਟਾ ਜ਼ਿਮੀਂਦਾਰ ਕਿਵੇਂ ਕਰ ਸਕੇਗਾ? ਦੇਖੋ, ਪਹਿਲੀ ਗੱਲ ਤੇ ਇਹ ਆ ਵੀ ਇਹ ਲਾਗੂ ਹੋ ਜਾਣ ਤੋਂ ਬਾਅਦ, ਕਾਮਯਾਬ ਹੋ ਜਾਣ ਤੋਂ ਬਾਅਦ ਵੀ 100% ਦੀ ਚੀਜ਼ਾਂ ਜਿਹੜੀਆਂ ਉਹ ਇਲੈਕਟ੍ਰੋਨਿਕਲੀ ਨਹੀਂ ਵਿਕਣੀਆਂ। 100% ਦੀ ਚੀਜ਼ਾਂ ਜਿਹੜੀਆਂ ਉਹ ਇੱਕ ਥਾਂ ਤੋਂ ਦੂਜੇ ਥਾਂ ਜਾ ਕੇ ਦੂਜੇ ਸੂਬਿਆਂ 'ਚ ਨਹੀਂ ਵਿਕਣੀਆਂ। ਵਪਾਰ ਦਾ ਅਗਰ ਐਗਰੀਕਲਚਰ ਵਪਾਰ ਦਾ 15-20% ਵੀ ਇਧਰਲੇ ਪਾਸੇ ਨੂੰ ਚੱਲਿਆ ਜਾਵੇ ਤੇ ਉਹ ਬਹੁਤ ਜ਼ਿਆਦਾ ਆ। ਲੋਕਲ ਮਾਰਕੀਟ ਇੱਦਾਂ ਹੀ ਚੱਲਣੀ ਆ, ਲੋਕਲ ਜਿਹੜੀਆਂ ਮੰਡੀਆਂ ਉਹ ਇਸੇ ਤਰ੍ਹਾਂ ਹੀ ਚੱਲਣੀਆਂ। ਛੋਟਾ ਜਿਹੜਾ ਕਿਸਾਨ ਆ ਉਹ ਲੋਕਲ ਪੱਧਰ ਦੇ ਉੱਤੇ ਇਸੇ ਤਰ੍ਹਾਂ ਹੀ ਚੀਜ਼ਾਂ ਵੇਚੇਗਾ। ਜਿੱਦਾਂ ਇੱਥੇ ਫਾਰਮਰਸ ਮਾਰਕੀਟ ਲੱਗਦੀਆਂ, ਉੱਥੇ ਵੀ ਫਾਰਮਰਸ ਮਾਰਕੀਟ ਲੱਗਣੀਆਂ ਤਕਰੀਬਨ ਸ਼ੁਰੂ ਹੋ ਗਈਆਂ, ਉਹ ਵੀ ਚੱਲਣਗੀਆਂ। ਇਹ ਹੋਲਸੇਲ ਵਿੱਚ ਵੱਡੀ ਪੱਧਰ ਦੇ ਉੱਤੇ ਖਰੀਦਣ ਵਾਸਤੇ ਫੈਸਿਲਿਟੇਸ਼ਨ ਦੇਣ ਵਾਸਤੇ ਆ, ਪਰ ਉਹਦਾ ਮਤਲਬ ਇਹ ਨਹੀਂ ਹੈ ਕਿ ਕੋਈ ਵੱਡੀ ਕਾਰਪੋਰੇਸ਼ਨ 1-1 ਏਕੜ ਦੇ ਬੰਦੇ ਨਾਲ ਕੰਟਰੈਕਟ ਨਹੀਂ ਕਰ ਸਕਦੀ। ਉਹਦੇ ਨਾਲ ਵੀ ਕਰ ਸਕਦੀ ਹੈ ਜੇ ਉਹਨਾਂ ਨੂੰ ਲੋੜ ਹੋਵੇ ਤਾਂ। ਤੇ ਇੱਕ ਗੱਲ ਹੋਰ, ਹਾਂਜੀ, ਇੱਕ ਦਿਓ ਸਾਹਿਬ, ਇੱਕ ਗੱਲ ਹੋਰ ਹੈ ਜਿਹੜੀ ਕਿ ਆਮ ਕਹੀ ਜਾ ਰਹੀ ਹੈ, ਪਾਰਟੀਆਂ ਇਹ ਕਹਿ ਰਹੀਆਂ ਨੇ ਕਿ ਜਿਹੜੀ ਮੰਡੀ ਹੈਗੀ ਹੈ, ਜਿਹੜੀ ਜੇ ਪ੍ਰੋਡਕਟ ਮੰਡੀ ਦੇ ਵਿੱਚ ਵਿਕਣੀਆਂ ਜਾਂ ਮੰਡੀ ਤੋਂ ਬਾਹਰ ਵਿਕਣੀਆਂ, ਨਵੇਂ ਐਕਟ ਦੇ ਮੁਤਾਬਕ ਜਿਹੜੇ ਸਭ ਪਾਰਟੀਆਂ ਐਕਸਪਲੇਨ ਕਰ ਰਹੀਆਂ ਨੇ, ਜਿਹੜੀ ਬਾਹਰ ਮੰਡੀ ਤੋਂ ਵਿਕਣੀ ਹੈ ਉਹ 6% ਜਿਹੜਾ ਟੈਕਸ ਹੈਗਾ ਮੰਡੀ ਦੇ ਵਿੱਚ ਲੱਗਦਾ, ਉਹ ਨਹੀਂ ਲੱਗੇਗਾ। ਸੋ ਉਹਦੇ ਨਾਲ ਜਿਹੜਾ ਨੈਚੁਰਲੀ ਆ ਫਾਰਮਰ ਹੈ, ਮੰਡੀ ਤੋਂ ਬਾਹਰ ਜਾ ਕੇ ਸਮਾਨ ਵੇਚੇਗਾ। ਅਖੀਰ ਜਿਹੜੀਆਂ ਹੁਣ ਮੰਡੀਕਰਨ ਬੋਰਡ ਹੈਗਾ, ਜੋ ਕੁਝ ਵੀ ਹੈਗਾ, ਅਖੀਰ ਅਕੋਰਡਿੰਗ ਟੂ ਜਿਹੜੀਆਂ ਸਾਰੀਆਂ ਆਪੋਜੀਸ਼ਨ ਪਾਰਟੀਆਂ ਨੇ ਉਹ ਕਹਿ ਰਹੀਆਂ ਨੇ ਕਿ ਉਹ ਮੰਡੀਕਰਨ ਮੰਡੀਆਂ ਉੱਡ ਜਾਣਗੀਆਂ। ਜਿਹੜਾ ਆਮ, ਅੱਛਾ ਇਹ ਵੀ ਦੇਖੋ, ਇੱਕ ਫਾਰਮਰ ਵੀ ਤੇ ਆੜਤੀਆ ਵੀ ਦੋਨੇ ਇੱਕ ਪਾਸੇ ਹੋ ਕੇ ਇਹਦੇ ਅਗੇਂਸਟ ਹੋਏ ਨੇ। ਇਹਦੇ ਬਾਰੇ ਤੁਸੀਂ ਕੀ ਕਹੋਗੇ? ਬਿਲਕੁਲ ਜੀ, ਉਹਨਾਂ ਦੇ ਮਨ ਵਿੱਚ ਇੱਕ ਫਾਲਸ ਫੀਅਰ ਆ ਕਿ 100% ਜਿਹੜਾ ਵਪਾਰ ਆ ਉਹ ਮੰਡੀਆਂ ਵਿੱਚੋਂ ਨਿਕਲ ਕੇ ਕਿਤੇ ਹੋਰ ਚਲ ਜਾਏਗਾ। ਬਿਲਕੁਲ ਨਹੀਂ ਹੋਏਗਾ। ਪੰਜਾਬ ਦੇ ਵਿੱਚ ਕੰਟਰੈਕਟ ਫਾਰਮਿੰਗ ਐਕਟ 2013 ਵਿੱਚ ਬਣਿਆ ਸੀ, 1% ਵੀ ਕਾਮਯਾਬ ਨਹੀਂ ਹੋਇਆ। 1% ਵੀ ਕਾਮਯਾਬ ਨਹੀਂ ਹਾਲੇ ਤੱਕ ਹੋਇਆ, ਕਿਉਂਕਿ ਨਾ ਕਿਸਾਨ ਨੂੰ ਉਹਦੇ ਵਿੱਚ ਕੌਨਫੀਡੈਂਸ ਆ ਤੇ ਨਾ ਵਪਾਰੀ ਨੂੰ ਉਹਦੇ ਵਿੱਚ ਕੌਨਫੀਡੈਂਸ ਆ। ਉਹ ਜਿਹੜਾ ਐਕਟ ਆ ਰਿਡੰਡੈਂਟ ਪਿਆ, ਥੋੜੇ ਜਿਹਾ ਕੰਟਰੈਕਟ ਹੋ ਕੇ ਉਹ 'ਚ ਚੱਲੇ ਆ, ਕੋਈ ਆਇਆ ਨਹੀਂ। ਤੇ ਇਹ ਸੋਚਣਾ ਵੀ ਆ ਜਿਹੜਾ ਮੋਦੀ ਵਾਲਾ ਐਕਟ ਆ ਇਹ ਰਾਤੋਂ ਰਾਤ ਮੰਡੀਆਂ ਨੂੰ ਵੀ ਖਤਮ ਕਰ ਦੇਗਾ, ਇਹ ਬਿਲਕੁਲ ਐਵੇਂ ਹੀ ਸੁਪਨੇ ਲੈਣ ਵਾਲੀ ਤੇ ਫੀਅਰ ਫੈਕਟਰ ਵਾਲੀ ਗੱਲ ਆ। ਅਗਰ ਕਿਤੇ ਅਗਲੇ 10-20 ਸਾਲਾਂ ਵਿੱਚ 10%
ਜਿਹੜੀ ਖੇਤੀ ਦਾ ਸੈਕਟਰ ਆ ਉਹ ਵੀ ਡਾਇਰੈਕਟ ਕੰਟਰੈਕਟ ਫਾਰਮਿੰਗ ਦੇ ਚਲੇ ਜਾਵੇ ਤੇ ਇਹ ਬਹੁਤ ਵੱਡੀ ਅਚੀਵਮੈਂਟ ਹੋਏਗੀ, ਕਿਉਂਕਿ ਜਿੰਨਾ ਚਿਰ ਕਿਸਾਨ ਤੇ ਵਪਾਰੀ ਦੇ ਵਿੱਚ ਕੌਨਫੀਡੈਂਸ ਨਹੀਂ ਹੈ ਡਾਇਰੈਕਟ ਟ੍ਰੇਡਿੰਗ ਦਾ, ਕੰਟਰੈਕਟ ਫਾਰਮਿੰਗ ਦਾ, ਉਹਨਾਂ ਚਿਰ ਇੱਧਰਲੇ ਪਾਸੇ ਨੂੰ ਗੱਲ ਨਹੀਂ ਜਾਏਗੀ। ਔਰ ਜਿੰਨਾ ਚਿਰ ਇੱਧਰ ਨੂੰ ਗੱਲ ਨਹੀਂ ਜਾਏਗੀ ਉਹਨਾਂ ਚਿਰ ਖੇਤੀ ਸੈਕਟਰ ਦੇ ਵਿੱਚ ਇੰਪਰੂਵਮੈਂਟ ਨਹੀਂ ਹੋਏਗੀ, ਇਨਵੈਸਟਮੈਂਟ ਨਹੀਂ ਆਏਗੀ। ਬਹੁਤ ਵੱਡੀ ਜਿਹੜੀ ਘਾਟ ਆ ਖੇਤੀ ਸੈਕਟਰ ਦੇ ਵਿੱਚ ਉਹ ਟਰਾਂਸਪੋਰਟੇਸ਼ਨ, ਸਟੋਰੇਜ, ਸੋਰਟਿੰਗ, ਪੈਕਿੰਗ ਤੇ ਮਾਰਕੀਟਿੰਗ ਦੇ ਵਿੱਚ ਆ। ਇੰਡੀਆ ਦੇ ਵਿੱਚ ਯੂਨਾਈਟਿਡ ਨੇਸ਼ਨਸ ਦੀ ਇੱਕ ਰਿਪੋਰਟ ਆ ਕਿ ਇੰਡੀਆ ਦੇ ਵਿੱਚ ਹਰ ਸਾਲ 14 ਬਿਲੀਅਨ ਅਮਰੀਕਨ ਡਾਲਰ ਦੇ ਬਰਾਬਰ ਦਾ ਪ੍ਰੋਡਿਊਸ ਜਿਹੜਾ ਆਪਾਂ ਸਬਜ਼ੀਆਂ ਤੇ ਫਲ ਕਹਿੰਦੇ ਆ ਉਹ ਮਾਰਕੀਟ ਦੇ ਉਹ ਕੰਜ਼ਿਊਮਰ ਤੱਕ ਪਹੁੰਚਣ ਤੋਂ ਪਹਿਲਾਂ ਖਰਾਬ ਹੋ ਜਾਂਦਾ। ਪਰ ਇੱਕ ਗੱਲ ਹੋਰ ਆਉਂਦੀ ਹੈ ਦਿਓਲ ਸਾਹਿਬ, ਜਿਵੇਂ ਤੁਸੀਂ ਗੱਲ ਕਹੀ ਵੀ 2013 ਦੇ ਵਿੱਚ ਅਕਾਲੀਆਂ ਨੇ ਇਹ ਕਾਨੂੰਨ ਬਣਾਇਆ ਸੀਗਾ, ਉਹਦੇ ਤਕਰੀਬਨ ਉਹਦੇ ਵਰਗਾ ਹੋਈ ਸੈਂਟਰ ਸਰਕਾਰ ਨੇ ਬਣਾਇਆ ਇਸ ਵੇਲੇ ਕੁਝ ਫਰਕ ਦੇ ਨਾਲ। ਜੇ ਉਦੋਂ ਉਹ ਕਾਮਯਾਬ ਨਹੀਂ ਹੋਇਆ ਤੇ ਹੁਣ ਸਰਕਾਰ ਕੀ ਸੋਚ ਰਹੀ ਹੈ ਵੀ ਇਸ ਵੇਲੇ ਐਸੀ ਕਿਹੜੀ ਜ਼ਰੂਰਤ ਪੈ ਗਈ ਸੀ ਕਿ ਹੁਣ ਇਹ ਕਾਨੂੰਨ ਬਣਾਉਣ ਦੀ ਲੋੜ ਪਈ ਹੈ, ਜਦ ਉਹਨਾਂ ਨੂੰ ਪਤਾ ਕਿ ਉਸ ਬੇਸ ਦੇ ਉੱਤੇ ਜਿਹੜਾ ਕਿ ਅਕਾਲੀਆਂ ਨੇ ਕਾਨੂੰਨ ਬਣਾਇਆ ਸੀ ਜਿਹਦਾ ਵਰਲਡ WTO ਦੇ ਵਿੱਚ ਵੀ ਇਹਦਾ ਜ਼ਿਕਰ ਕੀਤਾ ਗਿਆ, ਤੇ ਹੁਣ ਐਸੀ ਕਿਹੜੀ ਗੱਲ ਹੋ ਗਈ ਸੀ? ਸਰਕਾਰ ਕੀ ਸੋਚਦੀ ਹੈ ਕਿ ਇਹ ਬਿੱਲ ਕਾਮਯਾਬ ਹੋਏਗਾ ਤੇ ਇਹ ਜਿਹੜਾ ਕਿਸਾਨ ਵਾਸਤੇ ਵਧੀਆ ਹੋਏਗਾ? ਇੱਕ ਤਾਂ ਜੀ ਜਿਹੜਾ ਪੰਜਾਬ ਦਾ ਸੀਗਾ ਉਹ ਸਿਰਫ ਇੱਕ ਸਟੇਟ ਤੱਕ ਸੀਮਤ ਸੀਗਾ ਜੀ ਹਾਂ, 2013 ਵਾਲਾ। ਹਾਂਜੀ, ਸਵਰਗੀ ਅਰੁਣ ਜੇਤਲੀ ਜਿਹੜੇ ਵਿੱਤ ਮੰਤਰੀ ਸੀ ਉਹਨੇ 2017 ਵਿੱਚ ਪਾਰਲੀਮੈਂਟ ਵਿੱਚ ਖੜ ਕੇ ਕਿਹਾ ਸੀ ਕਿ ਜਿਹੜਾ ਪੰਜਾਬ ਨੇ ਐਕਟ ਬਣਾਇਆ ਬਾਕੀ ਸੂਬਿਆਂ ਨੂੰ ਇਹਨੂੰ ਮਾਡਲ ਦੇ ਤੌਰ ਤੇ ਅਪਣਾਉਣਾ ਚਾਹੀਦਾ ਤੇ ਇਸ ਪਾਸੇ ਵਧਣਾ ਚਾਹੀਦਾ। ਕੰਟਰੈਕਟ ਫਾਰਮਿੰਗ ਤੋਂ ਬਿਨਾਂ ਸਾਡੇ ਖੇਤੀ ਸੈਕਟਰ ਵਿੱਚ ਇਨਵੈਸਟਮੈਂਟ ਨਹੀਂ ਆਏਗੀ, ਇਨਵੈਸਟਮੈਂਟ ਨਹੀਂ ਆਏਗੀ ਤੇ ਫੂਡ ਬੇਸਡ ਹੁੰਦਾ ਰਹੇਗਾ। ਫਿਰ ਜਦੋਂ ਇਹ ਤੋਂ ਬਾਅਦ ਇਹਦੇ ਵਿੱਚ ਵਿਚਾਲੇ ਵੱਖ-ਵੱਖ ਸਟੇਟਾਂ ਦੇ ਅੱਧੀ ਦਰਜਨ ਅਮੈਂਡਮੈਂਟ ਤੇ ਹੋਰ ਐਕਟ ਆਏ, ਕੇਂਦਰ ਵਿੱਚ ਵੀ ਐਕਟ ਆਏ, ਪਰ ਉਹ ਪੂਰਾ ਨਹੀਂ ਕਰ ਸਕੇ। ਹੁਣ ਮੋਦੀ ਸਰਕਾਰ ਨੇ ਜਿਹੜਾ ਬਣਾਇਆ ਇਹਦੇ ਵਿੱਚ ਕੁਝ ਫਾਈਨ ਟਿਊਨਿੰਗ ਕਰਕੇ ਉਹਨੂੰ ਭਾਰਤ ਪੱਧਰ ਦਾ ਕੀਤਾ ਗਿਆ ਤਾਂ ਕਿ ਜਿਹੜੀ ਟ੍ਰੇਡਿੰਗ ਆ ਉਹ ਇੰਟਰਾ ਸਟੇਟ ਦੀ ਬਜਾਏ ਇੰਟਰ ਸਟੇਟ ਤੱਕ ਵੀ ਚਲੀ ਜਾਵੇ, ਸਟੇਟਾਂ ਦੇ ਵਿਚਾਲੇ ਵੀ ਹੋ ਜਾਵੇ। ਜੀ ਜਿਵੇਂ ਤੁਸੀਂ ਸਰ ਗੱਲ ਕੀਤੀ ਆ, ਸਰਕਾਰ ਦੀ ਗੱਲ ਕੀਤੀ ਆ, ਸਰਕਾਰ ਪਹਿਲੀ ਗੱਲ ਆ ਰਾਤੋਂ ਰਾਤ ਇਹ ਬਿੱਲ ਨੂੰ ਪਾਸ ਕਰ ਦਿੰਦੀ ਆ, ਕੋਈ ਇਹਦੇ ਉੱਤੇ ਬਹਿਸ ਨਹੀਂ ਹੁੰਦੀ, ਕੋਈ ਕੁਝ ਨਹੀਂ ਹੁੰਦਾ। ਜੇ ਸਰਕਾਰ ਇੰਨੀ ਕੰਸਰਨ ਸੀ ਇਹਨੂੰ ਪਹਿਲਾਂ ਤਿੰਨੋਂ ਸੈਸ਼ਨਸ ਦੇ ਵਿੱਚ ਡਿਸਕਸ ਕੀਤਾ ਜਾਂਦਾ, ਰਾਤੋਂ ਰਾਤ ਹੀ ਰਾਸ਼ਟਰਪਤੀ ਸਾਹਿਬ ਵੀ ਇਹਦੇ ਉੱਤੇ ਹਸਤਾਖਰ ਕਰ ਦਿੰਦੇ ਨੇ, ਉਹ ਵੀ ਕਹਿ ਸਕਦੇ ਸੀ ਵੀ ਇਹਦੇ ਤੇ ਮੁੜ ਵਿਚਾਰ ਕੀਤਾ ਜਾ ਸਕਦਾ। ਕਿਸਾਨਾਂ ਨੂੰ ਜੇ ਨਾਲ ਲੈ ਕੇ ਤੁਰਦੇ ਜ਼ਿਆਦਾ ਬੈਟਰ ਨਹੀਂ ਹੁੰਦਾ ਕਿ ਉਹਨਾਂ ਨੂੰ ਸਮਝਾਇਆ ਜਾਂਦਾ ਕਿ ਇਹਦੇ ਵਿੱਚ ਤੁਹਾਡੇ ਲਈ ਜ਼ਿਆਦਾ ਫਾਇਦੇ ਨੇ? ਇਹ ਤੁਹਾਡੇ ਸਵਾਲ ਦੇ ਵਿੱਚ ਐਵੇਂ ਮਾਮੂਲੀ ਜਿਹਾ 20-25% ਦੀ ਸੱਚ ਹੈ, ਇਸ ਤੋਂ ਵੱਧ ਨਹੀਂ ਹੈ, ਕਿਉਂਕਿ ਕੰਟਰੈਕਟ ਫਾਰਮਿੰਗ ਪਿਛਲੇ ਇੱਕ ਦਹਾਕੇ ਤੋਂ ਇੰਡੀਆ ਵਿੱਚ ਡਿਸਕਸ ਹੋ ਰਹੀ ਆ। ਸੂਬਾਈ ਜਿਹੜੇ ਲੈਜਿਸਲੇਚਰ ਆ ਉਹਨਾਂ ਵਿੱਚ ਵੀ ਤੇ ਕੇਂਦਰ ਵਿੱਚ ਵੀ। ਕੇਂਦਰ ਵਿੱਚ 2017 ਵਿੱਚ ਇੱਕ ਕਾਨੂੰਨ ਬਣਿਆ, 2018 ਵਿੱਚ ਇੱਕ ਕਾਨੂੰਨ ਬਣਿਆ, ਫਿਰ ਇਹ 2020 ਆਇਆ, ਫਿਰ ਇੱਕ ਪਾਰਲੀਮੈਂਟ ਦੀ ਸਟੈਂਡਿੰਗ ਕਮੇਟੀ ਔਨ ਐਗਰੀਕਲਚਰ ਆ ਜਿਹਦੇ 31 ਮੈਂਬਰ ਆ, ਉਹਦੇ ਵਿੱਚ ਪ੍ਰੈਜ਼ੀਡੈਂਟ ਕਮੇਟੀ ਵਿੱਚ 2 ਮੈਂਬਰ ਪੰਜਾਬ ਦੇ ਆ। ਇੰਡੀਆ ਪੱਧਰ ਤੋਂ 31 MP ਰਾਜ ਸਭਾ ਤੇ ਲੋਕ ਸਭਾ ਦੇ ਮੈਂਬਰ, ਪੰਜਾਬ ਦੇ ਵਿੱਚ 2 ਆ ਇਸ ਕਮੇਟੀ ਜਿਹੜੀ 2019 ਤੇ 20 ਦੀ ਆ। ਉਹਦੇ ਵਿੱਚ ਵੀ ਇਹ ਲਗਾਤਾਰ ਡਿਸਕਸ ਹੁੰਦੇ, ਲਗਾਤਾਰ ਉਸ ਕਮੇਟੀ ਦੀਆਂ ਰਿਪੋਰਟਾਂ ਪਿਛਲੇ ਕਈ ਸਾਲਾਂ ਤੋਂ ਰਾਜ ਸਭਾ ਤੇ ਲੋਕ ਸਭਾ ਵਿੱਚ ਡਿਸਕਸ ਹੁੰਦੀਆਂ, ਜਿਹਦੇ ਵਿੱਚ ਮਾਰਕੀਟਿੰਗ ਆ। ਮਾਰਕੀਟ ਕਮੇਟੀ ਜਿਹੜੀ ਆ ਇਹਦੇ ਬਾਰੇ ਵੀ ਡਿਸਕਸ ਹੁੰਦਾ। ਜਿਹੜੀ ਲੇਟੈਸਟ ਉਹਨਾਂ ਦੀ ਰਿਪੋਰਟ ਦਸੰਬਰ 2019 ਦੀ ਸੀ, ਉਹ 'ਚ ਇਹ ਕਿਹਾ ਗਿਆ ਸੀ ਵੀ ਮੰਡੀਕਰਨ ਬੋਰਡ ਜਿਹੜੇ ਆ ਇਹ ਸਿਆਸਤ ਤੇ ਕਰਪਸ਼ਨ ਦਾ ਸ਼ਿਕਾਰ ਹੋ ਗਿਆ ਹੈ। ਇਹਨਾਂ ਦੇ ਸਿਆਸਤ ਤੇ ਕਰਪਸ਼ਨ ਵੱਧ ਗਈ ਆ। ਵੱਡਾ ਵਪਾਰੀ ਜਿਹੜਾ ਉਹ ਰਲ ਗਿਆ ਹੈ ਅੰਦਰ ਤੇ ਕਿਸਾਨ ਨੂੰ ਉਹਦੀ ਫਸਲ ਦਾ ਪੂਰਾ ਮੁੱਲ ਨਹੀਂ ਮਿਲਦਾ। ਮੰਡੀਕਰਨ ਬੋਰਡਾਂ ਦੇ ਵਿੱਚ ਬਹੁਤ ਵੱਡੀ ਗਿਰਾਵਟ ਆ ਚੁੱਕੀ ਹੈ। ਉਸ ਸੰਸਦੀ ਕਮੇਟੀ ਦੀ ਰਿਪੋਰਟ ਵਿੱਚ 9 ਦਸੰਬਰ 2019 ਨੂੰ ਕਿਹਾ ਗਿਆ। ਉਹ ਪਾਰਲੀਮੈਂਟ ਦੇ ਦੋਵਾਂ ਹਾਊਸਾਂ ਵਿੱਚ ਡਿਸਕਸ ਹੋਈ। ਜਦੋਂ ਕਰੋਨਾ ਆ ਗਿਆ, ਸਰਕਾਰ ਨੇ ਜੂਨ 5 ਨੂੰ ਐਕਟ ਪੇਸ਼ ਨਹੀਂ ਕਰ ਸਕੀ ਕਿਉਂਕਿ ਪਾਰਲੀਮੈਂਟ ਦੀਆਂ ਸੈਟਿੰਗਸ ਦੁਨੀਆ ਭਰ ਵਿੱਚ ਨਹੀਂ ਹੋਈਆਂ। ਸਾਡੇ ਇੱਥੇ ਕੈਨੇਡਾ ਵਿੱਚ ਵੀ ਵਰਚੁਅਲ ਪਾਰਲੀਮੈਂਟ 30-35 MP ਬੜਾ ਮਸਾਂ 2-4 ਵਾਰ ਬੈਠੇ। ਸਰਕਾਰ ਨੇ ਆਰਡੀਨੈਂਸ ਦਾ ਰਸਤਾ ਵਰਤ ਲਿਆ। ਆਰਡੀਨੈਂਸ ਤੋਂ ਬਾਅਦ ਸਰਕਾਰ ਨੇ ਬਿੱਲ ਪੇਸ਼ ਕਰਤਾ। ਬਿੱਲ ਪੇਸ਼ ਕਰਨ ਤੋਂ ਬਾਅਦ ਜੇ ਪੂਰੀ ਬਹਿਸ ਨਹੀਂ ਹੋਈ, ਉਹਦੇ ਨਾਲ ਮੈਂ ਐਗਰੀ ਹਾਂ ਵੀ ਸ਼ਾਇਦ ਬਿੱਲ ਪੇਸ਼ ਕਰਨ ਤੋਂ ਬਾਅਦ ਥੋੜਾ ਜ਼ਿਆਦਾ ਸਮਾਂ ਦਿੱਤਾ ਜਾਂਦਾ ਬਹਿਸ ਨੂੰ। ਪਰ ਜੇ ਕਹੀਏ ਜੀ ਕਾਹਲੀ ਦੇ ਵਿੱਚ ਕਰਤੇ ਆਰਡੀਨੈਂਸ ਪੇਸ਼, ਇਹ ਕਾਹਲੀ ਕੂਲੀ ਕੋਈ ਨਹੀਂ ਹੋਈ। ਮਨਮੋਹਨ ਸਿੰਘ ਸਰਕਾਰ ਨੇ 2010 ਦੇ ਵਿੱਚ ਡਿਸਕਸ ਕਰਨਾ ਸ਼ੁਰੂ ਕੀਤਾ ਸੀ ਔਰ ਕਾਂਗਰਸ ਨੇ 2019 ਦਾ ਜਿਹੜਾ ਕਾਂਗਰਸ ਦਾ ਮੈਨੀਫੈਸਟੋ ਸੀ ਚੋਣ ਦਾ, ਉਹਦੇ ਵਿੱਚ ਸ਼ਾਮਲ ਸੀ
ਇਹ ਜਿਹੜੀ ਕੰਟਰੈਕਟ ਫਾਰਮਿੰਗ ਤੇ ਇੰਪਰੂਵਮੈਂਟ ਇਨ ਫਾਰਮ ਪ੍ਰੋਡਿਊਸ ਮਾਰਕੀਟਿੰਗ ਦੇ ਵਿੱਚ ਆ, ਉਹਨਾਂ ਨੇ ਆਪਣੇ ਮੈਨੀਫੈਸਟੋ 'ਚ ਲਿਖਿਆ ਸੀ ਕਿ ਅਸੀਂ ਜੇ ਇੱਕ ਤਾਕਤ ਵਿੱਚ ਆਉਂਦੇ ਹਾਂ ਤਾਂ ਅਸੀਂ ਇਹ ਰਿਫਾਰਮ ਕਰਾਂਗੇ। ਸੋ ਇਹ ਡਿਸਕਸ਼ਨ ਬਹੁਤ ਦੇਰ ਦੀ ਹੋ ਰਹੀ ਹੈ। ਅਗਰ ਤੁਸੀਂ ਕਹੋ ਕਿ ਸੈਪਟੈਂਬਰ ਦੇ ਵਿੱਚ ਉਹ ਬਿੱਲ ਪੇਸ਼ ਕੀਤੇ ਆ, ਉਹਨਾਂ ਤੇ ਬਹਿਸ ਜਿਹੜੀ ਸ਼ਾਰਟ ਹੋਈ ਆ, ਉਹਨੂੰ ਮੈਂ ਮੰਨਣ ਨੂੰ ਤਿਆਰ ਹਾਂ। ਅਗਰ ਤੁਸੀਂ ਕਹੋ ਜੀ ਉਹ ਕਾਹਲੀ ਵਿੱਚ ਹੀ ਸਾਰਾ ਕੁਝ ਹੋਇਆ, ਇੱਕ ਦਹਾਕਾ ਕੋਈ ਕਾਹਲੀ ਨਹੀਂ ਹੁੰਦੀ, ਇੱਕ ਦਹਾਕਾ ਬਹੁਤ ਲੰਬਾ ਟਾਈਮ ਆ। ਦਿਓ ਸਾਹਿਬ, ਇੱਕ ਗੱਲ ਹੋਰ ਤੁਸੀਂ ਗੱਲ ਕੀਤੀ ਹੈ ਕਿ ਮਾਰਕੀਟ ਕਮੇਟੀਜ਼ ਦੇ ਵਿੱਚ ਕਰਪਸ਼ਨ ਸੀਗੀ, ਉਹਨੂੰ ਕਰਪਸ਼ਨ ਨੂੰ ਕਿਉਂ ਨਹੀਂ ਸੁਧਾਰਿਆ ਗਿਆ? ਇੰਸਟੈਡ ਕਿ ਇੱਕ ਹੋਰ ਇੰਨਾ ਵੱਡਾ ਬਿੱਲ ਲੈ ਕੇ ਆਂਦਾ ਜਿਹਦੇ 'ਚ ਸਾਰਾ ਬਣਿਆ ਬਣਾਇਆ ਢਾਂਚਾ ਜਿਹੜੇ ਹਿਸਾਬ 'ਚ ਹੁਣ ਰੌਲਾ ਪਿਆ ਹੋਇਆ, ਕੋਈ ਸਮਝਦਾ ਬਿਲਕੁਲ ਉਹਨਾਂ ਦੇ ਅਗੇਂਸਟ ਹੈ, ਸਰਕਾਰ ਕਹਿੰਦੀ ਹੈ ਇਹ ਬਿਲਕੁਲ ਕਿਸਾਨਾਂ ਦੇ ਹੱਕ ਵਿੱਚ ਹੈ। ਇੰਨਾ ਜਿਹੜਾ ਰੌਲਾ ਪਿਆ ਕਿਉਂ ਨਹੀਂ ਪਹਿਲਾਂ ਜਿਹੜਾ ਮੰਡੀਕਰਨ ਬੋਰਡ ਆ ਜਿਹਦੇ ਵਿੱਚ ਕਹਿੰਦੇ ਆੜ੍ਹਤੀਏ ਰਲ ਜਾਂਦੇ ਸੀਗੇ, ਰਲ ਕੇ ਇੱਕ ਪ੍ਰਾਈਸ ਤੋਂ ਉੱਪਰ ਜਾਂਦੇ ਨਹੀਂ ਸੀ ਹੁੰਦੇ, ਕਿਉਂ ਨਹੀਂ ਅਜਿਹੀਆਂ ਗੱਲਾਂ ਨੂੰ ਸੁਧਾਰਿਆ ਜਾਂਦਾ? ਇਹਦੇ ਉੱਤੇ ਕੋਈ ਕਾਨੂੰਨ ਬਣਾਇਆ ਇੰਸਟੈਡ ਆਫ ਸਾਰੇ ਕੰਟਰੀ ਵਾਸਤੇ ਇੱਕ ਐਸਾ ਕਾਨੂੰਨ ਬਣਾ ਦਿੱਤਾ ਗਿਆ ਜਿਹੜਾ ਕਿ ਹੁਣ 6% ਜਿਹੜਾ ਏਰੀਆ ਉਹਦੇ ਤੇ ਬਹੁਤਾ ਲਾਗੂ ਹੋ ਰਿਹਾ, ਬਾਕੀ ਥਾਵਾਂ ਦੇ ਉੱਤੇ ਜਾਂ ਚੱਲ ਰਿਹਾ ਜਾਂ ਨਹੀਂ ਚੱਲ ਰਿਹਾ। ਬਿਹਾਰ ਦੇ ਵਿੱਚ ਫੋਰ ਐਗਜ਼ਾਮਪਲ ਇਸ ਵੇਲੇ ਦੀ ਗੱਲ ਹੈਗੀ ਆ, ਕਹਿੰਦੇ ਜਿਹੜੀ ਮੱਕੀ ਹੈਗੀ ਆ ਰੇਟ 1600-1700 ਰੁਪਏ ਹੈਗਾ, ਤਾਂ ਕਈ ਆਮ ਕਿਸਾਨ ਨੂੰ 700-800 ਤੇ ਉਹ ਵੇਚੀ ਜਾ ਰਿਹਾ। ਇਹ ਕਾਰਨ ਕੀ ਹੋ ਸਕਦਾ? ਦੇਖੋ, ਆਪਾਂ ਨਾ ਕਈ ਚੀਜ਼ਾਂ ਨੂੰ ਇੱਕੋ ਥਾਂ ਪਾ ਕੇ ਕਨਫਿਊਜ਼ ਕਰ ਰਹੇ ਹਾਂ। ਵਿੱਚੇ ਤਾਂ ਤੁਸੀਂ ਮਿਨੀਮਮ ਸਪੋਰਟ ਪ੍ਰਾਈਸ ਦੀ ਮੱਕੀ ਦੇ ਮਾਮਲੇ ਤੁਸੀਂ ਮਿਨੀਮਮ ਸਪੋਰਟ ਪ੍ਰਾਈਸ ਦੀ ਗੱਲ ਕਰਦੇ ਹੋ। ਹਾਂਜੀ, ਵਿੱਚੇ ਆਪਾਂ ਮੰਡੀਕਰਨ ਬੋਰਡ ਦੀ ਗੱਲ ਕਰਦੇ ਹਾਂ, ਵਿੱਚੇ ਆਪਾਂ ਇਹ ਐਕਟ ਦੀ ਗੱਲ ਕਰਦੇ ਹਾਂ ਵੀ ਇਹਨਾਂ ਦੇ ਵਿੱਚ ਕਿਸਾਨ ਵਿਰੋਧੀ ਹੈ। ਪਹਿਲਾਂ ਤਾਂ ਆਪਾਂ ਮੈਂ ਮਤਲਬ ਇਹ ਕਹਿ ਦਿੱਤਾ ਵੀ ਇਹਦੇ ਵਿੱਚ ਕਿਸਾਨ ਵਿਰੋਧੀ ਕੁਛ ਨਹੀਂ ਹੈ। ਕੋਈ ਮਦ ਮੈਨੂੰ ਕੱਢ ਕੇ ਲੈ ਕੇ ਕਿਸੇ ਬਾਹਰ ਤੋਂ ਲਿਆ ਕੇ ਮੈਨੂੰ ਦਿਖਾ ਦਿਓ ਵੀ ਕਿਹੜੀ ਮਦ ਆ ਜਿਹਦੇ ਨਾਲ ਕਿਸਾਨ ਦਾ ਨੁਕਸਾਨ ਹੁੰਦਾ ਇਹਦੇ ਵਿੱਚ। ਇਸ ਕਾਨੂੰਨ ਵਿੱਚ ਕਿਸਾਨ ਦੇ ਖਿਲਾਫ ਕੁਝ ਨਹੀਂ ਹੈ। ਹੁਣ ਤੁਸੀਂ ਮੰਡੀਕਰਨ ਬੋਰਡ ਤੇ ਆ ਜਾਓ, ਮੰਡੀਕਰਨ ਬੋਰਡ ਤੇ ਜਿਹੜੀ ਕਰਪਸ਼ਨ ਜਾਂ ਉਹਦੇ ਵਿੱਚ ਜਿਹੜੀ ਸਿਆਸਤ ਆ ਕੇ ਵੜ ਗਈ ਆ, ਉਹ ਤੁਸੀਂ ਵੀ ਦੇਖਦੇ ਹੋ ਵੀ ਮੰਡੀਕਰਨ ਬੋਰਡ ਦੀਆਂ ਜਦੋਂ ਇਲੈਕਸ਼ਨਾਂ ਹੁੰਦੀਆਂ ਉਹ ਪੋਲੀਟੀਕਲ ਰੈਲੀਆਂ ਉਹਦੇ ਤੇ ਆਯੋਜਿਤ ਹੁੰਦੀਆਂ, ਪੋਲੀਟੀਕਲ ਕਬਜ਼ੇ ਹੁੰਦੇ ਉਹਦੇ ਉੱਤੇ। ਉਹ ਕੋਈ ਕਿਸਾਨੀ ਲੈਵਲ ਦੇ ਉੱਤੇ ਫੈਸਲਾ ਨਹੀਂ ਹੁੰਦਾ ਵੀ ਮੰਡੀ ਨੂੰ ਕੌਣ ਰਨ ਕਰੇਗਾ ਤੇ ਮੰਡੀਕਰਨ ਬੋਰਡ ਦਾ ਕਿਹੜਾ ਚੇਅਰਮੈਨ ਬਣੇਗਾ। ਜੇ ਤੁਸੀਂ ਇਹ ਕਹਿੰਦੇ ਹੋ ਕਿ ਉਹ 6% ਜਿਹੜਾ ਉਹਦੇ ਤੇ ਟ੍ਰੇਡਿੰਗ ਵਪਾਰੀ ਦਿੰਦਾ ਤੇ ਹੁਣ ਉਹ ਘਟ ਜਾਏਗਾ, ਤੇ ਹੋ ਸਕਦਾ 10% ਦੀ ਪ੍ਰੋਡਿਊਸ ਜਾਂ ਪ੍ਰੋਡਕਟ ਉੱਥੇ ਘਟ ਜਾਵੇ ਤੇ ਥੋੜੀ ਜਿਹੀ ਮਾਤਰਾ ਵਿੱਚ ਉਹਦੀ ਆਮਦਨ ਨੂੰ ਫਰਕ ਪੈ ਜਾਵੇ। ਬਹੁਤ ਜ਼ਿਆਦਾ ਉਹਨੂੰ ਫਰਕ ਪੈਣ ਵਾਲਾ ਨਹੀਂ ਹੈ, ਕਿਉਂਕਿ 10% ਤੋਂ ਵੱਧ ਹਾਲੇ ਚਾਂਸਸ ਨਹੀਂ। ਕਈ ਸਾਲ ਡਾਇਰੈਕਟ ਜਿਹੜੀ ਇਹ ਟ੍ਰੇਡਿੰਗ ਆ ਜਾਂ ਕੰਟਰੈਕਟ ਫਾਰਮਿੰਗ ਆ 10% ਤੋਂ ਵੱਧ ਨਹੀਂ ਹੋਣ ਵਾਲੀ। ਮੰਡੀਕਰਨ ਬੋਰਡਾਂ ਵਿੱਚ ਜੇ ਸੁਧਾਰ ਕਰਨਾ ਤੇ ਉਹ ਕੇਂਦਰ ਸਰਕਾਰ ਨਹੀਂ ਕਰ ਸਕਦੀ, ਉਹ ਰਾਜਾਂ ਦੇ ਅਧਿਕਾਰ ਖੇਤਰ ਵਿੱਚ ਆ, ਉਹ ਰਾਜ ਸਰਕਾਰਾਂ ਕਰ ਸਕਦੀਆਂ। ਕੇਂਦਰ ਸਰਕਾਰ ਨੇ ਤਾਂ ਸਿਰਫ ਕੰਟਰੈਕਟ ਫਾਰਮਿੰਗ ਲਈ ਇੱਕ ਫਰੇਮਵਰਕ ਮੁਹੱਈਆ ਕਰਵਾਇਆ। ਇਸ ਫਰੇਮਵਰਕ ਨੂੰ ਕਿਸਾਨ ਨੇ ਵਰਤਣਾ, ਜੇ ਉਹਦੇ ਪਸੰਦ ਆਇਆ ਕਿ ਨਹੀਂ ਵਰਤਣਾ ਉਹ ਕਿਸਾਨ ਦੀ ਮਰਜ਼ੀ ਹੈ। ਕਾਰਪੋਰੇਸ਼ਨ ਨੇ ਵਰਤਣਾ ਜਾਂ ਨਹੀਂ ਵਰਤਣਾ ਉਹਨਾਂ ਦੀ ਮਰਜ਼ੀ ਹੈ। ਅਗਰ ਦੋਵਾਂ ਨੂੰ ਚੰਗਾ ਲੱਗਾ ਤਾਂ ਵਰਤਣਗੇ। ਕਿਸੇ ਤੇ ਇੰਪੋਜ਼ ਨਹੀਂ ਕੀਤਾ ਗਿਆ ਕਿ ਤੁਸੀਂ ਇਦਾਂ ਹੀ ਕਰਿਓ ਜੀ, ਜ਼ਰੂਰ ਤੁਸੀਂ ਇਹ ਤੋਂ ਬਿਨਾਂ ਵੇਚ ਨਹੀਂ ਸਕਦੇ, ਐਸੀ ਕੋਈ ਗੱਲ ਨਹੀਂ ਹੈ। ਅਗਰ ਕਿਸਾਨ ਨੂੰ ਤੇ ਕਾਰਪੋਰੇਸ਼ਨ ਨੂੰ ਇਹ ਪਸੰਦ ਨਹੀਂ ਹੈ ਤਾਂ ਆਰਾਮ ਨਾਲ ਮੰਡੀ ਜਾ ਕੇ ਵੇਚਣ ਆਪਣੀਆਂ ਚੀਜ਼ਾਂ ਤੇ ਵਪਾਰੀ ਉੱਥੇ ਜਾ ਕੇ ਖਰੀਦੇ। ਕੋਈ ਇਹ ਫੋਰਸਡ ਨਹੀਂ ਹੈ, ਇਹ ਵੋਲੰਟਰੀ ਆ। ਜੇ ਤੁਹਾਨੂੰ ਚੰਗਾ ਲੱਗਦਾ ਇਹਦੇ ਅਧੀਨ ਕਰ ਲਓ, ਨਹੀਂ ਤਾਂ ਨਾ ਕਰੋ। ਸਰ, ਤੁਸੀਂ ਕਹਿ ਰਹੇ ਹੋ ਕਿ ਫੋਰਸਡ ਨਹੀਂ ਹੈਗਾ, ਪਰ ਜਿੱਥੇ ਜੇਕਰ ਇੱਕ ਪਾਸੇ ਬਾਹਰ ਇੱਕ ਕਿਸਾਨ ਨੂੰ ਵਧੀਆ ਰੇਟ ਤੇ ਮਿਲ ਰਹੀ ਹੈ, ਉਹ ਵਾਕਈ ਉੱਥੇ ਜਾ ਕੇ ਵੇਚੂਗਾ। ਮੋਸਟਲੀ ਇਹੀ ਚਾਹਣਗੇ ਕਿ ਉਹਨਾਂ ਨੂੰ ਫਸਲ ਦੀ ਸਹੀ ਕੀਮਤ ਮਿਲੇ, ਪਰ ਕੀ ਇਹ ਗਾਰੰਟੀ ਹੈ ਕਿ 2 ਸਾਲ ਬਾਅਦ ਉਹਨਾਂ ਨੂੰ ਉਹੀ ਕੀਮਤ ਵਾਪਸ ਮਿਲਦੀ ਰਹੂਗੀ ਜੋ ਉਹਨਾਂ ਦੀ ਪ੍ਰੋਡਕਸ਼ਨ ਦੇ ਉੱਤੇ ਲੱਗ ਰਹੀ ਹੈ ਜਾਂ ਉਹਨਾਂ ਨੂੰ ਫਾਇਦਾ ਮਿਲ ਰਿਹਾ? ਜਦ ਤੱਕ ਉਹਨਾਂ ਨੂੰ ਲੱਗਣਾ ਹੈ ਉਨੀ ਦੇਰ ਤੱਕ ਉਹਨਾਂ ਨੂੰ ਮਿਲ ਹੀ ਜਾਣਾ। ਜਦ ਤੱਕ ਮੰਡੀਆਂ ਦਾ ਖਤਮ ਹੋਣਾ, ਕਿਸਾਨ ਇਹੀ ਤਾਂ ਗੱਲ ਨੂੰ ਰੋ ਰਿਹਾ ਕਿ 2-4 ਸਾਲ ਤੁਹਾਨੂੰ ਫਾਇਦਾ ਦਿੱਤਾ ਜਾਊਗਾ, ਉਸ ਤੋਂ ਬਾਅਦ ਜਦੋਂ ਮੰਡੀਆਂ ਚੱਕੀਆਂ ਗਈਆਂ ਦੈਨ ਜਿਹੜੇ ਪ੍ਰਾਈਵੇਟ ਕੰਪਨੀਆਂ ਨੇ ਉਹ ਵੀ ਅੱਖਾਂ ਦਿਖਾਉਣਗੇ ਤੇ ਆਪਣੀ ਮਨਮਰਜ਼ੀ ਕੀਮਤ ਵਸੂਲਣਗੀਆਂ। ਦੇਖੋ ਜੀ, ਮੰਡੀ ਨਹੀਂ ਨਾ ਸਾਲ ਨੂੰ ਚੱਕ ਹੋਣੀ ਹੈ, ਨਾ 2 ਸਾਲ ਨੂੰ ਚੱਕ ਹੋਣੀ ਹੈ, ਨਾ 10 ਸਾਲ ਨੂੰ ਚੱਕ ਹੋਣੀ ਤੇ ਨਾ 20 ਸਾਲ ਨੂੰ ਚੱਕ ਹੋਣੀ। ਫਿਰ ਕਾਨੂੰਨ ਦੀ ਕੀ ਲੋੜ ਸੀ? 2006 ਚ ਬਿਹਾਰ ਦੇ ਵਿੱਚ ਵੀ ਇਹ ਚੱਕਿਆ ਗਿਆ ਵਾ। 2006 ਚ ਬਿਹਾਰ ਸਰਕਾਰ ਨੇ ਵੀ ਕੀਤਾ ਸੀ। ਹੁਣ ਉੱਥੋਂ ਦੀ ਕੀ ਹਾਲਾਤ ਆ ਸਭ ਨੂੰ ਪਤਾ ਆ। ਬਿਹਾਰ ਸਰਕਾਰ ਨੇ ਜਿਹੜਾ ਮੰਡੀਕਰਨ ਐਕਟ ਆ 2003 ਦਾ, ਉਹਨੂੰ ਅਡਾਪਟ ਹੀ ਨਹੀਂ ਕੀਤਾ। ਕਿਉਂਕਿ ਬਿਹਾਰ ਦੇ ਵਿੱਚ ਸਿਚੁਏਸ਼ਨ ਦੇਖੋ, 2 ਕਿਸਮ ਦੀ ਟ੍ਰੇਡਿੰਗ ਆ ਖੇਤੀ ਪ੍ਰੋਡਕਟ ਦੇ ਵਿੱਚ। ਇੱਕ ਤੇ ਉਹ ਪ੍ਰੋਡਕਟ ਆ ਖੇਤੀ ਦੀਆਂ ਜਿਹੜੀਆਂ ਲੋਕਲੀ ਕੰਜ਼ਿਊਮ ਹੁੰਦੀਆਂ। ਕਈ ਸੂਬੇ ਉਹਨਾਂ ਕੀ ਪੈਦਾ ਕਰਦੇ ਜਿੰਨਾ ਉਹਨਾਂ ਦੀ ਪੈਦਾਵਾਰ ਜੋਗਾ ਹੁੰਦਾ ਜਾਂ ਉਹਨਾਂ ਵੀ ਨਹੀਂ ਹੁੰਦਾ। ਕੁਝ ਸੂਬੇ ਆ ਜਿਹੜਾ ਵਾਧੂ ਪ੍ਰੋਡਿਊਸ ਕਰਦੇ ਆ ਕੁਝ ਖਾਸ ਚੀਜ਼ਾਂ ਜਿਹੜੀਆਂ ਦੂਜੇ ਥਾਂ ਟ੍ਰੇਡ ਹੁੰਦੀਆਂ। ਫਾਰ ਐਗਜ਼ਾਮਪਲ ਹੋ ਸਕਦਾ ਮਹਾਰਾਸ਼ਟਰ ਤੋਂ ਕੇਲੇ ਬਹੁਤ ਪੰਜਾਬ ਨੂੰ ਆਉਂਦੇ ਹੋਣ, ਪਰ ਪੰਜਾਬ ਤੋਂ ਕਣਕ ਤੇ ਚੌਲ, ਜਿਹੜੇ ਹਰਿਆਣੇ ਤੋਂ ਕਣਕ ਤੇ ਚੌਲ ਬਾਹਰ ਜਾਂਦੇ ਹੋਣ। ਤੋਂ ਕੁਝ ਸੂਬੇ ਆ ਜਿਹਨਾਂ ਕੋਲ ਕੁਝ ਚੀਜ਼ਾਂ ਦੀ ਬਹੁਤਾਤ ਆ। ਅਸੀਂ ਬਹੁਤਾ ਰੌਲਾ ਪੰਜਾਬ ਹਰਿਆਣਾ 'ਚ ਕਿਉਂ ਸੁਣਦੇ ਆ? ਕਿਉਂਕਿ ਕਣਕ ਤੇ ਝੋਨਾ ਇੱਥੇ ਕਾਫੀ ਹੁੰਦਾ ਦੋਵਾਂ ਸੂਬਿਆਂ ਵਿੱਚ, ਤੇ ਉਹ ਇਹਨਾਂ ਦੀ ਲੋੜ ਤੋਂ ਵਾਧੂ ਹੁੰਦਾ।
ਉਹਦੇ ਤੇ ਮਿਨੀਮਮ ਸਪੋਰਟ ਪ੍ਰਾਈਸ ਆ, ਉਹਦੇ ਤੇ ਮੰਡੀਕਰਨ ਬੋਰਡ ਖੜੇ ਆ, ਤੇ ਅਸੀਂ ਸਿਰਫ 2 ਫਸਲਾਂ ਕਰਕੇ ਰੌਲਾ ਪਾਉਂਦੇ ਆ ਵੀ ਬਾਕੀ ਜਿਹੜੀ ਪ੍ਰੋਡਕਸ਼ਨ ਆ ਖੇਤੀ ਦੀ ਉਹ ਭਾਵੇਂ ਗੱਲ ਜਾਵੇ। ਸਰ ਉਹੀ ਤਾਂ ਉਹ ਕਹਿ ਰਹੇ ਨੇ ਕਿ ਸਰਕਾਰ ਜੇਕਰ ਚਾਹੁੰਦੀ ਆ, ਸਰਕਾਰ ਦੀ ਨੀਅਤ ਵਿੱਚ ਖੋਟ ਨਹੀਂ ਹੈ ਕਿ ਮੰਡੀਆਂ ਨਹੀਂ ਚੱਕੀਆਂ ਜਾਣਗੀਆਂ, ਲਿਖਤੀ ਰੂਪ ਵਿੱਚ ਉਹਦੇ ਵਿੱਚ ਸ਼ਾਮਿਲ ਕਰ ਦਿੱਤਾ ਜਾਵੇ। ਦੂਜੀ ਗੱਲ ਇਹ ਆ ਕਿ ਸਰਕਾਰ ਨੇ ਵਿੱਚ ਸਜ਼ਾ ਦਾ ਵੀ ਕੋਈ ਐਲਾਨ ਨਹੀਂ ਕੀਤਾ ਕਿ ਜੇਕਰ ਕੋਈ MSP ਤੋਂ ਘੱਟ ਲਊਗਾ ਜਾਂ ਕੋਈ ਵੀ ਕੰਪਨੀ MSP ਤੋਂ ਘੱਟ ਖਰੀਦੂਗੀ ਤਾਂ ਉਹਨੂੰ ਸਜ਼ਾ ਦਿੱਤੀ ਜਾਊਗੀ। ਉਹ ਇਹੀ ਚੀਜ਼ ਕਰ ਰਹੇ ਨੇ ਕਿ ਸਰਕਾਰ ਇਹਨੂੰ ਲਿਖਤੀ ਤੌਰ ਤੇ ਆਪਣੀ ਜਿਹੜਾ ਕਾਨੂੰਨ ਜਿਹੜਾ ਉਹਨੇ ਬਣਾਇਆ, ਜੋ ਬਿੱਲ ਲੈ ਕੇ ਆਂਦਾ, ਉਹਦੇ ਵਿੱਚ ਲਿਖਤੀ ਤੌਰ ਤੇ ਮੈਂਸ਼ਨ ਕਰ ਦੇ ਕਿ ਕਿਸਾਨਾਂ ਨੂੰ MSP ਨਹੀਂ ਚੱਕੀ ਜਾਊਗੀ, MSP ਤੋਂ ਘੱਟ ਕੀਮਤ ਤੇ ਜੇ ਕੋਈ ਖਰੀਦਾ ਤਾਂ ਉਹਨੂੰ ਸਜ਼ਾ ਜਾਂ ਕੋਈ ਐਲਾਨ ਹੋਊਗਾ ਐਵੇਂ ਦਾ। ਸਰਕਾਰ ਨੇ ਲਿਖਤੀ ਤੌਰ ਤੇ ਕਿਤੇ ਵੀ ਉਹਨਾਂ ਨੂੰ ਭਰੋਸਾ ਨਹੀਂ ਦਿਵਾਇਆ। ਮੈਡਮ MSP ਕੋਈ ਕਾਨੂੰਨ ਨਹੀਂ ਹੈ ਹਿੰਦੁਸਤਾਨ ਦਾ। ਪਿਛਲੇ 6-7 ਦਹਾਕਿਆਂ ਤੋਂ ਕਿਸੇ ਵੀ ਸਰਕਾਰ ਨੇ MSP ਮਿਨੀਮਮ ਸਪੋਰਟ ਪ੍ਰਾਈਸ ਦਾ ਕੋਈ ਕਾਨੂੰਨ ਨਹੀਂ ਬਣਾਇਆ। ਇਹ ਸਮੇਂ-ਸਮੇਂ ਦੀ ਸਰਕਾਰ ਦੀਆਂ ਪਾਲਿਸੀ ਨੀਤੀਆਂ ਦੇ ਆਧਾਰਿਤ ਆ। ਸਰਕਾਰ ਜਿਸ ਚੀਜ਼ ਨੂੰ ਪ੍ਰਮੋਟ ਕਰਨਾ ਚਾਹੁੰਦੀ, ਜਿਸ ਖੇਤੀ ਦੀ ਪ੍ਰੋਡਕਸ਼ਨ ਨੂੰ ਉਸ ਖੇਤੀ ਦੇ ਸ਼ੁਰੂ ਹੋਣ ਤੋਂ ਪਹਿਲਾਂ ਉਹਦੀ ਸਪੋਰਟ ਪ੍ਰਾਈਸ ਅਨਾਉਂਸ ਕਰਤੀ ਜਾਂਦੀ ਤਾਂ ਕਿ ਕਿਸਾਨ ਜਿਹੜਾ ਹੈ ਉਹ ਸੋਚੇ ਵੀ ਮੈਨੂੰ ਇਹ ਫਾਇਦਾ ਵੱਧ ਹੁੰਦਾ ਤੇ ਉਹ ਵੱਧ ਬੀਜੇ। ਇਹ ਸਿਰਫ ਲੋੜ ਨੂੰ ਪੂਰੀ ਕਰਨ ਦਾ ਇੱਕ ਸਾਧਨ ਆ, ਇੱਕ ਪਾਲਿਸੀ ਹੈ, ਕਾਨੂੰਨ ਨਹੀਂ ਹੈ। ਤੇ ਮੋਦੀ ਸਰਕਾਰ ਨੇ ਇਹਨਾਂ ਕਾਨੂੰਨਾਂ ਵਿੱਚ ਕਿਤੇ ਵੀ MSP ਨੂੰ ਵਾਪਸ ਲੈਣ ਦਾ ਕੋਈ ਜ਼ਿਕਰ ਨਹੀਂ ਕੀਤਾ। ਜਿੱਥੋਂ ਤੱਕ ਮੰਡੀਕਰਨ ਬੋਰਡ ਆ, ਉਹ ਮੰਡੀਕਰਨ ਬੋਰਡ ਦਾ ਵੀ ਜ਼ਿਕਰ ਇੱਥੇ ਹੈ ਨਹੀਂਗਾ ਵੀ ਅਸੀਂ ਇਹ ਢਾ ਦੇਣਾ, ਇਹ ਬੰਦ ਕਰ ਦੇਣਾ। ਨਾ ਮੰਡੀਕਰਨ ਬੋਰਡ ਨੂੰ ਛੇੜਿਆ, ਨਾ MSP ਨੂੰ ਛੇੜਿਆ। ਸਿਰਫ ਡਾਇਰੈਕਟ ਫਾਰਮਿੰਗ ਨੂੰ ਫੈਸਿਲਿਟੇਟ ਕਰਨ ਵਾਸਤੇ ਇੱਕ ਫਰੇਮਵਰਕ ਬਣਾਇਆ। ਹਾਂ, ਚੀਜ਼ਾਂ ਖਿੱਚ ਕੇ ਲੋਕ ਵਿੱਚ ਜੋੜੀ ਜਾਂਦੇ ਆ ਫਾਰਮਰਸ ਦੇ ਕੋਲ ਫੀਅਰ ਪੈਦਾ ਕਰਨ ਨੂੰ। ਡਾਇਰੈਕਟ ਫਾਰਮਿੰਗ ਦੀ ਗੱਲ ਕਰਦੇ ਹੋ ਤਾਂ ਪਿਛਲੇ ਸਮੇਂ ਦੌਰਾਨ ਅਸੀਂ ਦੇਖੀਏ ਤਾਂ ਗੰਨਾ ਜਿਹੜਾ ਆ ਸਿੱਧਾ ਸ਼ੂਗਰ ਮਿਲਸ ਨੂੰ ਜਾਂਦਾ ਸੀ। ਉਸ ਟਾਈਮ ਸਿੱਧਾ ਪ੍ਰਾਈਵੇਟ ਕੰਪਨੀਆਂ ਨਾਲ ਟਾਈ ਅਪ ਹੋਏ ਸੀ ਕਿ ਕਿਸਾਨ ਗੰਨਾ ਵੇਚੂਗਾ, ਲਗਾਊਗਾ, ਉਗਾਊਗਾ ਤੇ ਉਸ ਤੋਂ ਬਾਅਦ ਸਿੱਧਾ ਸ਼ੂਗਰ ਮਿਲਸ ਤੱਕ ਜਾਊਗਾ। 3 ਸਾਲਾਂ ਤੋਂ ਹੁਣ ਤੱਕ ਜਿਹੜੀ ਅੱਜ ਤੱਕ ਆਪਣੀਆਂ ਗੰਨੇ ਦੀਆਂ ਕੀਮਤਾਂ ਹੀ ਨਹੀਂ ਉਹਨਾਂ ਨੂੰ ਮਿਲ ਸਕੀਆਂ ਹੈਗੀਆਂ। ਇਹਦੇ ਵਿੱਚ ਉਹੀ ਤਾਂ ਗੱਲ ਹੈ ਕਿ ਜਾਂ ਤਾਂ ਸਜ਼ਾ ਦਾ ਐਲਾਨ ਕਰੋ ਕਿ ਉਹਨਾਂ ਨੂੰ ਬਣਦੀ ਕੀਮਤ ਨਹੀਂ ਮਿਲਦੀ ਹੈਗੀ ਤਾਂ ਉਸ ਟਾਈਮ ਸਜ਼ਾ ਦਿੱਤੀ ਜਾਵੇ। ਗੰਨੇ ਦਾ ਸੈਕਟਰ ਬਹੁਤ ਮੈਡਮ ਕੰਪਲਿਕੇਟਡ ਆ। ਇਹਦੇ ਵਿੱਚ ਬਹੁਤ ਕੋਆਪਰੇਟਿਵ ਮਿਲਸ ਆ। ਪੰਜਾਬ ਵਿੱਚ ਸਾਡੇ ਭੋਗਪੁਰ ਲਾਗੇ ਕੋਆਪਰੇਟਿਵ ਮਿਲ ਆ। ਉਹ ਕਿਸੇ ਕਾਰਪੋਰੇਸ਼ਨ ਦੀ ਮਿਲ ਨਹੀਂ ਹੈ, ਉਹ ਕੋਆਪਰੇਟਿਵ ਮਿਲ ਆ ਜਿਹਦੇ ਵਿੱਚ ਕਈ ਫਾਰਮਰ ਤੇ ਹੋਰ ਸਰਕਾਰ ਦਾ ਵੀ ਕਾਫੀ ਉਹਦੇ ਵਿੱਚ ਹੱਥ ਆ। ਜੇ ਉਹ ਵੀ ਪੈਸੇ ਨਹੀਂ ਦਿੰਦੇ ਤੇ ਫਿਰ ਕੌਣ ਉਹਦੇ ਲਈ ਜ਼ਿੰਮੇਵਾਰ ਕੌਣ ਆ? ਜਿਹੜਾ ਪ੍ਰਾਈਵੇਟ ਕਾਂਟਰੈਕਟ ਆ, ਜਿਹੜੀਆਂ ਵੱਡੀਆਂ ਕਾਰਪੋਰੇਸ਼ਨਾਂ, ਅਗਰ ਉਹਨਾਂ ਨੇ ਮੁਨਾਫਾ ਕਮਾਉਣਾ, ਅਗਰ ਕਿਸੇ ਵੱਡੀ ਕਾਰਪੋਰੇਸ਼ਨ ਨੇ ਟਮਾਟਰ ਖਰੀਦ ਕੇ ਕੈਚਅਪ ਬਣਾ ਕੇ ਵੇਚਣੀ ਹੈ ਤੇ ਉਹਨੂੰ ਫਿਰ ਆਪਣਾ ਜਿਹੜਾ ਕਾਂਟਰੈਕਟ ਆ ਉਹ ਪੂਰਾ ਕਰਨਾ ਪਏਗਾ, ਨਹੀਂ ਤਾਂ ਉਹਦੀ ਸਪਲਾਈ ਟੁੱਟ ਜਾਏਗੀ। ਤੁਸੀਂ ਇਸ ਵਾਰ ਫਾਰਮਰ ਨੂੰ ਪੈਸੇ ਨਹੀਂ ਦਿਓਗੇ ਟਾਈਮ ਸਿਰ, ਅਗਲੀ ਵਾਰ ਤੁਹਾਡੇ ਨਾਲ ਕਾਂਟਰੈਕਟ ਹੀ ਕੋਈ ਨਹੀਂ ਕਰੇਗਾ। ਇਹਨਾਂ ਦੇਸ਼ਾਂ ਦੇ ਵਿੱਚ ਵੀ ਸਪਲਾਈ ਚੇਨ ਇਸੇ ਤਰ੍ਹਾਂ ਕੰਮ ਕਰਦੀ ਆ ਫਾਰਮਿੰਗ ਪ੍ਰੋਡਿਊਸ ਦੇ ਵਿੱਚ। ਉੱਥੇ ਵੀ ਅਗਰ ਮਾਡਰਨਾਈਜੇਸ਼ਨ ਸਾਨੂੰ ਚਾਹੀਦੀ ਹੈ ਤੇ ਕਿਸੇ ਨਾ ਕਿਸੇ ਤੇ ਟਰਸਟ ਕਰਕੇ ਤੁਰਨਾ ਪਏਗਾ। ਅਗਰ ਤੁਸੀਂ ਕਹੋਗੇ ਨਹੀਂ ਜੀ ਪੱਥਰ ਤੇ ਪਹਿਲਾਂ ਲੀਕ ਪਾ ਕੇ ਦੱਸੋ ਤੇ ਫੇਰ ਹੀ ਅਸੀਂ ਕਰਾਂਗੇ, ਨਹੀਂ ਤਾਂ ਅਸੀਂ ਨਹੀਂ ਕਰਨਾ, ਤੇ ਫਿਰ ਫਾਰਮਿੰਗ ਸੈਕਟਰ ਦੇ ਵਿੱਚ ਇਨਵੈਸਟਮੈਂਟ ਨਹੀਂ ਹੋਏਗੀ। ਨਾ ਫਾਰਮਰ ਕੋ ਪੈਸੇ ਆ ਫਾਰਮਿੰਗ ਸੈਕਟਰ ਦੇ ਵਿੱਚ ਇਨਵੈਸਟਮੈਂਟ ਕਰਕੇ ਇੰਪਰੂਵਮੈਂਟ ਲਈ, ਨਾ ਸਰਕਾਰਾਂ ਕੋ ਪੈਸੇ ਆ। ਇਨਵੈਸਟਮੈਂਟ ਪ੍ਰਾਈਵੇਟ ਸੈਕਟਰ 'ਚ ਆਉਣੀ ਆ, ਜੇ ਉਹਨੂੰ ਫੈਸਿਲਿਟੇਟ ਨਾ ਕੀਤਾ ਤਾਂ ਉਹ ਆਉਣੀ ਨਹੀਂ। ਪ੍ਰਾਈਵੇਟ ਇਨਵੈਸਟਮੈਂਟ ਤੋਂ ਬਿਨਾਂ ਪ੍ਰਾਈਵੇਟ ਇਨਵੈਸਟਮੈਂਟ ਤੋਂ ਬਿਨਾਂ ਕੋਈ ਰਿਫਾਰਮ ਐਗਰੀਕਲਚਰ ਸੈਕਟਰ 'ਚ ਹੋ ਹੀ ਨਹੀਂ ਸਕਦੀ, ਕਿਉਂਕਿ ਪ੍ਰੋਡਿਊਸ ਤੇ ਜਿਹੜੇ ਦਾਣੇ ਆ ਜਿਹਨੂੰ ਆਪਾਂ ਅਨਾਜ ਜਾਂ ਸੀਰੀਅਲ ਕਹਿੰਦੇ, ਇਹਦੇ ਵਿੱਚ ਵੇਸਟੇਜ ਬਹੁਤ ਜ਼ਿਆਦਾ ਆ। ਲੱਖਾਂ ਹੀ ਟਨ ਇਹ ਖਰਾਬ ਹੋ ਰਿਹਾ ਸਮਾਨ ਤੇ ਉਹਦਾ ਫਾਇਦਾ ਕਿਸੇ ਨੂੰ ਨਹੀਂ ਹੋ ਰਿਹਾ। ਅਗਰ ਤੁਸੀਂ ਕਹੋ ਜੀ ਸਰਕਾਰ ਖਰੀਦ ਕੇ ਰੱਖੀ ਜਾਵੇ ਤਾਂ ਮੈਂ ਤੁਹਾਨੂੰ ਇੱਕ ਸਰਦਾਰ ਸਿੰਘ ਜੌਹਲ ਨੇ ਜੁਲਾਈ ਦੇ ਵਿੱਚ ਇੱਕ ਆਰਟੀਕਲ ਲਿਖਿਆ ਸੀ। ਉਹਨਾਂ ਨੇ ਕਿਹਾ ਵੀ ਭਾਰਤ ਸਰਕਾਰ ਦੇ ਗੋਦਾਮਾਂ ਦੇ ਵਿੱਚ 730 ਲੱਖ ਟਨ ਅਨਾਜ ਪਿਆ। 730 ਲੱਖ ਟਨ। ਜੇ ਕੋਈ ਬੰਦਾ ਇਹ ਸੋਚੇ ਵੀ FCI ਖਰੀਦੀ ਜਾਏਗੀ ਸਾਰੀ ਉਮਰ, ਇਹ ਗੋਦਾਮਾਂ ਵਿੱਚ ਰੱਖੀ ਜਾਏਗੀ ਸਾਰੀ ਉਮਰ, ਤੇ ਪੈਸਾ ਕਿਹਦਾ ਹੈ? ਪੈਸਾ ਤਾਂ ਦੇਸ਼ ਦੇ ਲੋਕਾਂ ਦਾ ਖਰਾਬ ਹੋਏਗਾ। ਜਿਹੜੀਆਂ ਹਜ਼ਾਰਾਂ ਹੀ ਟਨ, ਲੱਖਾਂ ਹੀ ਟਨ ਕਣਕ ਗਲ ਜਾਂਦੀ ਹੈ ਜਾਂ ਉਹ ਹੀ ਕਾਗਜ਼ਾਂ ਵਿੱਚ ਗਾਲ ਦਿੱਤੀ ਜਾਂਦੀ ਤੇ ਖੁਰਦ-ਬੁਰਦ ਕਰਦੀ ਹੈ, ਨੁਕਸਾਨ ਕਿਹਦਾ? ਦੇਸ਼ ਦੇ ਲੋਕਾਂ ਦਾ। ਤੇ ਸਰਕਾਰ ਕਿੰਨਾ ਕੁ ਖਰੀਦ ਕੇ ਰੱਖੀ ਜਾਏਗੀ ਜਦ ਤੱਕ ਇਹਦੀ ਪ੍ਰੋਸੈਸਿੰਗ ਨਹੀਂ ਹੁੰਦੀ, ਇਹਦੀ ਪ੍ਰੋਪਰ ਮਾਰਕੀਟਿੰਗ ਨਹੀਂ ਹੁੰਦੀ ਤੇ ਡਿਮਾਂਡ ਐਂਡ ਸਪਲਾਈ ਲਾਗੂ ਨਹੀਂ ਹੁੰਦੀ, ਉਹਨਾਂ ਚਿਰ ਕਿਸੇ ਪਾਸੇ ਸੁਧਾਰ ਨਹੀਂ ਹੋਣ ਵਾਲਾ। ਦਿਓ ਸਾਹਿਬ, ਜਿਹੜੀਆਂ ਹੁਣ ਆਪੋਜੀਸ਼ਨ ਪਾਰਟੀਆਂ ਨੇ ਉਹ ਆਮ ਇਹ ਗੱਲ ਕਰ ਰਹੀਆਂ ਨੇ ਕਿ ਮੰਡੀ ਖਤਮ ਹੋ ਜਾਏਗੀ। ਰੀਜ਼ਨ ਕੀ ਦੇ ਰਹੀਆਂ ਨੇ? ਰੀਜ਼ਨ ਇਹ ਦੇ ਰਹੀਆਂ ਨੇ ਕਿਉਂਕਿ ਜਿਹਨੇ ਪ੍ਰੋਡਕਟ ਮੰਡੀ ਦੇ ਵਿੱਚ ਵੇਚਣੀ ਆ ਉਹਨੂੰ 6% ਟੈਕਸ ਦੇਣਾ ਪਏਗਾ, ਮੰਡੀ ਤੋਂ ਬਾਅਦ 6% ਨਹੀਂ ਦੇਣਾ ਪਵੇਗਾ। ਫਿਰ ਕੋਈ ਕਿਉਂ ਮੰਡੀ ਦੇ ਵਿੱਚ ਜਾਵੇਗਾ? ਜੇ ਮੰਡੀ 'ਚ ਕੋਈ ਨਹੀਂ ਜਾਵੇਗਾ, ਪ੍ਰੋਡਕਟ ਬਾਹਰ ਵਿਕ ਰਹੀ ਹੈ, ਉਹ ਵਿਕੀ ਜਾ ਰਹੀ ਹੈ ਔਰ 6% ਕਿਸੇ ਵੱਧ ਦੇਣ ਵਾਸਤੇ ਮੰਡੀ 'ਚ ਬੰਦਾ ਕੋਈ ਨਹੀਂ ਜਾਂਦਾ ਹੈ ਤਾਂ ਨੈਚੁਰਲੀ ਮੰਡੀਆਂ ਆਪਣੇ ਆਪ ਹੀ ਖਤਮ ਹੋ ਜਾਣਗੀਆਂ। ਸਰਕਾਰ ਨੂੰ ਮੰਡੀ ਖਤਮ ਕਰਨ ਦੀ ਲੋੜ ਨਹੀਂ ਆ। ਇਹ ਦਲੀਲ ਦਿੱਤੀ ਜਾ ਰਹੀ ਹੈ, ਤੁਸੀਂ ਇਹਦੇ ਬਾਰੇ ਕੀ ਕਹੋਗੇ? ਦੇਖੋ, ਤੁਸੀਂ ਬੜਾ ਨਾ ਸਿੰਪਲ ਸਿੱਧਾ ਫਾਰਮੂਲਾ ਇੱਥੇ ਲਾ ਕੇ ਦੇਖ ਲਓ। ਜੇ ਮੰਡੀ ਦੇ ਵਿੱਚ ਕਿਸਾਨ ਇੱਕ ਚੀਜ਼ ਲੈ ਕੇ ਜਾਂਦਾ, ਉਹਦਾ 100 ਰੁਪਈਆ ਮੁੱਲ ਆ ਤੇ ਵਪਾਰੀ ਖਰੀਦਦਾ ਤੇ 106 ਉਹਨੂੰ ਪੈਂਦੇ, ਕਿਉਂਕਿ 6 ਉਹ ਟੈਕਸ ਦਿੰਦਾ।
ਠੀਕ ਆ ਤੁਹਾਡੀ ਗੱਲ? ਬਿਲਕੁਲ। ਤੇ ਜੇ ਉਹੀ ਵਪਾਰੀ ਕਿਸਾਨ ਕੋਲ ਸਿੱਧਾ ਆ ਜਾਵੇ ਤੇ ਕਿਸਾਨ ਕੋ ਆ ਕੇ ਕਹੇ ਵੀ ਮੈਂ ਤੈਨੂੰ 102 ਰੁਪਏ ਦਿਆਂਗਾ ਜਾਂ 103 ਰੁਪਏ ਦਿਆਂਗਾ, ਕਿਸਾਨ ਨੂੰ ਤਾਂ ਘਰ ਬੈਠੇ ਨੂੰ 3 ਰੁਪਏ ਵਾਧੂ ਮਿਲ ਜਾਣ। ਬਿਲਕੁਲ ਜੀ। ਉਹਨੂੰ ਵਪਾਰੀ ਕਿਸਾਨ ਨੂੰ ਨੁਕਸਾਨ ਹੋ ਗਿਆ। ਜੇ ਵਪਾਰੀ ਕਹੇਗਾ ਮੈਂ ਤੁਹਾਨੂੰ 98 ਰੁਪਏ ਦਿੰਦਾ, ਉਹ ਕਹਿੰਦਾ ਜਾਓ ਭਾਜਾ, ਮੈਂ ਨਹੀਂ ਜਾਂਦਾ, ਮੇਰੀ ਤਾਂ ਮੰਡੀ 100 ਨੂੰ ਵਿਕਦੀ ਹੈ, ਮੈਂ ਤੁਹਾਨੂੰ 98 ਕਿਉਂ ਦੇਵਾਂ? ਹੁਣ ਇੱਕ ਗਵਰਨਮੈਂਟ ਆਫ ਇੰਡੀਆ ਨੇ ਇਹਨਾਂ ਕਾਨੂੰਨਾਂ ਤੋਂ ਪਹਿਲਾਂ ਹੀ ਇੱਕ ਈ ਟ੍ਰੇਡਿੰਗ ਵੈਬਸਾਈਟ ਬਣਾਈ ਹੋ ਆ। ਹਾਂਜੀ, ਤੁਸੀਂ ਕਿਤੇ ਈ ਨਾਮ ਉਹਦਾ ਨਾਂ ਆ, ਉਹਦੇ ਤੇ ਜਾ ਕੇ ਦੇਖਿਓ। ਉਹਦੇ ਤੇ ਉਹਨਾਂ ਨੇ ਸਾਰੇ ਹਿੰਦੁਸਤਾਨ ਦੀਆਂ ਮੰਡੀਆਂ ਜੋੜ ਦਿੱਤੀਆਂ, ਕੀਮਤਾਂ ਜੋੜਤੀਆਂ। ਤੁਸੀਂ ਫਾਰਮਰ ਸਰਚ ਕਰਨਾ ਚਾਹੁੰਦਾ ਵੀ ਮੈਂ ਇਸ ਵੇਲੇ ਲੁਧਿਆਣੇ ਵਿੱਚ ਬੈਠਾ ਤੇ ਲੁਧਿਆਣੇ ਵਿੱਚ ਆਲੂਆਂ ਦੀ ਕੀਮਤ ਕਿੰਨੀ ਆ ਮੰਡੀ ਦੇ ਵਿੱਚ, ਉਹ ਸਿਰਫ ਉੱਥੇ ਜਾ ਕੇ ਪੰਜਾਬ ਲੁਧਿਆਣਾ ਸਿਲੈਕਟ ਕਰੇ ਤੇ ਉਹਨੂੰ ਉੱਥੇ ਪਿਛਲੇ 2 ਦਿਨਾਂ ਦੀ ਮੰਡੀ ਦੀ ਆਲੂਆਂ ਦੀ ਕੀਮਤ ਜਿਹੜੀ ਨਿਕਲ ਆਏਗੀ। ਉਹਨੂੰ ਕਿਤੇ ਜਾਣ ਦੀ ਲੋੜ ਨਹੀਂ ਪਏਗੀ। ਤੇ ਇੱਕ ਵਪਾਰੀ ਕਾਲ ਕਰਦਾ ਜੀ ਮੈਂ ਆਲੂ ਖਰੀਦਣੇ ਆ, ਉਹ ਕਹਿੰਦਾ ਹਾਂ ਜੀ ਕਿੰਨੇ ਪੈਸੇ ਦੇਣਾ, ਉਹ ਕਹਿੰਦਾ ਜੀ ਮੈਂ ਤੈਨੂੰ 100 ਰੁਪਏ ਬੋਰੀ ਦਾ ਦੇਣਾ, ਉਹ ਕਹਿੰਦਾ ਜੀ ਮੇਰੀ ਤਾਂ 110 ਨੂੰ ਮੰਡੀ 'ਚ ਵਿਕਦੀ ਹੈ। ਪਰ ਨਹੀਂ ਕਰੇਗਾ। ਪਰ ਜੇ ਹੁਣ ਚੈਕਸ ਐਂਡ ਬੈਲੈਂਸਸ, ਤੁਸੀਂ ਜਿਹੜੀ ਇਨਫੋਰਮੇਸ਼ਨ ਅਵੇਲੇਬਲ, ਜਿਹੜੀ ਤੁਸੀਂ ਹੁਣ ਗੱਲ ਕੀਤੀ ਹੈ ਕਿ ਉਹੀ ਕਿਸਾਨ ਜੇ ਉਹਨੂੰ ਬਾਹਰ 102 ਮਿਲਦਾ 102 ਤੇ ਵੇਚ ਦੇਵੇਗਾ, 106 ਤੇ ਨਹੀਂ ਜਾਏਗਾ, ਸੋ ਇਟ ਮੀਨਸ ਜਿਹੜੀ ਪ੍ਰੋਡਕਟ ਹੈਗੀ ਆ ਉਹ ਮੰਡੀ ਤੋਂ ਬਾਹਰ ਵਿਕੇਗੀ, ਬਾਹਰੋਂ ਵਿਕਣ ਤੇ ਮੰਡੀ 'ਚ ਫਿਰ ਕਿਸੇ ਨੂੰ ਜਾਣ ਦੀ ਕੀ ਲੋੜ ਪਏਗੀ। ਇੱਕ ਗੱਲ ਹੋਰ ਮੰਡੀ ਦੇ ਨਾਲ ਸੰਬੰਧਿਤ ਦੀ ਗੱਲ ਕਰਦਾ ਕਿ ਜਿਹੜਾ ਆਮ ਕਿਸਾਨ ਹੈ ਉਹ ਜਿਹੜਾ ਲੋਨ ਹੈ ਮੰਡੀ ਦੇ ਵਿੱਚੋਂ ਆੜ੍ਹਤੀ ਤੋਂ ਲੋਨ ਲੈਂਦਾ, ਉਹਨੂੰ ਈਜ਼ੀਲੀ ਅਵੇਲੇਬਲ ਮਨੀ ਹੈਗੀ ਆ। ਜਿਹੜੀ ਹੁਣ ਜਿਹੜੀਆਂ ਦੂਸਰੀਆਂ ਕੰਪਨੀਆਂ ਹੋਣਗੀਆਂ, ਵੱਡੀਆਂ ਕੰਪਨੀਆਂ ਫੋਰ ਐਗਜ਼ਾਮਪਲ, ਜੇ ਉਹ ਖਰੀਦ ਫਰੋਖਤ ਕਰਦੀਆਂ ਨੇ ਤਾਂ ਕੱਲ੍ਹ ਨੂੰ ਕਿਸਾਨ ਨੂੰ ਕਿਸੇ ਚੀਜ਼ ਦੀ ਲੋੜ ਹੈਗੀ ਹੈ ਪੈਸੇ ਦੀ, ਤਾਂ ਕੀ ਸਰਕਾਰ ਇਸ ਗੱਲ ਦੀ ਕਿਸੇ ਹਿਸਾਬ ਨਾਲ ਗਰੰਟੀਆਂ ਕਰਨਗੀਆਂ ਕਿ ਅਸੀਂ ਉਹਨਾਂ ਨੂੰ ਲੋਨ ਦੇਵਾਂਗੀਆਂ ਜਾਂ ਕੰਪਨੀਜ਼ ਲੋਨ ਦੇਣਗੀਆਂ, ਜਿਹੜਾ ਕਿ ਕਿਸਾਨ ਨੂੰ ਬੜਾ ਸੌਖਾ ਪੈਸਾ ਚਾਹੇ ਮਹਿੰਗੇ ਰੇਟ ਤੇ ਮਿਲਦਾ ਸੀਗਾ, ਉਹਨੂੰ ਆੜ੍ਹਤੀ ਤੋਂ ਮਿਲ ਜਾਂਦਾ ਸੀਗਾ, ਜਿਹੜਾ ਕਿ ਉਹ ਆਪਣੀਆਂ ਜ਼ਰੂਰਤਾਂ ਪੂਰੀਆਂ ਕਰਦਾ ਸੀ। ਇਸ ਚੀਜ਼ ਨੂੰ ਬੈਲੈਂਸ ਕਿਵੇਂ ਕੀਤਾ ਜਾਏਗਾ? ਇੱਕ ਤਾਂ ਜੀ ਮੈਂ ਬਹੁਤ ਹੈਰਾਨ ਹਾਂ ਜਦੋਂ ਲੋਕ ਆਰਗੂਮੈਂਟ ਦਿੰਦੇ ਜਿਹੜਾ ਤੁਸੀਂ ਪੇਸ਼ ਕੀਤਾ। ਹਾਂਜੀ, ਜੇ ਅੱਜ ਤੋਂ ਤੁਸੀਂ ਨਾ 10, 15, 20 ਸਾਲ ਪਿੱਛੇ ਨੂੰ ਜਾਓ ਤੇ ਆਪਾਂ ਇਹ ਸੁਣਦੇ ਹੁੰਦੇ ਸੀ ਪੰਜਾਬੀ ਅਖਬਾਰਾਂ, ਉਦੋਂ ਮੀਡੀਆ ਬਹੁਤਾ ਵਾਈਡ ਸਪਰੈਡ ਤਾਂ ਨਹੀਂ ਸੀ ਹੁੰਦਾ, ਜਾਂ ਪਿੰਡਾਂ ਵਿੱਚ ਜ਼ਿਮੀਂਦਾਰਾਂ ਦੇ ਵਿੱਚ ਵੀ ਇਹ ਚਰਚਾ ਹੁੰਦੀ ਸੀ, ਆੜ੍ਹਤੀਏ ਖਾਈ ਜਾਂਦੇ ਸੀ, ਲਾਲਾ ਖਾਈ ਜਾਂਦਾ ਜੀ, ਲਾਲਾ ਉਹ ਵਹੀ ਤੇ ਦਸਤਖਤ ਕਰਾ ਲੈਂਦਾ, ਅੰਗੂਠਾ ਲਵਾ ਲੈਂਦਾ ਤੇ ਜ਼ਿਮੀਂਦਾਰ ਨੂੰ ਖਾ ਜਾਂਦਾ। ਬਿਲਕੁਲ, ਹਾਂਜੀ। ਉਦੋਂ ਤੇ ਫੀਅਰ ਫੈਕਟਰ ਸੀਗਾ ਆੜ੍ਹਤੀਆਂ ਦਾ, ਵੀ ਆੜ੍ਹਤੀਏ ਖਾ ਜਾਂਦੇ ਸੀ, ਆੜ੍ਹਤੀਆਂ ਤੋਂ ਪੈਸੇ ਲੈ ਕੇ ਜੀ ਵਿਆਜ ਤੇ ਵਿਆਜ ਲਾਈ ਜਾਂਦੇ ਆ। ਹਾਂਜੀ, ਅੱਜ ਆਰਗੂਮੈਂਟ ਮੈਂ ਹੈਰਾਨ ਆ ਇਹ ਪੇਸ਼ ਕੀਤਾ ਜਾ ਰਿਹਾ ਵੀ ਆੜ੍ਹਤੀਆ ਬਚਾ ਰਿਹਾ ਜੀ ਕਿਸਾਨ ਨੂੰ, ਸਰਕਾਰ ਕਾਰਪੋਰੇਸ਼ਨਾਂ ਤੋਂ ਖੁਲਾ ਦੇਗੀ। ਤੁਸੀਂ ਦੇਖੋ ਇਹ ਸਾਰੀਆਂ ਕਿਸਾਨੀ ਵਾਲਾ ਆਰਗੂਮੈਂਟ ਕਿਵੇਂ 10-20 ਸਾਲਾਂ ਵਿੱਚ ਟਵਿਸਟ ਹੋ ਕੇ ਆੜ੍ਹਤੀਆ ਜਿਹੜਾ ਉਹ ਕਿਸਾਨ ਦਾ ਪ੍ਰੋਟੈਕਟਰ ਬਣ ਗਿਆ, ਕਿੱਥੇ ਉਹ ਖਾਣ ਵਾਲਾ ਹੁੰਦਾ। ਇਹ ਸਾਰੀਆਂ ਜਿਹੜੀਆਂ ਪਾਰਟੀਆਂ ਨੇ, ਸਾਰੀਆਂ ਇਹ ਆਲਮੋਸਟ ਸਾਰੀਆਂ ਇਹ ਦਲੀਲ ਦੇ ਰਹੀਆਂ ਨੇ ਕਿ ਆੜ੍ਹਤੀਏ ਕੋਲੇ ਕਿਸਾਨ ਦਾ ਈਜ਼ੀ ਐਕਸੈਸ ਹੈ ਔਰ ਮਨੀ, ਚਾਹੇ ਉਹ ਵੱਧ ਪੈਸੇ, ਚਾਹੇ ਵਿਆਜ ਵੱਧ ਲਾਉਂਦਾ, ਚਾਹੇ ਕੁਛ ਲਾਉਂਦਾ। ਇਹਦਾ ਕੀ ਆਪਾਂ ਮੈਂ ਤੁਹਾਡਾ ਸਵਾਲ ਮੰਨ ਗਿਆ, ਪਰ ਮੈਂ ਤਾਂ ਤੁਹਾਨੂੰ ਇੱਕ ਸਿਨੈਰੀਓ ਪੇਸ਼ ਕੀਤਾ ਵੀ ਇਹੋ ਹੀ ਕਹਿੰਦੇ ਹੁੰਦੇ ਸੀ ਕਿ ਆੜ੍ਹਤੀਆ ਖਾ ਜਾਂਦਾ ਜੀ ਉਹ ਬਈ ਤੇ ਦਸਤਖਤ ਕਰਕੇ, ਚਲੋ ਉਹਨੂੰ ਆਪਾਂ ਪਾਸੇ ਛੱਡਦੇ ਹਾਂ। ਜੇ ਅੱਜ ਕਿਸਾਨ ਇਹ ਕੋਈ ਸੋਚੇ ਵੀ ਮੈਨੂੰ ਫਾਇਦਾ ਹੁੰਦਾ ਆੜ੍ਹਤੀਏ ਕੋਲੋਂ ਜਾ ਕੇ ਮੈਂ ਕਰਜ਼ਾ ਵੀ ਲੈਣਾ ਤੇ ਮੈਂ ਚੀਜ਼ ਵੀ ਉੱਥੇ ਵੇਚਣੀ ਆ, ਤੇ ਨਵਾਂ ਐਕਟ ਉਹਨੂੰ ਰੋਕਦਾ ਨਹੀਂ। ਨਵੇਂ ਐਕਟ ਵਿੱਚ ਉਹ ਆਰਾਮ ਨਾਲ ਆੜ੍ਹਤੀਏ ਕੋਲ ਜਾਵੇ, ਆੜ੍ਹਤੀਏ ਤੋਂ ਕਰਜ਼ਾ ਲਵੇ, ਆੜ੍ਹਤੀਏ ਕੋਲ ਫਸਲ ਵੇਚੇ। ਨਵਾਂ ਐਕਟ ਵਿੱਚ ਕੋਈ ਕਿਸੇ ਕਿਸਮ ਦਾ ਬੰਧਨ ਨਹੀਂ ਖੜਾ ਕਰਦਾ। ਸੋ ਪਰ ਇਹਦੇ ਵਿੱਚ ਇੰਨਾ ਜ਼ਰੂਰ ਹੈ ਕਿ ਜੇ ਉਹ ਬਾਹਰ ਮੰਡੀ ਤੋਂ ਆਪਦੀ ਪ੍ਰੋਡਕਟ ਵੇਚ ਰਿਹਾ ਤਾਂ ਉਹਨੂੰ ਬਾਹਰੋਂ ਜਿਹੜਾ ਉਹ ਤੋਂ ਪ੍ਰੋਡਕਟ ਖਰੀਦ ਰਿਹਾ ਹੈਗਾ ਉਹ ਕੋਈ ਐਸਾ ਆਲਟਰਨੇਟ ਨਹੀਂ ਦੇ ਰਿਹਾ ਕਿ ਜੇ ਜ਼ਿਮੀਂਦਾਰ ਨੂੰ ਪਹਿਲਾਂ ਪੈਸੇ ਦੀ ਲੋੜ ਹੈਗੀ ਆ ਉਹ ਨਹੀਂ ਪ੍ਰੋਵਾਈਡ ਕਰਨੀ ਹੈ। ਇਹ ਗੱਲ ਠੀਕ ਹੈ ਨਾ? ਨਹੀਂ, ਇਹਦੇ ਵਿੱਚ ਕੋਈ ਐਸੀ ਪ੍ਰੋਵੀਜ਼ਨ ਨਹੀਂ ਹੈ, ਪਰ ਜਦੋਂ ਕੰਟਰੈਕਟ ਹੋਏਗਾ ਫਾਰਮਿੰਗ ਦਾ, ਜਿਹੜਾ ਕੰਟਰੈਕਟ ਆ ਉਹਨੂੰ ਹਾਲ ਦੀ ਘੜੀ ਇਸ ਕਰਕੇ ਖੁੱਲਾ ਛੱਡ ਦਿੱਤਾ ਗਿਆ ਸਰਕਾਰ ਨੇ। ਉਹ 'ਚ ਇੱਕ ਪ੍ਰਪੋਜ਼ਲ ਆ ਵੀ ਸਰਕਾਰ ਆਈਡੀਅਲ ਜਿਹੜਾ ਕੋਈ ਕੰਟਰੈਕਟ ਆ ਉਹਦੀ ਲੈਂਗੁਏਜ ਵੀ ਕਿਸਾਨ ਨੂੰ ਮੁਹੱਈਆ ਕਰਾਏਗੀ ਜੇ ਦੋਵੇਂ ਧਿਰਾਂ ਵਰਤਣੀਆਂ ਚਾਹੁਣ। ਜੇ ਦੋਵੇਂ ਧਿਰਾਂ ਜਿਹੜੇ ਕਿਸਾਨ ਜਥੇਬੰਦੀਆਂ ਭੱਜੀਆਂ ਫਿਰਦੀਆਂ ਜਾਂ ਜਿਹੜੇ ਕਿਸਾਨ ਹਮਦਰਦ ਭੱਜੇ ਫਿਰਦੇ, ਜੇ ਚਾਹੁੰਦੇ ਆ ਵੀ ਅਸੀਂ ਵਧੀਆ ਕੰਟਰੈਕਟ ਦਾ ਕੋਈ ਫਾਰਮੂਲਾ ਪੇਸ਼ ਕਰੀਏ ਤੇ ਇਹ ਵੀ ਇੱਕ ਬਣਾ ਸਕਦੇ ਇੱਕ ਪਰਫਾਰਮਾ ਵੀ ਜੀ ਇਹਨੂੰ ਵਰਤਣ। ਉਹਦੇ ਵਿੱਚ ਹੋ ਸਕਦਾ ਜੇ ਐਡਵਾਂਸ ਪੈਸੇ ਲੈਣ ਦੀ ਕੋਈ ਫੈਸਿਲਿਟੀ ਹੋਵੇ, ਕੋਈ ਐਡਵਾਂਸ ਕਿਸੇ ਕਿਸਮ ਦੀ ਮਸ਼ੀਨ ਜਾਂ ਸੀਡ ਦੀ ਫੈਸਿਲਿਟੀ ਹੋਵੇ, ਉਹਦੇ ਵਿੱਚ ਲਿਖੀ ਹੋਵੇ, ਤੇ ਉਹ ਵੀ ਹੋ ਸਕਦੀ ਹੈ। ਐਵਰੀਥਿੰਗ ਇਜ਼ ਪੋਸੀਬਲ।
everything is possible under that contract, ਪਰ ਉਹ contract ਕਿਵੇਂ ਕਰਨਾ ਉਹ ਕਿਸਾਨ ਤੇ ਕਾਰਪੋਰੇਸ਼ਨ ਦਾ ਪਰਸਨਲ ਮਾਮਲਾ ਹੈ। ਸਰਕਾਰ ਇੱਕ ਪਰਫਾਰਮਾ ਮਰੀਆ ਕਰਾਏਗੀ, ਉਹ ਕਾਨੂੰਨ ਵਿੱਚ ਲਿਖਿਆ ਹੈ। ਕਿਸਾਨ ਜਥੇਬੰਦੀਆਂ ਵੀ ਕਰਵਾ ਸਕਦੀਆਂ, ਪੰਜਾਬ ਸਰਕਾਰ ਵੀ ਕਰਾ ਸਕਦੀ, ਬਾਕੀ ਸੂਬੇ ਦੀਆਂ ਸਰਕਾਰਾਂ ਵੀ ਕਰਾ ਸਕਦੀਆਂ ਕਿ ਐਸਾ ਕੰਟਰੈਕਟ ਹੋਵੇ ਜਿਸ 'ਚ ਫਾਰਮਰ ਦੇ ਨਾਲ ਧੱਕਾ ਨਾ ਹੋਵੇ। ਪਰ ਸਰਕਾਰ ਨੇ ਜਿਹੜਾ ਫਰੇਮਵਰਕ ਮੁਹੱਈਆ ਪਹਿਲਾਂ ਕਰਵਾ ਦਿੱਤਾ ਉਹ 'ਚ ਦੱਸਤਾ ਵੀ ਜ਼ਮੀਨ ਦੇ ਉੱਤੇ ਕੰਟਰੈਕਟ ਨਹੀਂ ਹੋ ਸਕਦਾ, ਜ਼ਮੀਨ ਦੇ ਉੱਤੇ ਮੌਰਗੇਜ ਨਹੀਂ ਹੋ ਸਕਦੀ, ਜ਼ਮੀਨ ਦੀ ਸੇਲ ਨਹੀਂ ਹੋ ਸਕਦੀ। ਇੱਥੋਂ ਤੱਕ ਜਿਹੜਾ ਮੈਕੈਨਿਜ਼ਮ ਆ ਡਿਸਪਿਊਟ ਦਾ ਵੀ ਜੇ ਝਗੜਾ ਹੋ ਜਾਵੇ ਤਾਂ ਕਿਵੇਂ ਹੱਲ ਹੋਣਾ, ਉਹਦੇ ਐਂਡ ਦੇ ਵਿੱਚ 15 ਮੱਧ ਚੈਪਟਰ 2 ਦੀ ਇਹ ਕਹਿੰਦੀ ਆ ਕਿ ਜੇ ਫੈਸਲਾ ਡਿਸਪਿਊਟ ਮੈਕੈਨਿਜ਼ਮ ਦਾ ਕਿਸਾਨ ਦੇ ਖਿਲਾਫ ਚਲੇ ਜਾਵੇ, ਕਿਸਾਨ ਦੇ ਖਿਲਾਫ ਭਾਵੇਂ ਚਲਾ ਜਾਵੇ, ਕਿਸਾਨ ਦੀ ਜ਼ਮੀਨ ਦੇ ਖਿਲਾਫ ਨਹੀਂ ਜਾ ਸਕਦਾ, ਉੱਤੇ ਕੋਈ ਲੀਨ ਨਹੀਂ ਪਾ ਸਕਦਾ ਜਾ ਕੇ ਵੀ ਕਿਸਾਨ ਬਾਅਦ 1 ਲੱਖ ਰੁਪਇਆ ਨਿਕਲ ਗਿਆ, 1 ਲੱਖ ਦੀ ਲੀਨ ਅਸੀਂ ਉਹਦੀ ਜ਼ਮੀਨ ਤੇ ਐਗਰੀਕਲਚਰ ਜ਼ਮੀਨ ਤੇ ਜਾਂ ਕੋਈ ਸ਼ੈਡ ਸ਼ੂਡ ਬਣਾਇਆ ਉੱਤੇ ਪਾ ਦਈਏ, ਉਹ ਪੋਸੀਬਲ ਨਹੀਂ ਹੈ। ਤਾਂ ਵੀ ਜ਼ਮੀਨ ਪ੍ਰੋਟੈਕਟਡ ਹੈ। ਫਿਰ ਦਿਓ ਸਾਹਿਬ, ਜਿਹੜਾ ਇੰਨੀਆਂ ਆਪੋਜੀਸ਼ਨ ਪਾਰਟੀਆਂ ਨੇ ਸਾਰੀਆਂ ਰਲ ਕੇ ਇੰਨਾ ਕੁਛ ਜਿਹੜੀ ਫੈਡਰਲ ਗਵਰਨਮੈਂਟ ਆ ਉਹਦੇ ਅਗੇਂਸਟ ਬੋਲ ਰਹੀਆਂ ਨੇ, ਇੰਨੇ ਵੱਡੇ ਵੱਡੇ ਮੁਜ਼ਾਹਰੇ ਹੋ ਰਹੇ ਨੇ, ਕੀ ਤੁਹਾਨੂੰ ਲੱਗਦਾ ਕਿ ਇਹਨਾਂ ਨੂੰ ਸਾਰਿਆਂ ਨੂੰ ਇਸ ਐਕਟ ਦਾ ਪਤਾ ਹੀ ਨਹੀਂ ਹੈ, ਸਮਝਾ ਹੀ ਨਹੀਂ ਸਕੇ, ਜਾਂ ਹਰ ਬੰਦਾ, ਬਹੁਤ ਸਾਰੇ ਲੋਕ ਇਸ ਵੇਲੇ ਸੜਕਾਂ ਤੇ ਆਏ ਹੋਏ ਨੇ, ਰੇਲਾਂ ਬਲੌਕ ਕੀਤੀਆਂ ਜਾ ਰਹੀਆਂ ਨੇ, ਇੰਨਾ ਰੌਲਾ ਪਿਆ ਹੋਇਆ, ਇਹਦਾ ਫਿਰ ਕਾਰਨ ਕੀ ਹੋਇਆ ਕਿ ਸਰਕਾਰ ਜਿਹੜੀ ਹੈ ਫੈਡਰਲ ਸਰਕਾਰ ਆ ਉਹ ਨਾਕਾਮਯਾਬ ਰਹੀ ਹੈ ਇਸ ਚੀਜ਼ ਨੂੰ ਲੋਕਾਂ ਨੂੰ ਵੇਚਣ ਵਾਸਤੇ? ਮੈਂ ਤੁਹਾਡੀ ਆਖਰੀ ਗੱਲ ਨਾਲ ਸਹਿਮਤ ਹਾਂ ਵੀ ਸਰਕਾਰ ਇਸ ਐਕਟ ਬਾਰੇ ਲੋਕਾਂ ਵਿੱਚ, ਮੀਡੀਆ ਵਿੱਚ ਤੇ ਕਿਸਾਨਾਂ ਵਿੱਚ ਪ੍ਰੋਪਰ ਇਹਨੂੰ ਪ੍ਰਚਾਰ ਨਹੀਂ ਸਕੀ ਵੀ ਇਹਦੇ ਵਿੱਚ ਹੈ ਕੀ ਹੈ। ਹਾਲਾਂਕਿ ਮੀਡੀਆ ਸਰਕਾਰ ਦੇ ਹੱਥ ਵਿੱਚ ਹੈ, ਮੀਡੀਆ ਸਰਕਾਰ ਦੇ ਹੱਥ ਵਿੱਚ ਹੈ, ਸਾਰਾ ਮੀਡੀਆ ਉਹਨਾਂ ਦੇ ਹੱਕ 'ਚ ਬੋਲਦਾ ਹੈ। ਜਿੱਥੋਂ ਤੱਕ ਇਹਦਾ ਵਿਰੋਧ ਕਰਨ ਵਾਲਿਆਂ ਦਾ ਸਵਾਲ ਆ, ਉਹਦੇ ਵਿੱਚ ਬਹੁਤੇ ਮਿਸਇਨਫਾਰਮਡ ਆ। ਹਾਂਜੀ, ਪਰ ਕੁਝ ਜਿਹੜੇ ਉਹਨਾਂ ਦੇ ਲੀਡ ਕਰ ਰਹੇ ਉਹ ਸ਼ੈਤਾਨ ਆ। ਉਹਨਾਂ ਨੂੰ ਸਭ ਪਤਾ, ਹੁਣ ਸੁਖਬੀਰ ਬਾਦਲ ਨੂੰ ਸਭ ਪਤਾ ਕਿ 2013 ਦਾ ਉਹਦਾ ਕੰਟਰੈਕਟ ਫਾਰਮਿੰਗ ਐਕਟ ਕੀ ਸੀਗਾ ਤੇ ਮੋਦੀ ਵਾਲਾ ਕੀ ਆ। ਹਰਸਿਮਰਤ ਬਾਦਲ ਨੂੰ ਬਿਲਕੁਲ ਪਤਾ, ਕੈਪਟਨ ਅਮਰਿੰਦਰ ਸਿੰਘ ਨੂੰ ਬਿਲਕੁਲ ਪਤਾ ਵੀ ਇਹਦੇ ਵਿੱਚ ਕੀ ਆ। ਉਹ ਸਭ ਸ਼ਰਾਰਤ ਕਰ ਰਹੇ ਆ, ਉਹ ਸਿਰਫ ਇਹਨੂੰ ਪੋਲੀਟੀਕਲ ਇਸ਼ੂ ਦੇ ਤੌਰ ਤੇ ਵਰਤ ਰਹੇ। ਜਿਹੜਾ ਆਮ ਕਿਸਾਨ ਆ ਉਹ ਮਿਸਇਨਫਾਰਮਡ ਆ। ਇਹਦੇ ਵਿੱਚ ਕਿਸਾਨ ਦੀਆਂ ਪ੍ਰੋਟੈਕਸ਼ਨਸ ਬਹੁਤ ਜ਼ਿਆਦਾ ਹੈ। ਇਸ ਕਾਨੂੰਨ ਦੇ ਵਿੱਚ ਕਿਸਾਨ ਦੇ ਨਾਲ ਧੋਖਾ ਹੋ ਜਾਣ ਦੇ ਚਾਂਸਸ ਬਹੁਤ ਜ਼ਿਆਦਾ ਮਿਨੀਮਮ ਆ। ਬਹੁਤ ਵਧੀਆ ਕਾਨੂੰਨ ਆ ਉਸ ਪੱਖੋਂ। ਅਗਰ ਤੁਸੀਂ ਖੇਤੀ ਸੈਕਟਰ ਦੇ ਵਿੱਚ ਇਨਵੈਸਟਮੈਂਟ ਚਾਹੁੰਦੇ ਹੋ ਤੇ ਇਹ ਬਹੁਤ ਵਧੀਆ ਹੈ। ਸਰ, ਇਹਦੇ ਵਿੱਚ ਇੱਕ ਇਹ ਵੀ ਸ਼ਾਇਦ ਜਦੋਂ ਗੱਲਬਾਤ ਹੋ ਰਹੀ ਸੀ ਕਿਸਾਨਾਂ ਨਾਲ, ਉਹਨਾਂ ਨੇ ਇਹ ਵੀ ਜ਼ਿਕਰ ਕੀਤਾ ਕਿ ਇਹਦੇ ਵਿੱਚ ਜਿਹੜਾ ਆ ਐਸੈਂਸ਼ੀਅਲ ਜਿਹੜੀਆਂ ਕਮੋਡਿਟੀਜ਼ ਨੇ ਉਹਨਾਂ ਦੀ ਜਿਹੜੀ ਆ ਸਟੋਰੇਜ ਨੂੰ ਲੈ ਕੇ ਵੀ ਇੱਕ ਮਤ ਪਾਸ ਕੀਤਾ ਗਿਆ ਕਿ ਜਿੰਨੀ ਮਰਜ਼ੀ ਲਿਮਿਟ ਦੇ ਵਿੱਚ ਸਟੋਰੇਜ ਕੀਤੀ ਜਾ ਸਕਦੀ ਹੈ। ਸੋ ਇਹਦੇ ਬਾਰੇ ਵੀ ਪੁੱਛਣਾ ਚਾਹੁੰਦੇ ਹਾਂ ਕਿ ਕੀ ਇਹ ਵਾਕਈ ਸੱਚ ਹੈ? ਇਦਾਂ ਤਾਂ ਫਿਰ ਇਦਾਂ ਹੋਏਗਾ ਕਿਉਂਕਿ ਜਿਹੜਾ ਇੱਕ ਛੋਟਾ ਕਿਸਾਨ ਆ ਉਹ ਜਿੰਨੀ ਕੁ ਫਸਲ ਵੇਚਦਾ ਆ ਉਹ ਤੋਂ ਜੋ ਮੁਨਾਫਾ ਕੱਟਦਾ ਉਹ ਤੋਂ ਆਪਣੀ ਅਗਲੀ ਫਸਲ ਤਿਆਰ ਕਰ ਲੈਂਦਾ। ਉਹਦੇ ਕੋਲ ਕੋਈ ਸਿਸਟਮ ਨਹੀਂ ਹੈਗਾ। ਇਦਾਂ ਤਾਂ ਆਉਣ ਵਾਲੇ ਸਮੇਂ ਵਿੱਚ ਜਿਹੜੇ ਆ ਵੱਡੇ ਵੱਡੇ ਕਾਰਪੋਰੇਟ ਘਰਾਣੇ ਉਹ ਤੋਂ ਕੀਮਤ ਤੇ ਲੈ ਕੇ ਸਟੋਰੇਜ ਕਰ ਸਕਦੇ ਆ ਚੀਜ਼ਾਂ। ਦੇਖੋ, ਮੈਂ ਤਾਂ ਤੁਹਾਨੂੰ ਪਹਿਲਾਂ ਹੀ ਕਹਿ ਦਿੱਤਾ ਵੀ ਜਿਹੜੀ 1955 ਦੇ ਐਕਟ ਦੇ ਵਿੱਚ ਅਮੈਂਡਮੈਂਟ ਜਿਹੜੀ ਕੀਤੀ, ਜਿਹੜਾ ਸਭ ਤੋਂ ਛੋਟਾ ਕਾਨੂੰਨ ਆ, ਜਿਹੜਾ ਅਮੈਂਡਮੈਂਟ ਐਕਟ ਆ, ਉਹਦੇ ਵਿੱਚ ਜੇ ਸੋਧ ਨਹੀਂ ਸੀ ਕਰਦੇ ਤੇ ਕੋਈ ਵੀ ਵਪਾਰੀ ਚੀਜ਼ ਕੋਈ ਖਰੀਦ ਕੇ ਚਾਹੇ ਉਹ 100 ਟਨ ਗੰਢਾ ਹੀ ਕਿਤੇ ਸਟੋਰ ਕਰ ਲਵੇ ਤੇ ਉਹਦੇ ਤੇ ਕੇਸ ਬਣ ਸਕਦਾ ਸੀ ਵੀ ਤੂੰ ਹੋਰਡਿੰਗ ਕਰ ਰਿਹਾ। ਹੁਣ ਉਹ ਲੀਗਲ ਹੋ ਗਿਆ। ਉਹਨੂੰ ਫੈਸਿਲਿਟੇਟ ਕਰਨ ਵਾਸਤੇ ਕਿ ਉਹ ਖਰੀਦ ਕੇ ਉਹਨੂੰ ਕੋਲਡ ਸਟੋਰੇਜ ਰੱਖੇ, ਉਹਨੂੰ ਜਮ੍ਹਾਂ ਕਰੇ, ਉਹਨੂੰ ਇਹ ਹੱਕ ਦੇਣ ਵਾਸਤੇ ਅਮੈਂਡਮੈਂਟ ਹੀ ਤਾਂ ਕੀਤੀ ਗਈ ਆ। ਪਰ ਨਾਲ ਇੱਕ ਪ੍ਰੋਟੈਕਸ਼ਨ ਵੀ ਪਾ ਦਿੱਤੀ ਗਈ ਕਿ ਜੇ ਅਨਾਜ ਦੀ ਕੀਮਤ ਵਿੱਚ 50% ਦੀ ਵਾਧਾ ਹੋਵੇ, ਲੜਾਈ ਦਾ ਮਾਹੌਲ ਹੋਵੇ, ਭੁੱਖਮਰੀ ਦਾ ਮਾਹੌਲ ਹੋਵੇ ਤੇ ਸਰਕਾਰ ਡਾਇਰੈਕਟ ਦਖਲ ਦੇ ਸਕਦੀ ਹੈ। ਇਹਦਾ ਮਤਲਬ ਇਹ ਵੀ 49% ਤੱਕ ਚੈੱਕ ਐਂਡ ਬੈਲੈਂਸ। ਤੁਸੀਂ ਮੈਨੂੰ ਇਹ ਦੱਸੋ ਵੀ ਜੇ ਕੋਈ ਵਪਾਰੀ 100 ਟਨ ਕਣਕ ਖਰੀਦ ਲੈਂਦਾ ਤਾਂ ਉਹਨੂੰ ਪ੍ਰੋਫਿਟ ਲਈ ਰੱਖਣੀ ਆ, ਹੁਣ ਇਸ ਕਰਕੇ ਤਾਂ ਨਹੀਂ ਰੱਖਣੀ ਵੀ ਮੈਂ ਇਹਨੂੰ 5 ਸਾਲ ਹੀ ਗੋਦਾਮ ਦੇ ਵਿੱਚ ਰੱਖ ਛੱਡਾਂ ਫਿਰ ਪ੍ਰੋਫਿਟ ਪਾਵਾਂ। ਉਹ ਤਾਂ ਕਹੇਗਾ ਵੀ ਮੈਂ 100 ਟਨ ਕਣਕ ਖਰੀਦੀ ਆ, ਜਿੰਨੀ ਛੇਤੀ ਇਹਨੂੰ ਵੇਚ ਕੇ ਫਿਰ ਨਵੀਂ ਚੀਜ਼ ਖਰੀਦ ਕੇ ਫਿਰ ਵੇਚ ਕੇ ਮੈਂ ਤਾਂ ਬਾਰ-ਬਾਰ ਖਰੀਦ ਕੇ ਬਾਰ-ਬਾਰ ਵੇਚ ਕੇ ਮਲਟੀਪਲ ਡੀਲਸ ਕਰਕੇ ਵੱਧ ਤੋਂ ਵੱਧ ਪੈਸੇ ਬਣਾਵਾਂ, ਨਾ ਕਿ ਮੈਂ 100 ਟਨ ਕਣਕ ਖਰੀਦ ਕੇ ਸੋਚਾਂ ਵੀ ਇੱਥੇ 10 ਰੁਪਏ ਪਰ ਕਿਲੋ ਬਣਾਉਣੇ ਆ ਤਾਂ 5 ਸਾਲਾਂ 'ਚ ਮੈਂ ਸਟੋਰ ਕਰਕੇ ਬੈਠਾ ਰਹਿਣਾ ਜਦੋਂ ਆ ਜਾਵੇ। ਇਹਦੇ ਸਰ ਕਿਸਾਨ ਦਾ ਸਰ ਇਹਦੇ 'ਚ ਕਿਸਾਨ ਦਾ ਕੀ ਫਾਇਦਾ ਹੋਏਗਾ ਜਿਹੜਾ ਇਸ ਬਿੱਲ 'ਚ ਅਮੈਂਡਮੈਂਟ ਕੀਤੀ ਗਈ ਹੈ? ਕਿਸਾਨ ਦਾ ਮੈਡਮ ਫਾਇਦਾ ਇਹ ਆ ਵੀ ਉਹਦੀ ਕਣਕ ਜਾਂ ਉਹਦੀ ਜਿਹੜੀ ਪ੍ਰੋਡਿਊਸ ਆ ਉਹ ਫਟਾਫਟ ਵਿਕੇਗੀ, ਉਹਨੂੰ ਇੱਕ ਤੋਂ ਵੱਧ ਖਰੀਦਦਾਰ ਲੱਭਣਗੇ, ਉਹ ਮੰਡੀ ਜਾ ਕੇ ਚਾਹੇ ਮੰਡੀ ਵੇਚ ਸਕੇਗਾ, ਆਨਲਾਈਨ ਜੇ ਉਹਦੇ ਕੋਲ ਫੈਸਿਲਿਟੀ ਵੇਚਣ ਦੀ ਤੇ ਉਹ ਆਨਲਾਈਨ ਵੇਚ ਸਕੇਗਾ, ਜੇ ਉਹਦੇ ਫਾਰਮ ਦੇ ਗੇਟ ਤੇ ਆ ਕੇ ਕੋਈ ਖਰੀਦਣਾ ਚਾਹਵੇ ਤੇ ਫਾਰਮ ਦੇ ਗੇਟ ਤੇ ਉਹ ਵੇਚ ਸਕੇਗਾ। ਈਵਨ ਹੈ ਮਲਟੀਪਲ ਆਪਸ਼ਨਸ ਵੀ ਮੈਂ ਕਿੱਥੇ ਵੇਚਣਾ ਇਹਨੂੰ। ਕੱਲ ਨੂੰ ਇਹ ਵੀ ਹੋ ਸਕਦਾ ਕਿ ਉਹਦੀ ਖਰੀਦ ਰੇਟ ਤੋਂ ਜਿਹੜੀ ਉਹਦੀ ਲਾਗਤ ਮੁੱਲ ਹੈ MSP ਤੋਂ ਘੱਟ ਵੀ ਉਹ ਤੋਂ ਖਰੀਦੀ ਜਾ ਸਕਦੀ ਹੈ ਇਸ ਚੱਕਰ ਦੇ ਵਿੱਚ।
ਦੇਖੋ ਅਗਰ ਡਿਮਾਂਡ ਐਂਡ ਸਪਲਾਈ ਦੇ ਪਿੱਛੇ ਤੁਸੀਂ ਜਾਣਾ, ਜੇ ਸਾਰਾ ਜ਼ਿਲ੍ਹਾ ਟਮਾਟਰ ਹੀ ਬੀਜ ਲਵੇ ਤੇ ਨੈਚੁਰਲੀ ਉਹਦੀ ਕੀਮਤ ਡਿੱਗੇਗੀ। ਉਹਦੀ ਪ੍ਰੋਟੈਕਸ਼ਨ ਵਾਸਤੇ ਤਾਂ ਕੰਟਰੈਕਟ ਫਾਰਮਿੰਗ ਆ, ਤਾਂ ਕਿ ਕੰਟਰੈਕਟ ਪਹਿਲਾਂ ਹੋ ਜਾਏ। ਜਦੋਂ ਕੰਟਰੈਕਟ ਫਾਰਮਿੰਗ ਦਾ ਮਤਲਬ ਇਹ ਆ ਜਿਹੜਾ ਫਾਰਮਰ ਆ ਉਹਨੂੰ ਦਸਤਖਤ ਕਰਨ ਵੇਲੇ ਪਤਾ ਵੀ ਮੇਰੇ ਟਮਾਟਰ ਜਾਂ ਮੇਰੇ ਆਲੂ ਇੰਨੇ ਨੂੰ ਵਿਕਣੇ ਆ ਤੇ ਇੰਨੀ ਮੇਰੀ ਲਾਗਤ ਆ ਤੇ ਇੰਨਾ ਪ੍ਰੋਫਿਟ ਮੈਂ ਪਰ ਏਕੜ ਬਣਾ ਲਾਂਗਾ। ਸਰ ਇਹੀ ਤਾਂ ਕਿਸਾਨ ਉਹਨੂੰ ਪਹਿਲਾਂ ਇਸ਼ੋਰਿਟੀ ਹੋਏਗੀ ਤਾਂ ਉਹ ਬੀਜੇਗਾ। ਜਿਹੜੀ ਕਾਰਪੋਰੇਸ਼ਨ ਉਹਨੇ ਸਿਰ ਮਾਰਨੇ ਤੁਹਾਡੇ ਟਮਾਟਰ ਖਰੀਦ ਕੇ, ਜੇ ਉਹ ਕੈਚਅਪ ਬਣਾ ਕੇ ਉਹ ਚੋਂ ਪੈਸੇ ਨਹੀਂ ਬਣਾ ਸਕਦੀ। ਇਹੀ ਤਾਂ ਕਿਸਾਨ ਕਹਿ ਰਹੇ ਨੇ ਨਾ, ਇਹੀ ਕਿਸਾਨ ਕਹਿ ਰਹੇ ਨੇ ਜੇ ਸਟੋਰੇਜ ਦੀ ਗੱਲ ਹੋ ਰਹੀ ਹੈ ਜਾਂ ਤਾਂ ਸਰਕਾਰ ਏਦਾਂ ਕਰੇ ਕਿ ਉਹਨਾਂ ਨੂੰ ਸਟੋਰੇਜ ਲਈ ਸਥਾਨ ਮੁਹੱਈਆ ਕਰਵਾਏ। ਉਹ ਕਿਸਾਨ ਖੁਦ ਸਟੋਰੇਜ ਕਰਨ ਲਈ ਰੈਡੀ ਨੇ, ਕਿਸਾਨ ਮੁਹੱਈਆ ਉਹਨਾਂ ਲਈ ਸਟੋਰੇਜ ਲਈ ਪਲੇਸਿਸ ਮੁਹੱਈਆ ਕਰਵਾਏ। ਉਹ ਉੱਥੇ ਆਪਣੀ ਫਸਲ ਜਿਹੜੀ ਆ ਉੱਥੇ ਸਟੋਰ ਕਰਕੇ ਖੁਦ ਰੱਖ ਸਕਦੇ ਆ, ਤਾਂ ਕਿ ਜਦੋਂ ਉਹਨਾਂ ਨੂੰ ਵਾਜਿਬ ਮੁੱਲ ਮਿਲੇ ਉਹਦੇ ਉੱਤੇ ਉਹ ਵੇਚ ਸਕਣ। ਉਹਨਾਂ ਨੂੰ ਉਨੀ ਦੇਰ ਤੱਕ ਜਦ ਤੱਕ ਸਟੋਰੇਜ ਕਰ ਗਿਆ ਸਰਕਾਰ ਕੋਈ ਨਾ ਕੋਈ 80% ਦੀ ਕਿਸੇ ਤਰੀਕੇ ਨਾਲ ਉਹਨਾਂ ਨੂੰ ਉਹ ਚੀਜ਼ ਦਾ ਪੈਸੇ ਦੇਣ ਆਪਦੀ ਫਸਲ ਦੇ। ਉਹ ਗੱਲ ਇਹੀ ਕਹਿ ਰਹੇ ਇਹਦੇ ਵਿੱਚ ਤਾਂ ਇੱਕ ਤਰੀਕੇ ਨਾਲ ਸਿੱਧਾ ਕੰਪਨੀਆਂ ਨੂੰ ਫਾਇਦਾ ਹੋ ਰਿਹਾ ਕਿ ਉਹ ਜਿੰਨੀ ਮਰਜ਼ੀ ਕੀਮਤ ਦੇ ਉੱਤੇ ਕਿਸਾਨ ਤੋਂ ਖਰੀਦਣ। ਉਹ ਜਿਵੇਂ ਹੁਣ ਆਲੂਆਂ ਦੀ ਗੱਲ ਹੋ ਗਈ, 2 ਰੁਪਏ ਕਿਲੋ ਆਲੂ ਉਹ ਖਰੀਦ ਰਹੇ ਨੇ, ਮੁੜ ਕੇ 20 ਰੁਪਏ ਵਾਲੇ ਲੇਸ ਬਣਾ ਕੇ ਆਲੂ ਦੇ ਉਹ ਵੇਚ ਰਹੇ ਨੇ। ਕਿਸਾਨਾਂ ਨੂੰ ਇਹਦੇ ਵਿੱਚ ਕੀ ਫਾਇਦਾ ਮਿਲ ਰਿਹਾ ਵਾ? ਆਹੀ ਆਉਣ ਵਾਲੇ ਸਮੇਂ 'ਚ ਆਹੀ ਚੀਜ਼ ਉਹ ਕਹਿ ਰਹੇ ਨੇ। ਤੁਸੀਂ ਬਹੁਤ ਕਨਫਿਊਜ਼ਡ ਹੋ ਇਸ ਮਸਲੇ ਤੇ, ਤੁਸੀਂ ਟੋਟਲੀ ਕਨਫਿਊਜ਼ ਹੋ ਔਰ ਤੁਸੀਂ ਗਾਂ ਤੁਹਾਡੇ ਸੁਣਨ ਵਾਲਿਆਂ ਨੂੰ ਵੀ ਤੁਸੀਂ ਕਨਫਿਊਜ਼ ਕਰ ਰਹੇ ਹੋ। ਕਾਰਪੋਰੇਸ਼ਨ ਕਿਵੇਂ ਜਾ ਕੇ ਜਿੰਨੀ ਮਰਜ਼ੀ ਕੀਮਤ ਤੇ ਖਰੀਦ ਲੈਗੀ? ਕੰਟਰੈਕਟ ਫਾਰਮਿੰਗ ਦਾ ਮਤਲਬ ਆ ਫਸਲ ਬੀਜਣ ਤੋਂ ਪਹਿਲਾਂ ਕੰਟਰੈਕਟ ਕਰਨਾ। ਜਦੋਂ ਤੁਸੀਂ ਕੰਟਰੈਕਟ ਫਸਲ ਬੀਜਣ ਤੋਂ ਪਹਿਲਾਂ ਕਰ ਲਿਆ, ਉਹ 'ਚ ਕੀਮਤ ਸਪੈਸੀਫਾਈ ਕਰਤੀ, ਇਹ 'ਚ ਮੱਦਾ ਆ ਵੀ ਕੀਮਤ ਸਪੈਸੀਫਾਈ ਕੀਤੀ ਜਾਏਗੀ ਕਿੰਨੀ ਕੀਮਤ ਤੇ ਵੇਚਣਾ, ਤੇ 2 ਰੁਪਏ ਕਿਲੋ ਕਿਵੇਂ ਕਾਰਪੋਰੇਸ਼ਨ ਖਰੀਦ ਲੈਗੀ? ਆਪਣੀ ਮਰਜ਼ੀ ਤੇ ਕਿਵੇਂ ਖਰੀਦ ਲੈਗੀ? ਕੰਟਰੈਕਟ ਦੇ ਦਸਤਖਤ ਹੋ ਗਏ ਆ, ਫਸਲ ਬੀਜਣ ਤੋਂ ਪਹਿਲਾਂ ਦਸਤਖਤ ਹੋ ਗਿਆ ਵੀ ਇੰਨੇ ਨੂੰ ਅਸੀਂ ਕਿਲੋ ਲਵਾਂਗੇ ਜਾਂ ਇੰਨੇ ਨੂੰ ਕੁਆਂਟਲ ਲਵਾਂਗੇ, ਤੇ ਜਿਵੇਂ ਮਰਜ਼ੀ ਕਿਵੇਂ ਹੋ ਗਿਆ। ਫਿਰ ਤੁਸੀਂ ਇਹ ਕਹਿ ਰਹੇ ਹੋ ਕਿਸਾਨ ਨੂੰ ਸਟੋਰੇਜ ਮੁਹੱਈਆ ਕਰੇ ਗਵਰਨਮੈਂਟ। ਇੱਕ ਪਾਸੇ ਤੁਸੀਂ ਕਹਿੰਦੇ ਵੀ ਛੋਟਾ ਕਿਸਾਨ ਉਹ 10-20 ਬੋਰੀਆਂ ਕਣਕ ਦੀਆਂ ਵੇਚਣੀਆਂ, ਉਹ ਕਿੱਥੇ ਲਈ ਫਿਰੇ। ਦੂਏ ਪਾਸੇ ਤੁਸੀਂ ਕਹਿੰਦੇ ਜੀ ਉਹਨੂੰ ਸਟੋਰੇਜ ਮੁਹੱਈਆ ਕਰਾਓ। ਸਟੋਰੇਜ ਦੇ ਨਾਲ ਕੀਮਤ ਵੀ ਕੁਝ ਹੈ ਨਹੀਂ, ਸਟੋਰੇਜ ਕਰਨ ਦੀ ਤਾਂ ਉਹਦੇ ਕੋਲ ਕਪੈਸਿਟੀ ਹੈ ਨਹੀਂ, ਤੁਸੀਂ ਉਹਨੂੰ ਉਹ ਤੋਂ ਸਟੋਰੇਜ ਕਰਵਾ ਰਹੇ ਹੋ। ਮੈਡਮ ਇਹ ਜਿਹੜੇ ਕੰਮ ਆ ਜਿਹੜਾ ਸੋਰਟਿੰਗ, ਟਰਾਂਸਪੋਰਟੇਸ਼ਨ, ਸਟੋਰੇਜ, ਮਾਰਕੀਟਿੰਗ, ਇਹ ਜਿਹੜਾ ਕੰਮ ਆ ਇਹ ਕਿਸਾਨ ਦਾ ਨਹੀਂ ਹੈ। ਹਾਂ ਕੋਈ ਵੱਡਾ ਕਿਸਾਨ ਆ, ਉਹਨਾਂ ਕੋਲ ਕਾਰਪੋਰੇਸ਼ਨ ਬਣਾਈ ਹੋ ਇਦਾਂ ਦੀ, ਉਹਨਾਂ ਕੋਲ ਬਹੁਤ ਕੋਲਡ ਸਟੋਰੇਜ ਤੇ ਹੋਰ ਆਪਰਾ ਵੀ ਹੈਗਾ, ਉਹ ਵੀ ਕਾਰਪੋਰੇਸ਼ਨਾਂ ਹੀ ਆ, ਉਹ ਇਹ ਕੰਮ ਕਰ ਸਕਦੀਆਂ। ਹਰ ਜਿਹੜਾ ਫਾਰਮਰ ਆ ਉਹ ਪ੍ਰੋਸੈਸਰ ਤੇ ਰਿਟੇਲ ਸੈਲਰ ਨਹੀਂ ਜਾ ਕੇ ਬਣ ਸਕਦਾ ਵੀ ਪ੍ਰੋਸੈਸ ਵੀ ਕਰੇ, ਸਟਾਕ ਵੀ ਕਰੇ, ਸਟੋਰ ਵੀ ਕਰੇ। ਉਹ ਆਪਣੀਆਂ 10-20 ਬੋਰੀਆਂ ਕਣਕ ਦੀਆਂ ਜਾਂ 100 ਬੋਰੀ ਆਲੂਆਂ ਦੀ ਜਿਹੜੀ ਆ ਉਹਦੀ ਹੁਣ ਪਹਿਲਾਂ ਸਟਾਕ ਕਰੇ ਤੇ ਫਿਰ ਉਹ ਵੇਚਣ ਤੁਰਾ ਕਰਦੇ ਨੇ। ਇਹ ਕੰਮ ਵਪਾਰੀ ਦਾ ਆ, ਇਹ ਕੰਮ ਵਪਾਰੀ ਦਾ ਆ, ਹਰ ਕਿਸਾਨ ਦਾ ਨਹੀਂ। ਜੇ ਕਿਸਾਨ ਵਪਾਰੀ ਬਣਨਾ ਚਾਹਵੇ ਤੁਹਾਨੂੰ ਕੋਈ ਨਹੀਂ ਰੋਕ ਸਕਦਾ, ਉਹ ਵੀ ਵਪਾਰੀ ਬਣ ਸਕਦਾ। ਦਿਲ ਸਾਹਿਬ ਇੱਕ ਅਖੀਰ 'ਚ ਮੇਰੇ ਹੋਰ ਸਵਾਲ ਹੁਣੇ ਮਨ 'ਚ ਆਇਆ, ਜੇ ਕਾਰਪੋਰੇਸ਼ਨ ਦਾ ਤੇ ਕਿਸਾਨ ਦਾ ਕੋਈ ਝਗੜਾ ਹੋ ਜਾਂਦਾ ਹੈ ਤਾਂ ਉਹਦਾ ਨਿਪਟਾਰਾ ਕਿੱਥੇ ਹੋਏਗਾ, ਕਿਵੇਂ ਹੋਏਗਾ, ਕਿੰਨੀ ਛੇਤੀ ਹੋਏਗਾ? ਦੇਖੋ ਇਹ ਤੁਹਾਡਾ ਬਹੁਤ ਇੰਟਰਸਟਿੰਗ ਸਵਾਲ ਆ ਇਸ ਪੱਖੋਂ, ਕਿਉਂਕਿ ਇਹਦੇ ਤੇ ਵੀ ਜਿਹੜੇ ਲੋਕ ਬਾਹਰ ਰੌਲਾ ਪਾ ਰਹੇ ਨਾ ਉਹ ਡਬਲ ਸਟੈਂਡਰਡ ਦੋਹਰਾ ਸਟੈਂਡ ਲੈਂਦੇ ਆ। ਇੱਕ ਪਾਸੇ ਕਹਿਣਗੇ ਲਓ ਜੀ ਇਹ ਜਿਹੜੀਆਂ ਕਾਰਪੋਰੇਸ਼ਨਾਂ ਇਹਨਾਂ ਕੋਲ ਬਹੁਤ ਵੱਡੇ ਵਕੀਲ ਆ, ਇਹਨਾਂ ਦੇ ਵਕੀਲ ਜਿਹੜੇ ਆ ਫਾਰਮਰ ਵਿਚਾਰਾ ਕੀ ਕਰੇਗਾ, ਏਡੇ ਵਕੀਲ ਆ ਇਹਨਾਂ ਕੋਲ, ਇਹਨਾਂ ਨੇ ਤਾਂ ਫਾਰਮਰ ਨੂੰ ਖੁੰਝੇ ਲਾ ਦੇਣਾ। ਹਾਂਜੀ, ਤੁਸੀਂ ਵੀ ਸੁਣਿਆ ਹੋਏਗਾ। ਦੂਜੇ ਪਾਸੇ ਕਹਿਣਗੇ ਲਓ ਜੀ ਆ ਸਰਕਾਰ ਨੇ ਕੀ ਕੀਤਾ, ਸਰਕਾਰ ਕਹਿੰਦੀ ਹੈ ਜੀ SDM ਕੋਲ ਚਲੇ ਜਾਓ, SDM ਫੈਸਲਾ ਕਰੇਗਾ, SDM ਤਾਂ ਕਾਰਪੋਰੇਸ਼ਨ ਦੇ ਹੱਕ 'ਚ ਫੈਸਲਾ ਦੇਗਾ। ਹਾਂਜੀ, ਇਹ ਵੀ ਨਾਲ ਹੀ ਕਹਿੰਦੇ ਆ। ਬਿਲਕੁਲ, ਇਹ ਤਾਂ ਸਰਕਾਰ ਕੋਟਾ ਰਾਹੀਂ ਫੈਸਲਾ ਜਿਹੜਾ ਉਹਦੀ ਪ੍ਰੋਵੀਜ਼ਨ ਕਰਦੀ ਤੇ ਹਰ ਇੱਕ ਨੇ ਕਹਿਣਾ ਸੀ ਜੀ ਉਹਨਾਂ ਕੋਲ ਵੱਡੇ ਵਕੀਲ ਆ। ਸਰਕਾਰ ਨੇ ਕਿਹਾ ਨਾ ਜੀ ਕੋਰਟ ਤੋਂ ਬਾਅਦ ਚੱਲੇਗਾ ਕੰਮ। ਹਾਂਜੀ, ਆਹ ਗਾਈਡਲਾਈਨਸ ਹੋਣਗੀਆਂ, ਕੋਰਟ ਤੋਂ ਬਾਅਦ ਚੱਲੇਗਾ, ਜਿੱਥੇ ਫਾਰਮਰ ਨੂੰ ਵਕੀਲ ਨਾ ਕਰਨਾ ਪਵੇ, ਵਕੀਲ ਤੇ ਖਰਚਾ ਨਾ ਕਰਨਾ ਪਵੇ। SDM ਕੋ ਜਾਓ, SDM ਕੰਟਰੈਕਟ ਵੱਲ ਦੇਖੇਗਾ, ਉਹ ਕਹੇਗਾ ਜੀ ਆ ਸੱਚ ਆ, ਆ ਝੂਠ ਆ। ਜੇ ਉੱਥੇ ਤੁਸੀਂ ਸੈਟੀਸਫਾਈ ਨਹੀਂ, ਤੁਸੀਂ DC ਕੋਲ ਚਲ ਜਾਓ। ਉਹਨਾਂ ਨੇ ਹੁਣ ਕੋਰਟ ਤੋਂ ਬਾਹਰ ਰੱਖਿਆ, ਫਿਰ ਵੀ ਕਈ ਲੋਕ ਸੰਤੁਸ਼ਟ ਨਹੀਂ। ਫਿਰ ਉਹਨਾਂ ਨੇ ਕਮਾਲ ਦੀ ਗੱਲ ਐਟ ਦਾ ਐਂਡ ਕਰ ਦਿੱਤੀ, ਜਿਹੜੀ ਮੈਂ ਤੁਹਾਨੂੰ ਪਹਿਲਾਂ ਦੱਸ ਚੁੱਕਾ ਵੀ ਮੱਦ ਨੰਬਰ 15 ਵਿੱਚ ਉਹਨਾਂ ਨੇ ਕਹਿ ਦਿੱਤਾ ਰਿਗਾਰਡਲੈਸ ਫੈਸਲਾ ਕਿਸਾਨ ਦੇ ਖਿਲਾਫ ਵੀ ਚੱਲ ਜਾਵੇ, ਫੈਸਲਾ ਕਿਸਾਨ ਦੀ ਜ਼ਮੀਨ ਦੇ ਖਿਲਾਫ ਨਹੀਂ ਜਾ ਸਕਦਾ, ਜ਼ਮੀਨ ਦੇ ਉੱਤੇ ਕਲੇਮ ਨਹੀਂ ਪੈ ਸਕਦਾ। ਸੋ ਇਹਦਾ ਮਤਲਬ ਇਹ ਤੋਂ ਵੱਧ ਪ੍ਰੋਟੈਕਸ਼ਨ ਤੁਹਾਨੂੰ ਸਰਕਾਰ ਕੀ ਦੇ ਦੇਵੇ? ਤੁਹਾਨੂੰ ਵਕੀਲਾਂ ਤੋਂ ਵੀ ਬਾਹਰ ਕੱਢ ਦਿੱਤਾ, ਫਿਰ ਤੁਹਾਡੇ ਖਿਲਾਫ ਕੇਸ ਚਲਾਇਆ ਜਾਵੇ ਤੇ ਤੁਹਾਡੀ ਜ਼ਮੀਨ ਤੇ ਕਲੇਮ ਨਹੀਂ ਪੈ ਸਕਦਾ। ਹੋਰ ਦੱਸੋ ਸਰਕਾਰ ਕੀ ਕਰ ਲਵੇ? ਫਿਰ ਇਹਨਾਂ ਜੇ ਨਹੀਂ ਚੰਗਾ ਲੱਗਦਾ, ਜੇ ਸਰ ਨਹੀਂ ਚੰਗਾ ਲੱਗਦਾ ਹੈ ਉਹ ਕਿਸਾਨ ਨੂੰ ਤੇ ਵਪਾਰੀ ਨੂੰ, ਤਾਂ ਨਾ ਕਰਨ ਕੰਟਰੈਕਟ। ਫਿਰ ਜਿਹੜੀਆਂ ਮੰਡੀਆਂ ਚੱਲਦੀਆਂ ਉਹ ਚੱਲੀ ਜਾਣੀਆਂ, ਉਹਨਾਂ 'ਚ ਕੋਈ ਦਖਲ ਨਹੀਂ ਹੈ। ਤੇ ਫਿਰ ਇੰਨਾ ਤੁਸੀਂ ਅੱਗੇ ਵੀ ਇਹ ਗੱਲ ਕਹੀ ਆ, ਅੱਗੇ ਮੈਂ ਤੁਹਾਨੂੰ ਸਵਾਲ ਪੁੱਛਿਆ ਕਿ ਇਹ ਸਾਰੀ ਪੋਲੀਟਿਕਸ ਆ, ਇੰਨੇ ਲੋਕ ਇੰਨੀ ਪੋਲੀਟਿਕਸ ਦੇ ਵਿੱਚ ਇੰਨਾ ਹਜੂਮ ਇਨਵੋਲਵ ਹੋਏ ਨੇ, ਇੰਨੇ ਲੋਕ ਐਸੇ ਨੇ ਜਿਨ੍ਹਾਂ ਨੂੰ ਕਿ ਇਸ ਦਾ ਅਸਲ ਪਤਾ ਹੀ ਨਹੀਂ ਹੈ।
ਬਿਲਕੁਲ ਮੈਂ ਤੁਹਾਨੂੰ ਕਹਿੰਦਾ ਕਿ ਜਿਹੜੇ 90% ਬੰਦੇ ਐਜੀਟੇਟ ਕਰ ਰਹੇ ਆ ਬਾਹਰ, ਉਹਨਾਂ ਨੂੰ ਪਤਾ ਹੀ ਨਹੀਂ ਇਹਨਾਂ ਕਾਨੂੰਨਾਂ ਵਿੱਚ ਕੀ ਆ। ਜਿਹੜੇ ਉਹਨਾਂ ਨੂੰ ਐਜੀਟੇਟ ਕਰਨ ਨੂੰ ਬਾਹਰ ਲੈ ਕੇ ਆ ਰਹੇ ਆ, ਉਹਨਾਂ ਨੂੰ ਪਤਾ ਆ ਉਹ ਸ਼ਰਾਰਤੀ ਆ। ਉਹਦੇ ਵਿੱਚ ਮੈਂ ਤਾਂ ਤੁਹਾਡੇ ਸਾਹਮਣੇ ਨਾਮ ਹੀ ਲੈ ਦਿੱਤੇ ਵੀ ਹਰਸਿਮਰਤ ਨੂੰ ਸਭ ਪਤਾ ਇਹਦੇ ਵਿੱਚ ਕੀ ਆ, ਬਾਦਲ ਨੂੰ ਸਭ ਪਤਾ, ਸੁਖਬੀਰ ਨੂੰ ਕੀ ਆ, ਅਮਰਿੰਦਰ ਨੂੰ ਪਤਾ, ਇਹਨਾਂ ਦੇ ਹੇਠਲੇ ਜਿਹੜੇ ਲੀਡਰ ਤੁਰੇ ਫਿਰਦੇ ਆ, ਰਾਹੁਲ ਵਰਗੇ ਤੇ ਹੋਰ, ਇਹਨਾਂ ਨੂੰ ਸਭ ਨੂੰ ਪਤਾ ਇਹਦੇ ਵਿੱਚ ਕੀ ਆ। ਉਹ ਸ਼ਰਾਰਤ ਕਰ ਰਹੇ, ਉਹਨਾਂ ਨੇ ਇੱਕ ਮੁੱਦਾ ਪੋਲੀਟੀਕਲ ਲੱਭਿਆ ਹੈ, ਉਹ ਪੋਲੀਟਿਕਸ ਖੇਡ ਰਿਹਾ ਆਪਣੀ। ਉਹ ਸੋਚਦੇ ਚੋਂ ਰਿੜ ਕੇ ਅਸੀਂ ਕੁਝ ਕੱਢ ਲਵਾਂਗੇ, ਨਿਕਲਣਾ ਉਹਨਾਂ ਲਈ ਕੁਝ ਨਹੀਂ ਹੈ। ਤੇ ਹੋ ਸਕਦਾ ਵੀ ਜੇ ਕਿਸਾਨ ਨੂੰ ਸ਼ੱਕ ਹੋ ਜਾਏ ਨਾ ਕਾਨੂੰਨਾਂ ਤੇ ਵਪਾਰੀ ਨੂੰ ਵੀ ਹੋ ਜਾਏ ਵੀ ਪਤਾ ਨਹੀਂ ਸਿਰੇ ਲੱਗਣਾ, ਹੋ ਸਕਦਾ ਹੈ ਜਿੱਦਾਂ ਪੰਜਾਬ ਦਾ 2013 ਦਾ ਐਕਟ ਉਵੇਂ ਪਿਆ, ਇਹ ਵੀ ਇੱਦਾਂ ਹੀ ਪਿਆ ਰਹਿ ਜਾਣਾ ਤੇ ਫਾਰਮ ਸੈਕਟਰ ਦੇ ਵਿੱਚ ਇਨਵੈਸਟਮੈਂਟ ਜਿਹੜੀ ਆਉਣ ਦਾ ਸੁਪਨਾ ਹੈ ਸ਼ਾਇਦ ਉਹ ਸਾਕਾਰ ਵੀ ਨਾ ਹੋਵੇ। ਜੀ ਸਰ ਮੇਰਾ ਇੱਕ ਆਖਰੀ ਸਵਾਲ ਹੈ ਜਿਹਨੂੰ ਲੈ ਕੇ ਮੈਂ ਥੋੜੀ ਖੁਦ ਕਨਫਿਊਜ਼ ਹੈਗੀ ਹਾਂ। ਇੱਕ ਪਾਸੇ ਇਹ ਕਿਹਾ ਜਾ ਰਿਹਾ ਕਿ ਕਿਸਾਨ ਨੂੰ ਸਹੀ ਲੱਗਦਾ ਆ ਤਾਂ ਉਹ ਕੰਟਰੈਕਟ ਸਟਾਰਟਿੰਗ ਦੇ ਵਿੱਚ ਕਰ ਸਕਦੇ ਆ, ਕਿਸਾਨਾਂ ਨੂੰ ਸਹੀ ਨਹੀਂ ਲੱਗਦਾ ਉਹ ਮੰਡੀਆਂ ਵਿੱਚ ਜਾ ਕੇ ਵੇਚ ਸਕਦੇ ਆ। ਕੰਪਨੀਆਂ ਵੀ ਠੀਕ ਇਦਾਂ ਤਰੀਕੇ ਨਾਲ ਕੰਪਨੀਆਂ ਨੂੰ ਪ੍ਰੋਫਿਟ ਲੱਗਦਾ ਤਾਂ ਉਹ ਕਰ ਸਕਦੇ ਆ, ਪ੍ਰੋਫਿਟ ਨਹੀਂ ਲੱਗਦਾ ਤਾਂ ਉਹ ਨਹੀਂ ਕਰ ਸਕਦੇ। ਜਦ ਉਹਨਾਂ ਕੋਲ ਮੰਡੀਜ਼ ਦੀ ਆਪਸ਼ਨ ਹੈਗੀ ਹੈ, ਕੰਟਰੈਕਟਸ ਉਹਨਾਂ ਦੇ ਬੇਸ ਦੇ ਉੱਤੇ ਹੋਏਗਾ, ਜੇਕਰ ਉਹਨਾਂ ਨੂੰ ਪ੍ਰੋਫਿਟ ਲੱਗਦਾ ਤਾਂ ਨਹੀਂ, ਤਾਂ ਫਿਰ ਇੰਨਾ ਜ਼ਿਆਦਾ ਕਿਉਂ ਖਿਲਾਰਾ ਪਾਇਆ ਜਾ ਰਿਹਾ? ਕਿਉਂਕਿ ਆਲਰੇਡੀ ਜੇ ਦੋਵੇਂ ਪੱਖ ਸਹਿਮਤ ਹੋਣਗੇ ਤਾਂ ਹੀ ਇਹ ਕੰਟਰੈਕਟ ਹੋ ਸਕੇਗਾ। ਮੈਂ ਤਾਂ ਜੀ ਬਿਲਕੁਲ ਤੁਹਾਡੀ ਗੱਲ ਨਾਲ ਸਹਿਮਤ ਆ ਵੀ ਕੰਟਰੈਕਟ ਤਾਂ ਹੀ ਹੋਏਗਾ ਜੇ ਦੋ ਪਾਰਟੀਆਂ ਸਹਿਮਤ ਆ। 2013 ਦਾ ਪੰਜਾਬ ਦਾ ਐਕਟ ਵੀ ਸਾਬਤ ਕਰਦਾ ਵੀ ਦੋਵਾਂ ਪਾਰਟੀਆਂ ਜਿਹੜੀਆਂ ਉਹ ਬਹੁਤੀਆਂ ਉਹਨਾਂ ਨੇ ਅਨੁਭਵ ਕੀਤਾ ਵੀ ਬਹੁਤਾ ਸਾਨੂੰ ਫਾਇਦਾ ਨਹੀਂ ਹੈ ਜਾਂ ਬਹੁਤਾ ਟਰਸਟ ਨਹੀਂ ਕੀਤਾ, ਉੱਦਾਂ ਹੀ ਪਿਆ। ਤੇ ਜੇ ਨਹੀਂ ਦੋਵੇਂ ਪਾਰਟੀਆਂ ਕਰਦੀਆਂ ਤੇ ਫਿਰ ਜਿਵੇਂ ਟ੍ਰੇਡਿੰਗ ਹੋ ਰਹੀ ਹੈ ਇਸ ਵੇਲੇ ਮੰਡੀਆਂ ਜਿੱਦਾਂ ਹੁੰਦੀ ਰਹੇਗੀ, ਕਿਉਂਕਿ ਜਿਹੜਾ ਬਾਹਰ ਰੌਲਾ ਪੈ ਰਿਹਾ ਤਾਂ ਕਿਸਾਨਾਂ ਦਾ ਕੰਸਰਨ ਸਿਰਫ ਇਹੀ ਹੈ ਇਸ ਟਾਈਮ, ਜਿੰਨੀ ਵੀ ਅਸੀਂ ਕਿਸੇ ਤੋਂ ਗੱਲਬਾਤ ਕਰਦੇ ਹਾਂ, ਕਿਸਾਨਾਂ ਦਾ ਕੰਸਰਨ ਸਿਰਫ ਇਹੀ ਹੈ ਕਿ ਇੱਕ ਪਾਸੇ ਜਦ ਸਾਡੇ ਕੋਲ ਦੋ ਆਪਸ਼ਨਸ ਨੇ ਇਸ ਵਕਤ, ਕੋਆਪਰੇਟ ਘਰਾਣਿਆਂ ਨੂੰ ਪਤਾ ਹੈ ਕਿ ਸਾਡੇ ਕੋਲ ਦੋ ਆਪਸ਼ਨਸ ਨੇ, ਅਸੀਂ ਚਾਹੀਏ ਮੰਡੀਆਂ 'ਚ ਵੀ ਵੇਚ ਸਕਦੇ ਹਾਂ, ਅਸੀਂ ਚਾਹੀਏ ਉਹਨਾਂ ਨਾਲ ਵੀ ਸਿੱਧਾ ਕੰਟੈਕਟ ਕਰ ਸਕਦੇ ਹਾਂ, ਉਹ ਸਾਨੂੰ ਵਧੀਆ ਭਾਅ ਦੇਣਗੇ। ਉਹਨਾਂ ਦਾ ਕਹਿਣਾ ਹੈ ਕਿ ਕੱਲ ਨੂੰ 5 ਸਾਲ 7 ਸਾਲ 10 ਸਾਲ ਤੱਕ ਅਸੀਂ ਉਹਨਾਂ ਨਾਲ ਗੱਲਬਾਤ ਕਰਦੇ ਹਾਂ, ਮੰਡੀਆਂ ਇੱਥੋਂ ਪੂਰੀ ਤਰ੍ਹਾਂ ਨਾਲ ਲਗਭਗ ਖਤਮ ਹੋ ਜਾਂਦੀਆਂ, ਲੌਸ ਜਾਂਦੀਆਂ ਨੇ, ਸਰਕਾਰ ਨੂੰ ਕੋਈ ਇਹਦਾ ਫਾਇਦਾ ਨਹੀਂ ਹੁੰਦਾ, ਸਰਕਾਰ ਮੰਡੀਆਂ ਚੱਕਣ ਦੀ ਗੱਲ ਕਰਦੀ ਆ, ਤਾਂ ਉਸ ਤੋਂ ਬਾਅਦ ਉਹਨਾਂ ਕੋਲ ਸਿਰਫ ਇੱਕੋ ਰਾਹ ਰਹਿ ਜਾਏਗਾ, ਉਹ ਹੋਏਗਾ ਕਿ ਕਾਰਪੋਰੇਟ ਘਰਾਣਿਆਂ ਨਾਲ ਡੀਲ ਕਰਨ ਦਾ। ਸੋ ਉਹਨਾਂ ਦਾ ਕੰਸਰਨ ਇਹੀ ਹੈ ਕਿ ਆਉਣ ਵਾਲੇ ਸਮੇਂ ਵਿੱਚ ਭਵਿੱਖ ਦੇ ਵਿੱਚ ਕੀ ਐਵੇਂ ਦੀ ਨੌਬਤ ਨਾ ਆ ਜਾਵੇ ਕਿ ਇੱਕ ਪਾਸੇ ਮੰਡੀਆਂ ਚੱਕੀਆਂ ਜਾਣ ਤੇ ਉਹਨਾਂ ਕੋਲ ਸਿਰਫ ਅਤੇ ਸਿਰਫ ਇੱਕ ਆਪਸ਼ਨ ਰਹਿ ਜਾਵੇ, ਉਹ ਹੋਵੇ ਕਿ ਕਾਰਪੋਰੇਟ ਘਰਾਣਿਆਂ ਨਾਲ ਜਿੰਨੀ ਕੀਮਤ ਉਹ ਕਹਿੰਦੇ ਆ ਮਜਬੂਰੀ ਬਸ ਉਹਨਾਂ ਨੂੰ ਵੇਚਣੀ ਪਵੇ। ਇਹ ਝੂਠ ਆ ਤੇ ਇਹ ਬਿਲਕੁਲ ਅਫਵਾਹ ਆ ਕਿ ਮੰਡੀ ਚੱਕੀ ਜਾਏਗੀ। ਮੈਂ ਤੇ ਤੁਹਾਨੂੰ ਪਹਿਲਾਂ ਕਹਿ ਚੁੱਕਾ ਜੇ 10% ਜਿਹੜਾ ਫਾਰਮਿੰਗ ਆ ਉਹ ਕੰਟਰੈਕਟ ਫਾਰਮਿੰਗ ਤੇ ਹੋਣ ਲੱਗ ਜਾਵੇ, ਕੰਟਰੈਕਟ ਤੇ ਹੋਣ ਲੱਗ ਜਾਵੇ ਤੇ ਬਹੁਤ ਵੱਡੀ ਅਚੀਵਮੈਂਟ ਹੋਏਗੀ। ਤੇ ਸਰਕਾਰ ਇਹੀ ਚੀਜ਼ ਜੇ ਭਰੋਸਾ ਲਿਖਤੀ ਰੂਪ ਵਿੱਚ ਦੇ ਦੇਵੇ ਤਾਂ ਕਿਸਾਨ ਇਸੇ ਗੱਲ ਦੇ ਤਾਂ ਹੈ ਕਿ ਸਰਕਾਰ ਇਹ ਚੀਜ਼ ਸਾਨੂੰ ਲਿਖਤੀ ਰੂਪ ਵਿੱਚ ਦੇ ਦੇਵੇ ਕਿ ਮੰਡੀਆਂ ਨਹੀਂ ਚੱਕੀਆਂ ਜਾਣਗੀਆਂ। ਉਸ ਐਕਟ ਦੇ ਵਿੱਚ ਹੈ ਹੀ ਨਹੀਂ ਮੰਡੀਆਂ ਚੱਕਣ ਦਾ ਜ਼ਿਕਰ ਹੀ ਨਹੀਂ ਹੈ, ਉਸ ਐਕਟ ਦੇ ਵਿੱਚ ਐਮਐਸਪੀ ਚੱਕਣ ਦਾ ਉਹਦੇ ਵਿੱਚ ਕੋਈ ਜ਼ਿਕਰ ਹੀ ਨਹੀਂ ਹੈ। ਉਹਦੇ ਵਿੱਚ ਜੇ ਤਾਂ ਜ਼ਿਕਰ ਹੋਵੇ ਫਿਰ ਤੁਸੀਂ ਕਹੋ ਜੀ ਜ਼ਿਕਰ ਕੀਤਾ ਹੈ ਵੀ ਅਸੀਂ ਚੱਕ ਦੇਣੀ, ਉਹਦੇ ਵਿੱਚ ਕੋਈ ਹੈ ਹੀ ਨਹੀਂ, ਗੱਲ ਹੀ ਕੋਈ ਨਹੀਂ ਹੈ। ਐਟ ਦਾ ਐਂਡ ਆਫ ਦਾ ਡੇ ਗੱਲ ਤਾਂ ਆਪਾਂ ਇਹੀ ਚਾਹ ਰਹੇ ਹਾਂ ਕਿ ਖੇਤੀਬਾੜੀ ਸੈਕਟਰ ਦੇ ਵਿੱਚ ਵਧੀਆ ਕ੍ਰਾਂਤੀ ਆਵੇ ਤੇ ਕਿਸਾਨਾਂ ਦੇ ਫਾਇਦੇ ਦੀ ਗੱਲ ਕਰ ਰਹੇ ਹਾਂ 2022 ਤੱਕ ਆਮਦਨ ਦੁੱਗਣੀ ਕਰਨ ਦੀ। ਜਿੱਥੇ ਉਹਨਾਂ ਦੇ ਕਨਫਿਊਜ਼ਨ ਹੈਗੀ ਉਸ ਚੀਜ਼ ਨੂੰ, ਕਨਫਿਊਜ਼ਨ ਨੂੰ ਕਿਉਂ ਨਹੀਂ ਕਲੀਅਰ ਕੀਤਾ ਜਾਂਦਾ? ਜੇ ਜ਼ਿਕਰ ਨਹੀਂ ਹੈਗਾ ਜ਼ਿਕਰ ਕਰ ਦਿੱਤਾ ਜਾਵੇ। ਤੁਹਾਨੂੰ ਮੈਂ ਪਹਿਲਾਂ ਦੱਸਿਆ ਕਿ ਐਮਐਸਪੀ ਕੋਈ ਕਾਨੂੰਨ ਹੀ ਹੈ ਨਹੀਂ ਇੰਡੀਆ ਵਿੱਚ, ਪਿਛਲੇ 7 ਦਹਾਕਿਆਂ ਤੋਂ ਚੱਲੀ ਆਉਂਦੀ ਹੈ, 6-7 ਦਹਾਕਿਆਂ ਤੋਂ, ਤੇ ਉਹਦੇ ਤੇ ਟਰਸਟ ਕੀਤਾ ਹੈ ਫਾਰਮਰਸ ਦੇ ਤਾਂ ਚੱਲੀ ਆਉਂਦੀ ਹੈ। ਹੁਣ ਤੁਸੀਂ ਕਹਿੰਦੇ ਜੀ ਰਾਤੋਂ ਰਾਤ ਸਾਨੂੰ ਉੱਤੇ ਟਰਸਟ ਲਿਆ ਹੁਣ ਕਾਨੂੰਨ ਬਣਾ ਦਿਓ, ਕਿਉਂਕਿ ਉਸ ਟਾਈਮ ਦੇ ਵਿੱਚ ਕਾਰਪੋਰੇਟ ਘਰਾਣੇ ਇੰਨੇ ਜ਼ਿਆਦਾ ਇਨਵੋਲਵ ਨਹੀਂ ਹੋ ਰਹੇ ਸੀ ਜਿੰਨੇ ਹੁਣ ਹੋ ਰਹੇ ਨੇ। ਹਾਲੇ ਤੱਕ ਕਾਰਪੋਰੇਟ ਕੋਈ ਇਨਵੋਲਵ ਨਹੀਂ ਹੋਇਆ ਮੈਡਮ। 5 ਜੂਨ ਦਾ ਆਰਡੀਨੈਂਸ ਜਾਰੀ ਹੋਇਆ, ਹਾਲੇ ਤੱਕ ਮੈਂ ਕੋਈ ਕੰਟਰੈਕਟ ਨਹੀਂ ਦੇਖਿਆ ਜਿਹੜਾ ਕਿਸੇ ਵੱਡੀ ਕਾਰਪੋਰੇਸ਼ਨ ਨੇ ਇਹਦੇ ਥੱਲੇ ਕੀਤਾ ਹੋਵੇ। ਜਦੋਂ ਆਰਡੀਨੈਂਸ ਜਾਰੀ ਹੋ ਗਿਆ ਸੀ ਬੇਸਿਕਲੀ ਕਾਨੂੰਨ ਪਾਸ ਹੋਣ ਤੋਂ ਪਹਿਲਾਂ ਉਹ ਲਾਗੂ ਵੀ ਹੋ ਜਾਂਦਾ। ਆਰਡੀਨੈਂਸ ਦਾ ਮਤਲਬ ਇਹ ਹੁੰਦਾ the day it is declared, the day it is effective। ਕੋਈ ਕੰਟਰੈਕਟ ਨਹੀਂ ਹੋਇਆ, ਕੋਈ ਕਾਰਪੋਰੇਸ਼ਨ ਨੇ ਆ ਕੇ ਕੁਝ ਨਹੀਂ ਕੀਤਾ। ਜਿੱਥੋਂ ਤੱਕ ਕਾਰਪੋਰੇਸ਼ਨਾਂ ਦਾ ਪਹਿਲਾਂ ਇਨਵੋਲਵ ਹੋਣ ਦਾ ਆ, ਤੁਹਾਨੂੰ ਮੈਂ ਦੱਸਿਆ 2006 ਤੋਂ ਕਾਰਪੋਰੇਸ਼ਨਾਂ ਇਨਵੋਲਵ ਹੋ ਰਹੀਆਂ। 2006 ਤੋਂ ਪ੍ਰਾਈਵੇਟ ਮੰਡੀ ਜਿਹੜੀ ਆ ਪੰਜਾਬ ਦੇ ਵਿੱਚ ਲੀਗਲ ਆ, ਪਰ ਉਹ ਹਾਲੇ ਤੱਕ ਕੋਈ 2006 ਤੋਂ 14 ਸਾਲਾਂ ਵਿੱਚ ਬਹੁਤ ਵੱਡਾ ਇੰਪੈਕਟ ਨਹੀਂ ਕਰ ਸਕੀ। ਤੇ ਜੇ ਤੁਸੀਂ ਇਹ ਸੋਚੋ ਵੀ ਅਗਲੇ 14 ਸਾਲਾਂ ਵਿੱਚ ਆ ਜਿਹੜਾ ਕਾਨੂੰਨ ਆ ਬਹੁਤ ਵੱਡਾ ਇੰਪੈਕਟ ਕਰ ਦੇਗਾ, ਜੇ ਪਿਛਲਿਆਂ ਨੇ 14 ਸਾਲ ਨਹੀਂ ਕੀਤਾ ਤੇ ਇਹਨੇ ਵੀ ਬਹੁਤ ਵੱਡਾ ਨਹੀਂ ਕਰਨਾ। ਜੇ ਚੇਂਜ ਹੋਈ ਤੇ ਬਹੁਤ ਸਲੋ ਐਂਡ ਸਟੱਡੀ ਹੋਏਗੀ ਤੇ ਉਹ ਸਲੋ ਐਂਡ ਸਟੱਡੀ ਵਿੱਚ ਦੋਵੇਂ ਪਾਸੇ ਕਾਰਪੋਰੇਸ਼ਨਾਂ ਵੀ ਤੇ ਕਿਸਾਨ ਵੀ ਇੱਕ ਦੂਜੇ ਨੂੰ ਮਿਣ ਤੋਲ ਕੇ ਇੱਕ ਦੂਜੇ ਨਾਲ ਪੈਰ ਮਿਲਾ ਕੇ ਚੱਲਣਗੇ। ਜੇ ਉਹਨਾਂ ਦੀ ਸੁਰ ਨਾ ਰਲਦੀ ਹੋਈ ਤੇ ਇਹ ਕੰਟਰੈਕਟ ਇਹ ਜਿਹੜੇ ਐਕਟ ਆ ਇਹੀ ਪੈ ਰਹਿਣੇ, ਇਹਨਾਂ ਦਾ ਵਰਤ ਹੀ ਕੁਝ ਨਹੀਂ ਹੋਣਾ। ਰਾਜੀ ਅਖੀਰ ਦੇ ਵਿੱਚ ਤੁਸੀਂ ਫਸਟ ਆਫ ਆਲ ਸੋ ਨਾਈਸ ਆਫ ਯੂ, ਅਸੀਂ ਤੁਹਾਡਾ ਧੰਨਵਾਦ ਕਰਦੇ ਹਾਂ ਹਮਦਰਦ ਅਦਾਰੇ ਵੱਲੋਂ, ਤੁਸੀਂ ਇੰਨਾ ਸਮਾਂ ਕੱਢਿਆ ਸਾਡੇ ਵਾਸਤੇ, ਇੰਨੀ ਡਿਟੇਲ ਦੇ ਵਿੱਚ ਸਾਰੀ ਗੱਲਬਾਤ ਕੀਤੀ ਹੈ। ਅਖੀਰ ਦੇ ਵਿੱਚ ਤੁਸੀਂ ਸਾਡੇ ਦਰਸ਼ਕਾਂ ਨੂੰ ਕੀ ਸੁਨੇਹਾ ਦੇਣਾ ਚਾਹੁੰਦੇ ਹੋ? ਦੇਖੋ
ਮੈਂ ਇਹ ਤੁਹਾਡੇ ਮਾਧਿਅਮ ਰਾਹੀਂ ਮੈਂ ਇਹ ਕਹਿਣਾ ਚਾਹੁੰਦਾ ਵੀ ਮੈਂ ਇਹਨਾਂ 3 ਕਾਨੂੰਨਾਂ ਦੀ ਬਹੁਤ ਚੰਗੀ ਤਰ੍ਹਾਂ ਸਟੱਡੀ ਕੀਤੀ ਹੈ। ਇਹਨਾਂ 3 ਕਾਨੂੰਨਾਂ ਤੋਂ ਇਲਾਵਾ ਜਿਹੜਾ 1961 ਦਾ ਪੰਜਾਬ ਦਾ ਐਕਟ ਆ, 1955 ਦਾ ਇੰਡੀਆ ਦਾ ਐਕਟ ਆ, 2013 ਦਾ ਅਕਾਲੀਆਂ ਦਾ ਐਕਟ ਆ, ਕੈਪਟਨ ਅਮਰਿੰਦਰ ਸਿੰਘ ਦੀ 2006 ਦੀ ਅਮੈਂਡਮੈਂਟ ਆ, ਮੈਂ ਉਹਨਾਂ ਨੂੰ ਵੀ ਪੜ੍ਹਿਆ। ਮੈਂ ਜਿਹੜੀ ਸਟੈਂਡਿੰਗ ਕਮੇਟੀ ਔਨ ਐਗਰੀਕਲਚਰ ਜਿਹੜੀ ਸੰਸਦ ਵਿੱਚ ਆ, ਉਹਦੀਆਂ ਕਈ ਰਿਪੋਰਟਾਂ ਵੀ ਮੈਂ 4-5 ਮੇਰੇ ਕੋਲ ਪਈਆਂ। ਮੈਂ ਉਹਨਾਂ ਨੂੰ 1-2 ਨੂੰ ਤੇ ਬਹੁਤ ਥੋਰੋਲੀ ਪੜ੍ਹਿਆ। ਮੈਂ ਬਹੁਤ ਸਟੱਡੀ ਕਰਨ ਤੋਂ ਬਾਅਦ ਇਸ ਮਸਲੇ ਇਸ ਥਾਂ ਤੇ ਪੁੱਜਾ ਕਿ ਐਗਰੀਕਲਚਰ ਸੈਕਟਰ ਦੇ ਵਿੱਚ ਹੋਰ ਇਨਵੈਸਟਮੈਂਟ ਤੋਂ ਬਿਨਾਂ ਬਚਾਅ ਨਹੀਂ ਹੋ ਸਕਦਾ। $14 ਬਿਲੀਅਨ ਦੀ ਪ੍ਰੋਡਿਊਸ ਕਿਸਾਨ ਦੀ ਮਾਰਕੀਟ ਤੱਕ ਜਾਂਦੀ ਖਰਾਬ ਹੋ ਜਾਂਦੀ ਹੈ। 10% ਸੀਰੀਅਲਸ ਤੇ ਪਲਸਸ, ਦਾਲਾਂ ਦਾਲਾਂ ਤੇਲ ਦੇ ਸੀਡਸ ਦੇ ਜਿਹੜਾ ਅਨਾਜ ਆ 10% ਖਰਾਬ ਹੋ ਜਾਂਦਾ। ਇੰਨੀ ਵੱਡੀ ਜਿਹੜੀ ਵੇਸਟੇਜ ਆ, ਇਹਨੂੰ ਰੋਕਣਾ ਕਿਵੇਂ? ਇੱਕ ਪਾਸੇ ਦੇਸ਼ ਵਿੱਚ ਲੋਕ ਭੁੱਖੇ, ਗਰੀਬ ਵੀ ਭੁੱਖੇ ਮਰਦੇ ਆ, ਉਧਰ ਸਰਕਾਰ ਕੋਲ 730 ਲੱਖ ਟਨ ਜਿਹੜਾ ਅਨਾਜ ਆ ਉਹ ਪਿਆ ਗੋਦਾਮਾਂ ਦੇ ਵਿੱਚ, ਉਹਦੇ ਵਿੱਚੋਂ ਗਲ ਸੜ ਜਾਂਦਾ ਬਹੁਤ ਸਾਰਾ। ਸਰਕਾਰ ਉਹਨੂੰ ਕੀ ਕਰੇ? ਜੇ ਤੁਸੀਂ ਸੋਚੋ, ਸਰਕਾਰ ਖਰੀਦੀ ਜਾਏਗੀ, ਗੋਦਾਮ ਭਰੀ ਜਾਏਗੀ, ਭਰੀ ਜਾਏਗੀ, ਕਿਸਾਨ ਨੂੰ MSP ਮਿਲੀ ਜਾਏਗੀ ਤੇ ਮੰਡੀਕਰਨ ਬੋਰਡ ਵੀ ਚੱਲਦੇ ਰਹਿਣਗੇ, ਤੇ ਕਦੋਂ ਤੱਕ ਚੱਲਦਾ ਰਹੇਗਾ ਸਾਰਾ ਕੁਝ? ਇਹ ਰੈਸ਼ਨਲਾਈਜ਼, ਕਿਸੇ ਨਾ ਕਿਸੇ ਮੌਕੇ ਇਹਨੂੰ ਰੈਸ਼ਨਲਾਈਜ਼ ਕਰਨਾ ਪੈਣਾ। ਕਿਸੇ ਨਾ ਕਿਸੇ ਮੌਕੇ ਇਹਦੇ ਵਿੱਚ ਹੋਰ ਜਿਹੜੀਆਂ ਫੋਰਸਿਸ ਆ ਉਹਨਾਂ ਨੂੰ ਲਿਆਉਣਾ ਪੈਣਾ, ਜਿਹੜੀਆਂ ਇਨੋਵੇਟਿਵ ਹੋਣ, ਜਿਹੜੀਆਂ ਵੇਸਟੇਜ ਨੂੰ ਥੱਲੇ ਲੈ ਕੇ ਆਉਣ, ਤੇ ਫਾਰਮਰ ਨੂੰ ਪ੍ਰਾਈਸ ਵੀ ਪਹਿਲਾਂ ਨਾਲੋਂ ਵੱਧ ਮਿਲੇ। ਫਾਰਮਰ ਨੂੰ ਤਰੱਦਦ ਵੀ ਘੱਟ ਕਰਨਾ ਪਵੇ ਵੱਧ ਪ੍ਰਾਈਸ ਲੈਣ ਲਈ। ਫਾਰਮਰ ਨੂੰ ਬਹੁਤ ਦੂਰ ਦੀਆਂ ਮੰਡੀਆਂ ਤੱਕ ਨਾ ਜਾਣਾ ਪਵੇ। ਮੰਡੀਆਂ ਦੀ ਸਰਕਾਰ, ਫਾਰਮਰ ਕੋਲ ਵੱਧ ਆਪਸ਼ਨ ਹੋਵੇ। ਜਿਹੜੀਆਂ ਮੰਡੀਆਂ ਅੱਜ ਦੀਆਂ ਉਹ ਵੀ ਉਪਲਬਧ ਹੋਣ। ਜੇ ਕਿਸਾਨ ਫਾਰਮਰਸ ਮਾਰਕੀਟ ਲਾਉਣਾ ਚਾਹੁੰਦਾ, ਕਿਸਾਨ ਉੱਥੇ ਵੀ ਜਾ ਸਕੇ। ਕਾਰਪੋਰੇਸ਼ਨ ਨੂੰ ਪਹਿਲਾਂ ਕਾਂਟਰੈਕਟ ਕਰਕੇ, ਪਹਿਲਾਂ ਪ੍ਰਾਈਸ ਨਿਸ਼ਚਿਤ ਕਰਕੇ ਫਸਲ ਵੀ ਜਿਹੜੀ ਚਾਹੁੰਦਾ ਉਹ ਵੀ ਕਰ ਸਕੇ। ਮਲਟੀਪਲ ਆਫਰਸ ਹੋਣ। ਆਨਲਾਈਨ ਵਾਲੀ ਜਿਹੜੀ ਸੁਵਿਧਾ ਨੂੰ ਉਹ ਵੀ ਹੋਵੇ। ਜਿੰਨੀਆਂ ਕਿਸਾਨ ਕੋਲ ਸੁਵਿਧਾਵਾਂ ਆਪਣੀ ਪ੍ਰੋਡਕਟ ਵੇਚਣ ਲਈ ਵੱਧ ਹੋਣਗੀਆਂ, ਉਨੇ ਚਾਂਸਸ ਉਹਦੇ ਕੋਲ ਆਪਣੀ ਜਿਹੜੀ ਫਸਲ ਆ ਉਹਦੀ ਵੱਧ ਕੀਮਤ ਲੈਣ ਦੇ ਹੋਣਗੇ। ਇਹਨਾਂ ਐਕਟਾਂ ਨੂੰ ਸਮਝਣ ਦੀ, ਪੜ੍ਹਨ ਦੀ ਲੋੜ ਹੈ। ਇਹਨਾਂ ਤੇ ਜਿਹੜਾ ਬੇਲੋੜਾ ਕ੍ਰਿਟਿਸਿਜ਼ਮ ਆ, ਬਿਨਾਂ ਸਬੂਤਾਂ ਤੋਂ ਜੇ ਕੋਈ ਕਰਦਾ ਤੇ ਉਹਨੂੰ ਪਹਿਲਾਂ ਹੀ ਰੱਦ ਕਰ ਦਿਓ ਕਿ ਭਾਈ ਦਿਖਾ, ਸਾਨੂੰ ਮੱਝ ਦਿਖਾ ਦੇ ਜਿਹਦੇ ਨਾਲ ਗੜਬੜ ਹੋਏਗੀ। ਬਰਾਜ ਜੀ, ਸਾਨੂੰ ਸਮਾਂ ਦੇਣ ਲਈ ਬਹੁਤ ਬਹੁਤ ਧੰਨਵਾਦ ਜੀ। ਸ਼ੁਕਰੀਆ ਸਰ। ਬਹੁਤ ਸ਼ੁਕਰੀਆ ਤੁਹਾਡਾ। ਧੰਨਵਾਦ। ਸਤਿ ਸ਼੍ਰੀ ਅਕਾਲ ਜੀ ਸਰ, ਕੀ ਕਹਿਣਾ ਚਾਹੋਗੇ? ਤਰਨ, ਦੇਖੋ, ਜਿਹੜੀਆਂ ਬਰਾਜ ਉਹਨਾਂ ਨੇ ਹਰ ਜਿਹੜੀ ਮੱਦ ਹੈ ਉਹਦੇ ਉੱਤੇ ਜੋ ਕੁਛ ਗੱਲ ਕੀਤੀ ਹੈ, ਔਰ ਇਹਨਾਂ ਨੇ ਆਪਣੀ ਗੱਲਬਾਤ ਰਾਹੀਂ ਪੂਰਾ ਪ੍ਰੂਵ ਕਰਨ ਦੀ ਕੋਸ਼ਿਸ਼ ਕੀਤੀ ਹੈ ਕਿ ਇਹ ਜਿਹੜਾ ਨਵਾਂ ਕਾਨੂੰਨ ਬਣਿਆ ਇਹ ਕਿਸਾਨ ਦੇ ਹੱਕ ਵਿੱਚ ਹੈ। ਚਾਹੇ ਛੋਟਾ ਕਿਸਾਨ ਹੈ, ਚਾਹੇ ਵੱਡਾ ਕਿਸਾਨ ਹੈ। ਇਹਨਾਂ ਦੇ ਮੁਤਾਬਕ ਜੇ ਇਹ ਕਾਨੂੰਨ ਦੇ ਮੁਤਾਬਕ ਜੇ 10% ਵੀ ਜੇ ਹੀ ਕੋਈ ਖੇਤੀ ਹੋਣ ਲੱਗ ਜਾਂਦੀ ਹੈ ਤਾਂ ਇੱਕ ਬੜਾ ਵੱਡਾ ਨੰਬਰ ਹੋਏਗਾ। ਇਹਨਾਂ ਦੇ ਮੁਤਾਬਕ ਜਿਹੜੀ ਮੰਡੀ ਆ ਉਹਨਾਂ ਨੂੰ ਖਤਮ ਕਰਨ ਦੀ ਕੋਈ ਗੱਲ ਨਹੀਂ ਕੀਤੀ ਗਈ। MSP ਦੀ ਕੋਈ ਮਿਨੀਮਮ ਸਪੋਰਟ ਪ੍ਰਾਈਸ ਉਹਦਾ ਕੋਈ ਜ਼ਿਕਰ ਨਹੀਂ ਹੈਗਾ। ਇਹ ਕਿਸਾਨ ਦੇ ਬਸ ਹੈ, ਕਿਸਾਨ 'ਚ ਕਿੰਨਾ ਕੁ ਦਮ ਹੈ, ਕਿਸਾਨ ਕਿੰਨਾ ਕੁ ਇੰਨਾ ਕੁ ਜੋਗਾ ਹੈਗਾ ਕਿ ਉਹ ਕਿੱਥੇ ਜਾ ਕੇ ਆਪਣਾ ਜਿਹੜੀ ਪ੍ਰੋਡਿਊਸ ਆ ਉਹ ਵੇਚ ਸਕਦਾ, ਉਹ ਕਿੰਨਾ ਕੁ ਸਰਵਾਈਵ ਕਰ ਸਕਦਾ। ਅਕੋਰਡਿੰਗ ਟੂ ਬਰਾਜ ਦੀ ਜਿਹੜੀ ਮੰਡੀ ਹੈ ਉਹਦੇ 'ਚੋਂ ਹਜੇ ਵੀ ਕਿਸੇ ਨੂੰ ਰੋਕਿਆ ਨਹੀਂ ਗਿਆ ਕਿ ਤੁਸੀਂ ਆਪਣਾ ਜੋ ਕਰਜ਼ਾ ਲੈਣਾ ਚਾਹੁੰਦੇ ਹੋ, ਤੁਹਾਨੂੰ ਉਹ ਜਿਹੜੇ ਆੜਤੀ ਹੈ ਉਹ ਤੋਂ ਪੈਸੇ ਅਵੇਲੇਬਲ ਹੈਗੇ ਨੇ। ਤੁਸੀਂ ਚਾਹੇ ਆਪਣੀ ਪ੍ਰੋਡਕਟ ਬਾਹਰ ਵੇਚੋ, ਚਾਹੇ ਮੰਡੀ 'ਚ ਵੇਚੋ। ਇਟਸ ਕਾਈਂਡ ਆਫ ਗੋਇੰਗ ਟੂ ਬੀ ਐਨ ਓਪਨ ਮਾਰਕੀਟ। ਔਰ ਜਿੱਥੇ ਵੀ ਤੁਹਾਡੀ ਪ੍ਰੋਡਿਊਸ ਹੈਗੀ ਹੈ ਤੁਸੀਂ ਜਿੱਥੇ ਚਾਹੋ ਵੇਚ ਸਕਦੇ ਹੋ। ਇਹ ਗੱਲ ਵੱਖਰੀ ਹੈ ਕਿ ਜਿਹੜਾ ਛੋਟਾ ਕਿਸਾਨ ਹੈ ਉਹ ਆਪਣੀ ਪ੍ਰੋਡਿਊਸ ਕਿਸੇ ਹੋਰ ਥਾਂ 'ਤੇ ਕਿਵੇਂ ਵੇਚੇਗਾ। ਉਹਨੇ ਦਾ ਫਿਰ ਵੀ ਮੰਡੀ ਜਾਂ ਆਪਣੇ ਨੇੜੇ ਤੇੜੇ ਦੀਆਂ ਜਿਹੜੀਆਂ ਮੰਡੀ ਤੋਂ ਬਾਹਰ ਵਾਲੀਆਂ ਸੰਸਥਾਵਾਂ ਹੋਣਗੀਆਂ ਉਹਦੇ ਵਿੱਚ ਵੇਚੇਗਾ। ਬਿਲਕੁਲ ਸਰ, ਜਿਵੇਂ ਇਹਨਾਂ ਨੇ ਜ਼ਿਕਰ ਤਾਂ ਕੀਤਾ ਆ ਕਿ ਵੀ ਸਰਕਾਰ ਨੇ MSP ਜਾਂ ਮੰਡੀਆਂ ਦੀ ਕੋਈ ਗੱਲ ਨਹੀਂ ਕੀਤੀ, ਪਰ ਗੱਲ ਇਹੀ ਹੈ ਕਿ ਜਿਵੇਂ ਉਹਨਾਂ ਨੂੰ ਵੀ ਸਵਾਲ ਕੀਤਾ ਗਿਆ ਸੀ ਕਿ ਇਸ ਵਕਤ ਜਿਹੜਾ ਉਹਨਾਂ ਦੇ ਦਿਮਾਗ ਦੇ ਵਿੱਚ, ਕਿਸਾਨਾਂ ਦੇ ਦਿਮਾਗ ਦੇ ਵਿੱਚ ਜੋ ਗੱਲਾਂ ਚੱਲ ਰਹੀਆਂ ਨੇ ਉਹਨਾਂ ਨੂੰ ਬਹਿ ਕੇ ਕਲੀਅਰ ਕੀਤਾ ਜਾ ਸਕਦਾ। ਕੇਂਦਰ ਸਰਕਾਰ ਇਸ ਗੱਲ ਤੇ ਹੀ ਨਹੀਂ ਆ ਰਹੀ ਬਹਿ ਕੇ ਜਾਂ ਤਾਂ ਗੱਲਬਾਤ ਕਰਨ, ਸਰਕਾਰ ਉਹਨਾਂ ਨਾਲ ਗੱਲਬਾਤ ਕਰੇ, ਕਿਸਾਨ ਆਗੂਆਂ ਨਾਲ ਗੱਲਬਾਤ ਕਰੇ, ਗੱਲਬਾਤ ਲਈ ਉਹਨਾਂ ਨੂੰ ਬੁਲਾਵੇ ਤੇ ਜਿਨ੍ਹਾਂ ਗੱਲਾਂ ਤੇ ਤੁਸੀਂ ਸਹਿਮਤ ਨਹੀਂ ਸਾਨੂੰ ਦੱਸੋ, ਕਿਹੜੀਆਂ ਗੱਲਾਂ ਤੇ ਤੁਸੀਂ ਸਹਿਮਤ ਨਹੀਂ ਹੈਗੇ, ਅਸੀਂ ਉਸ ਚੀਜ਼ ਦੇ ਬਾਰੇ ਵਿੱਚ ਵਿਚਾਰ ਵਟਾਂਦਰਾ ਕਰਕੇ ਜੇ ਕੁਝ ਅਮੈਂਡਮੈਂਟਸ ਕਰਨ ਦੀ ਲੋੜ ਹੈ ਅਸੀਂ ਉਹ ਵੀ ਕਰ ਸਕਦੇ ਹਾਂ। ਇਸ ਚੀਜ਼ ਤੇ ਤਾਂ ਸਰਕਾਰ ਆਈ ਨਹੀਂ ਰਹੀ। ਇਹਦੇ 'ਚ ਗੱਲ ਇਉਂ ਹੈ, ਜਿਹੜੀ ਸਰਕਾਰ, ਕੇਂਦਰ ਸਰਕਾਰ ਹੈ ਉਹ ਇਸ ਵੇਲੇ ਮਜ਼ਬੂਤ ਹੀ ਇੰਨੀ ਹੈ, ਸਟਰੋਂਗ ਹੀ ਇੰਨੀ ਹੈ, ਉਹ ਜਿਹੜੇ ਵੀ ਕਾਨੂੰਨ ਬਣਾ ਰਹੀ ਹੈ ਉਹ ਤੋਂ ਬੈਕਅਪ ਨਹੀਂ ਹੋ ਰਹੀ। ਉਹ ਨਾ ਉਹਦਾ ਕੋਈ ਇਰਾਦਾ ਹੈਗਾ ਉਹਦੇ ਵਾਸਤੇ। ਜਿਹੜੀ ਉਹਨਾਂ ਦੇ ਪੱਖ ਤੋਂ ਜਿਹੜਾ ਉਹਨਾਂ ਨੇ ਕਾਨੂੰਨ ਬਣਾਇਆ ਇਹ ਉਹਨਾਂ ਨੇ ਬਹੁਤ ਸੋਚ ਸਮਝ ਕੇ ਬਣਾਇਆ। ਉਹਨਾਂ ਦੇ ਮੁਤਾਬਕ ਬਿਲਕੁਲ ਠੀਕ ਬਣਿਆ ਹੈਗਾ।
ਆਪਣੇ ਆਪ ਹਾਲਾਤ ਐਸੇ ਹੁੰਦੇ। ਫੋਰ ਐਗਜ਼ਾਮਪਲ ਆਪਾਂ ਗੱਲ ਕੀਤੀ ਸੀ 1877 ਦੀ ਵੀ ਗੱਲ ਕੀਤੀ ਹੈ। ਹੁਣ ਇਉਂ ਲੱਗਦਾ, ਮੈਂ ਨਹੀਂ ਕਹਿੰਦਾ ਇਟ ਸੈਟਲ ਡਾਊਨ ਐਵਰੀਥਿੰਗ, ਕਸ਼ਮੀਰ ਦੇ ਵਿੱਚ ਅੱਗੇ ਨਾਲੋਂ ਲੱਗਦਾ ਜਿਵੇਂ ਮਸਲਾ ਥੋੜਾ ਸੈਟਲ ਡਾਊਨ ਹੋਇਆ ਹੈ। ਸ਼ਾਇਦ ਸਰਕਾਰ ਇਹ ਸੋਚਦੀ ਹੋਵੇ ਕਿ ਜੇ ਆਹ ਰੌਲਾ ਪੈਂਦਾ ਹੁੰਦਾ, ਇੱਕ ਵਾਰੀ ਸਿਆਸਤ ਵੀ ਇਹ 'ਚ ਖੇਡੀ ਜਾ ਰਹੀ ਹੈ, ਔਰ ਜੇ ਜਿੰਨੀਆਂ ਵੀ ਕੋਈ ਵੀ ਜਿਹੜੀਆਂ ਮੁਜ਼ਾਹਰੇ ਹੁੰਦੇ ਆ, ਹਰੇਕ ਦੀ ਕੋਈ ਲਿਮਿਟ ਹੁੰਦੀ ਆ, ਟਾਈਮ ਲਾਈਨ ਆ ਉਹਦੀ, ਕਿਉਂਕਿ ਜਾਨੂੰ ਕੁਝ ਹੋਰ ਗੱਲ ਆ ਜਾਂਦੀ ਹੈ। ਸਰਕਾਰ ਇਹ ਸੋਚ ਰਹੀ ਹੈ ਕਿ ਕੁਝ ਸਮਾਂ ਪੈ ਕੇ ਇਹ ਜਿਹੜਾ ਕੁਛ ਹੈ ਇਹ ਅਖੀਰ ਖਤਮ ਹੋ ਜਾਏਗਾ, ਔਰ ਜਿਹੜਾ ਕਾਨੂੰਨ ਹੈ ਉਹਨਾਂ ਨੇ ਆਪਦਾ ਲਾਗੂ ਕਰ ਦਿੱਤਾ, ਔਰ ਇਹ ਅੱਗੇ ਜਾ ਕੇ ਇਵੇਂ ਚੱਲਦਾ ਰਹੇਗਾ। ਮੈਨੂੰ ਨਹੀਂ ਲੱਗਦਾ ਕਿ ਉਹਨਾਂ ਨੂੰ ਕੋਈ ਇਸ ਵੇਲੇ ਜ਼ਰੂਰਤ ਹੈਗੀ ਹੈ, ਉਹਨਾਂ ਦਾ ਤਖਤ ਨਹੀਂ ਹਿੱਲ ਰਿਹਾ ਜੀ। ਜਿਵੇਂ ਉਹਨਾਂ ਨੇ ਸਰ ਨੇ ਕਿਹਾ ਸੀਗਾ ਕਿ ਬਲਰਾਜ ਜੀ ਨੇ ਕਿਹਾ ਕਿ ਆਲਮੋਸਟ 70 to 80% ਜਿਹੜਾ ਪੰਜਾਬ ਦੇ ਵਿੱਚ 2013 ਦੇ ਵਿੱਚ ਜੋ ਬਿੱਲ ਪੇਸ਼ ਕੀਤਾ ਸੀ ਅਕਾਲੀ ਸਰਕਾਰ ਨੇ, ਉਹਨਾਂ ਨਾਲ ਮਿਲਦਾ ਜੁਲਦਾ, ਪਰ ਉਹਦਾ ਕੋਈ ਖਾਸ ਅਸਰ ਪੰਜਾਬ 'ਚ ਦੇਖਣ ਨੂੰ ਨਹੀਂ ਮਿਲਿਆ। ਜਦ ਪੰਜਾਬ ਦੇ ਵਿੱਚ ਇੱਕ ਖੇਤੀ ਪ੍ਰਧਾਨ ਸੂਬੇ 'ਚ ਇਹ ਅਸਰ ਦੇਖਣ ਨੂੰ ਨਹੀਂ ਮਿਲਿਆ, ਪੂਰੇ ਦੇਸ਼ ਦੇ ਵਿੱਚ ਤੁਸੀਂ ਇਸ ਨੂੰ ਲਾਗੂ ਕਰ ਰਹੇ ਹੋ, ਉਤੋਂ ਦੀ ਤੁਸੀਂ ਕਹਿ ਰਹੇ ਹੋ ਕਿ ਸ਼ਾਇਦ ਇਹਦਾ ਕੋਈ ਖਾਸਾ ਅਸਰ ਨਾ ਦੇਖਣ ਨੂੰ ਮਿਲੇ, 5 ਤੋਂ 10% ਜਾਂ 10 ਤੋਂ 15% ਵੀ ਜੇ ਕੋਈ ਅਸਰ ਹੁੰਦਾ ਹੈ ਤਾਂ ਗੁੱਡ ਹੋਏਗਾ। ਜਦ ਤੁਹਾਨੂੰ ਪਤਾ ਹੈ ਕਿ ਇਹ ਅਸਰ ਹਜੇ ਨਹੀਂ ਛੇਤੀ ਦੇਖਣ ਨੂੰ ਮਿਲ ਸਕਦਾ, ਤਾਂ ਇਸ ਨੂੰ ਛੱਡ ਕੇ ਕੁਝ ਹੋਰ ਗੱਲਾਂ ਉੱਤੇ ਵੀ ਵਿਚਾਰ ਵਟਾਂਦਰਾ ਕੀਤਾ ਜਾ ਸਕਦਾ ਸੀ। ਯਾਨੀ ਕਾਹਲੀ ਵਿੱਚ ਸਰਕਾਰ ਨੂੰ ਬਿੱਲ ਲਿਆਉਣ ਦੀ ਲੋੜ ਨਹੀਂ ਸੀ। ਉਹਨਾਂ ਨੇ ਹਾਲਾਂਕਿ ਕਿਹਾ ਕਿ 2010 ਤੋਂ ਇਸ ਬਾਰੇ ਗੱਲਬਾਤ ਹੋ ਰਹੀ ਸੀ, ਸਰਕਾਰ ਨੇ ਕੋਈ ਕਾਹਲੀ ਨਹੀਂ ਕੀਤੀ, ਪਰ ਸਟਿਲ ਡਿਸਕਸ਼ਨ ਲਈ, ਇਹਦੇ ਉੱਤੇ ਬਹਿਸ ਲਈ ਕੋਈ ਵੀ ਸਰਕਾਰ ਨੇ ਟਾਈਮ ਨਹੀਂ ਦਿੱਤਾ। ਸਰਕਾਰ ਨੇ ਆਪਣੀ ਮੈਜੋਰਟੀ ਦਾ ਇਸਤੇਮਾਲ ਕੀਤਾ ਇਹਦੇ ਵਿੱਚ। ਬਿਲਕੁਲ, ਸਰਕਾਰ ਨੂੰ ਦੇਖੋ ਕੁਛ ਵੀ ਹੈ, ਇਹ ਸਰਕਾਰ ਦੀ ਆਪਦੀ ਪਾਲਿਸੀ ਹੈ। ਇਹ ਜਿਹੜੀ ਸਰਕਾਰ ਹੈ ਇਹ ਜ਼ਰੂਰੀ ਨਹੀਂ ਹੈ ਕਿ ਫਾਰਮਰਸ ਦੇ ਹੱਕ ਦੀ ਸਰਕਾਰ ਹੋਵੇ, ਸਾਰੀਆਂ ਸਰਕਾਰਾਂ ਫਾਰਮਰ ਦੇ ਹੱਕ ਦੀਆਂ ਨਹੀਂ ਹੁੰਦੀਆਂ। ਇਹ ਲੱਗਦਾ ਹੈ ਵਪਾਰੀ ਤਬਕੇ ਦੇ ਹੱਕ ਦੀ ਸਰਕਾਰ ਹੈਗੀ ਹੈ। ਨੈਚੁਰਲੀ ਸਰਕਾਰਾਂ ਬਦਲਦੀਆਂ ਰਹਿੰਦੀਆਂ ਨੇ, ਕੱਲ੍ਹ ਨੂੰ ਕੋਈ ਕਿਸਾਨਾਂ ਦੇ ਹੱਕ ਦੀ ਸਰਕਾਰ ਆ ਜਾਏਗੀ, ਹੋ ਸਕਦਾ ਇਹ ਬਿੱਲ ਦੀ ਅਮੈਂਡਮੈਂਟਸ ਹੋ ਜਾਣ, ਇਹਦੇ ਵਿੱਚ ਕੋਈ ਰੱਦੋ ਫੇਰ ਹੋ ਜਾਵੇ, ਕੋਈ ਬਦਲ ਆਵੇ, ਸਰਕਾਰ ਬਦਲ ਜਾਂਦੀ ਹੈ, ਕਈ ਕੁਛ ਹੁੰਦਾ। ਪਰ ਜਿਹੜੇ ਹਿਸਾਬ ਦੇ ਵਿੱਚ ਜੋ ਕੁਛ ਹੁਣ ਆਪਾਂ ਜਿੰਨੀਆਂ ਖਬਰਾਂ ਆ ਰਹੀਆਂ ਨੇ, ਜਿੰਨਾ ਕੁ ਆਪਾਂ ਦੇਖ ਰਹੇ ਹਾਂ, ਮੈਨੂੰ ਨਹੀਂ ਲੱਗਦਾ ਕਿ ਸਰਕਾਰ ਕਿਸੇ ਗੱਲ ਤੇ ਟਸ ਤੋਂ ਮਸ ਹੋਈ ਆ। ਔਰ ਜਿਹੜੀ ਆਹ ਇਸ ਵੇਲੇ ਐਜੀਟੇਸ਼ਨ ਚੱਲ ਵੀ ਰਹੀ ਹੈ, ਇਹ ਹੁਣ ਕਿੰਨੇ ਦਿਨ ਹੋ ਗਏ ਨੇ, ਤੁਸੀਂ ਨੋਟ ਕਰ ਲਿਓ, ਚਾਹੇ ਕੁਛ ਵੀ ਹੈ, ਇਹਦੇ 'ਚ ਜਾਂ ਤਾਂ ਬਹੁਤ ਚੜ੍ਹ ਮੱਚਣੀ ਚਾਹੀਦੀ ਸੀ, ਜਿਹੜੀ ਕਿ ਨਹੀਂ ਮੱਚੀ ਹੈ। ਕਿਉਂ? ਸਾਰੇ ਵੱਖਰੇ ਵੱਖਰੇ ਹੋ ਗਏ ਨੇ। ਹਰੇਕ ਇਹ ਗੱਲ ਇੱਥੇ ਆ ਗਈ ਕਿ ਹਰੇਕ ਪਾਰਟੀ ਦਾ ਆਪਦਾ ਏਜੰਡਾ ਬਣ ਗਿਆ। ਜਦੋਂ ਹਰੇਕ ਪਾਰਟੀ ਦਾ ਆਪਦਾ ਏਜੰਡਾ ਬਣ ਗਿਆ ਤੇ ਚਾਂਸਸ ਆਰ ਜਿਹੜੀ ਮੂਵਮੈਂਟ ਹੈ ਫੇਲ ਹੋਏਗੀ, ਔਰ ਫੇਲ ਹੋਣ ਦੇ ਚਾਂਸਸ ਬਹੁਤੇ ਵੱਧ ਰਹੇ ਨੇ। ਔਰ ਇਸ ਗੱਲ ਦਾ ਸਰਕਾਰ ਨੂੰ ਵੀ ਪਤਾ, ਸਰਕਾਰ ਕੋਈ ਜਿਹੜੇ ਅਜਿਹੇ ਫੈਸਲੇ ਕਰਦੀ ਹੈ ਓਵਰਨਾਈਟ ਫੈਸਲੇ ਨਹੀਂ ਹੁੰਦੇ, ਸਾਰਾ ਕੁਝ ਸੋਚ ਸਮਝ ਕੇ ਗਿਣਮਿਤ ਕੇ ਕੀਤਾ ਗਿਆ। ਔਰ ਜਿਹੜਾ ਗਿਣਮਿਤ ਕੇ ਕੀਤਾ ਗਿਆ, ਔਰ ਹੁਣ ਤੱਕ ਇਹ ਜਿਹੜੇ ਹਾਲਾਤ ਆਪਾਂ ਦੇਖ ਰਹੇ ਹਾਂ, ਕੇਂਦਰ ਸਰਕਾਰ ਦੇ ਹੱਕ ਵਿੱਚ ਹੀ ਜਾ ਰਹੇ ਨੇ, ਬਹੁਤੇ ਅਗੇਂਸਟ ਜਾ ਰਹੇ। ਜਿਹੜੀ ਆਪੋਜੀਸ਼ਨ ਵਾਲੀਆਂ ਪਾਰਟੀਆਂ ਨੇ ਉਹ ਆਪਸ ਵਿੱਚ ਵੰਡੀਆਂ ਗਈਆਂ ਨੇ, ਤੇ ਸਰਕਾਰ ਨੂੰ ਕੋਈ ਫਰਕ ਨਹੀਂ ਪੈਗਾ। ਸਰਕਾਰ ਇੰਨਾ ਹੀ ਜੇ ਕਿਸਾਨਾਂ ਬਾਰੇ ਸੋਚ ਰਹੀ ਹੁੰਦੀ ਤਾਂ ਇੱਕ ਬਿੱਲ ਸੀ ਜਿਹਦੇ ਉੱਤੇ ਸਾਰੇ ਸਹਿਮਤ ਸੀ। ਸਵਾਮੀਨਾਥਨ ਰਿਪੋਰਟ ਦੇ ਉੱਤੇ ਕਿਸਾਨ ਵੀ ਸਹਿਮਤ ਸੀਗੇ ਕਿ ਇਸ ਨੂੰ ਲਾਗੂ ਕੀਤਾ ਜਾਣਾ ਚਾਹੀਦਾ। ਕਾਫੀ ਲੰਬੇ ਸਮੇਂ ਤੋਂ ਕਹਿ ਵੀ ਰਹੇ ਨੇ ਕਿ ਇਹਨੂੰ ਲਾਗੂ ਕੀਤਾ ਜਾਵੇ। ਜੇ ਸਰਕਾਰ ਵਾਕਈ ਸਿਰਫ ਕਿਸਾਨਾਂ ਬਾਰੇ, ਉਹਨਾਂ ਦੀ ਆਮਦਨ ਬਾਰੇ ਸੋਚ ਰਹੀ ਹੁੰਦੀ ਤਾਂ ਇਸ ਰਿਪੋਰਟ ਦੀਆਂ ਕੁਝ ਚੀਜ਼ਾਂ ਵੀ ਉਹਦੇ ਵਿੱਚ ਕਲੌਜ਼ ਲੈ ਕੇ ਆਉਂਦੀ। ਪਰ ਇਹਦੇ ਬਾਰੇ ਵਿੱਚ ਮੈਂ ਕਿਤੇ ਹਜੇ ਤੱਕ ਨਹੀਂ ਪੜ੍ਹਿਆ ਕਿ ਸਵਾਮੀਨਾਥਨ ਰਿਪੋਰਟ ਦੀਆਂ ਕੁਝ ਚੀਜ਼ਾਂ ਇਹਦੇ ਵਿੱਚ ਸ਼ਾਮਲ ਕੀਤੀਆਂ ਗਈਆਂ ਹੋਣ। ਯੂ ਰਾਈਟ, ਉਸ ਤੋਂ ਬਿਨਾਂ ਹੀ ਸਾਰਾ ਕੁਝ ਕੀਤਾ ਗਿਆ। ਦੂਜੀ ਗੱਲ ਜਿਹੜੀ ਮੈਂ ਪਹਿਲੇ ਜਿਹੜੀ ਸਿਆਸਤ ਦੀ ਗੱਲ ਕਰ ਰਿਹਾ ਸੀਗਾ, ਸਿਆਸਤ ਦੇ ਵਿੱਚ ਇੱਕ ਸਮਾਂ ਆਇਆ ਸੀਗਾ ਜਿਹੜੀ ਕਿ ਮਹਾਰਾਸ਼ਟਰ ਵਾਲੇ ਜਿਹੜੇ ਸ਼ਿਵ ਸੈਨਾ ਵਾਲੇ ਆ, ਬੀਜੇਪੀ ਨਾਲੋਂ ਅਲੱਗ ਹੋ ਗਏ ਸੀਗੇ, ਅੱਡ ਹੋ ਗਏ ਸੀਗੇ। ਉੱਥੇ ਉਹਨਾਂ ਨੇ ਵੱਖਰੀ ਸਰਕਾਰ ਬਣਾਈ ਸੀ, ਸਰਕਾਰ ਦੇ ਵਿੱਚੋਂ ਨਿਕਲ ਗਏ ਸੀਗੇ। ਬੀਜੇਪੀ ਨੂੰ ਕੋਈ ਬਹੁਤਾ ਫਰਕ ਨਹੀਂ ਪਿਆ। ਕਿਉਂ? ਉਹਨਾਂ ਦੀ ਸੋਚ ਅਜੇ ਵੀ ਉਹੀ ਹੈਗੀ ਹੈ ਜਿਹੜੀ ਇਹਨਾਂ ਨੂੰ ਪਾਰਟੀ ਅਲੱਗ ਹੋ ਗਈ ਸੀ। ਹੁਣ ਅਕਾਲੀ ਦਲ ਦੀ ਗੱਲ ਆਈ ਹੈਗੀ ਆ। ਅਕਾਲੀ ਦਲ ਜੇ ਅੱਡ ਵੀ ਹੋ ਗਿਆ ਹੈ, ਚਾਹੇ ਕੁਛ ਵੀ ਆ, ਅਕਾਲੀ ਦਲ ਨੂੰ ਜਦੋਂ ਵੀ ਸਰਕਾਰ ਬਣਾਉਣੀ ਹੈ ਪੰਜਾਬ ਦੇ ਵਿੱਚ, ਅਕਾਲੀ ਦਲ ਇਕੱਲਾ ਸਰਕਾਰ ਨਹੀਂ ਬਣਾ ਸਕਦਾ। ਇਹ ਬਹੁਤ ਅਨਹੋਣੀ ਹੋ ਜਾਏਗੀ ਜੇ ਅਕਾਲੀ ਇੰਨੀ ਮੈਜੋਰਟੀ ਲੈ ਜਾਣ ਕੇ ਸਰਕਾਰ ਬਣਾ। ਅਕਾਲੀਆਂ ਦਾ ਵੀ ਬੀਜੇਪੀ ਨਾਲ ਗੁਜ਼ਾਰਾ ਨਹੀਂ ਹੋਣਾ। ਹੁਣ ਜਿਹੜੀ ਚੱਲ ਰਹੀ ਹੈ, ਕੋਈ ਪਤਾ ਨਹੀਂ ਇਹ 'ਚ ਕਿੰਨੀ ਸਿਆਸਤ ਹੈ, ਕਿੰਨੀ ਜ਼ਰੂਰਤ ਹੈ, ਕੀ ਕੁਛ ਹੈਗਾ। ਔਰ ਬੀਜੇਪੀ ਨੂੰ ਵੀ ਇਸ ਗੱਲ ਦਾ ਪਤਾ ਕਿ ਅਕਾਲੀ ਸਾਡੇ ਬਿਨਾਂ ਸਰਕਾਰ ਨਹੀਂ ਬਣਾ ਸਕਦਾ। ਇਸੇ ਕਰਕੇ ਉਹਨਾਂ ਨੂੰ ਕੋਈ ਇਸ ਗੱਲ ਦੀ ਬਹੁਤਾ ਫਿਕਰ ਨਹੀਂ ਹੈ। ਬਿਲਕੁਲ ਸਰ। ਤੇ ਉਧਰੋਂ ਅੱਜ ਬਲਰਾਜ ਜੀ ਨੇ ਵੀ ਕਾਫੀ ਡਿਟੇਲ ਦੇ ਵਿੱਚ ਇਹਦੇ ਬਾਰੇ ਜਾਣਕਾਰੀ ਦਿੱਤੀ ਹੈ ਕਿ ਹਾਲਾਂਕਿ ਜਿਹੜਾ ਫੈਸਲਾ ਆ ਕਿਸਾਨਾਂ ਨੇ ਖੁਦ ਕਰਨਾ ਕਿ ਉਹਨਾਂ ਨੇ ਆਪਣੀ ਫਸਲ ਕਿੱਥੇ ਵੇਚਣੀ ਆ। ਉਹ ਚਾਹੁਣ ਤਾਂ ਮੰਡੀਆਂ 'ਚ ਵੀ ਵੇਚ ਸਕਦੇ ਨੇ, ਉਹ ਚਾਹੁਣ ਤਾਂ ਆਪਣੀ ਫਸਲ ਦੀ ਕੀਮਤ ਜਿਹੜੀ ਆ ਕਾਰਪੋਰੇਟ ਘਰਾਣਿਆਂ ਤੱਕ ਵੀ ਲਗਾ ਸਕਦੇ ਨੇ। ਸੋ ਸਾਰਾ ਕੁਝ ਉਹਨਾਂ ਦੇ ਉੱਤੇ ਡਿਪੈਂਡ ਕਰਦਾ। ਸੋ ਪ੍ਰੋਗਰਾਮ ਦੇ ਅਖੀਰ ਦੇ ਵਿੱਚ ਤੁਸੀਂ ਕੁਝ ਕਹਿਣਾ ਚਾਹੋਗੇ ਸਰ? ਮੈਂ ਇਹੀ ਕਹਿਣਾ ਚਾਹੁੰਦਾ ਕਿ ਜਿਹੜੀ ਜੇ ਅਸੀਂ ਜਿਹੜੀ ਕੋਆਪਰੇਟਿਵ ਖੇਤੀ ਹੈ ਨਾ, ਇਹ ਇੱਕ ਬਹੁਤ ਵੱਡਾ ਮਾਧਿਅਮ ਹੈ ਜਿਹਦੇ ਨਾਲ ਕਿ ਕਿਸਾਨ ਆਪਦਾ ਸਮਾਨ ਪ੍ਰੋਪਰਲੀ ਵੇਚ ਸਕਦਾ ਹੈ। ਹੁਣ ਕਈਆਂ ਪਿੰਡਾਂ ਦੇ ਵਿੱਚ ਇਹ ਕੰਮ ਸ਼ੁਰੂ ਹੋ ਗਿਆ ਤਰਨ।
ਅੱਗੇ ਤਾਂ ਹਰੇਕ ਹੀ ਟਰੈਕਟਰ ਲਈ ਫਿਰਦਾ ਸੀਗਾ, ਥੋੜੀ ਜ਼ਮੀਨ ਆ ਵੱਧ ਜ਼ਮੀਨ ਆ ਟਰੈਕਟਰ ਰੱਖਿਆ ਹੈ। ਕਈ ਸਿਆਣੇ ਪਿੰਡਾਂ ਨੇ ਪਤਾ ਕੀ ਕੀਤਾ, ਹਰੇਕ ਕੋਲੇ ਆਪਦੇ ਔਜ਼ਾਰ ਹੈਗੇ ਆ, ਸਿਆਣਿਆਂ ਪਿੰਡਾਂ ਨੇ ਆਪਦੇ ਵੱਖਰੇ ਪੰਚਾਇਤ ਦੇ ਔਜ਼ਾਰ ਲੈ ਲੈਂਦੇ। ਤੁਸੀਂ ਉਹ ਔਜ਼ਾਰ ਰੈਂਟ ਕਰਨੇ ਆ, ਮੁੱਲ ਨਹੀਂ ਲੈਣੇ। ਔਰ ਜਦੋਂ ਅਜਿਹੀਆਂ ਚੀਜ਼ਾਂ ਤੁਸੀਂ ਈਵਨ ਟਰੈਕਟਰ ਵੀ ਤੁਸੀਂ ਕਿਰਾਏ ਤੇ ਲੈ ਕੇ ਤੁਸੀਂ ਆਪਦੀ ਵਹਾਈ ਕਰਾਉਣੀ ਹੈ, ਤੁਹਾਨੂੰ ਇਨਵੈਸਟਮੈਂਟ ਦੀ ਲੋੜ ਨਹੀਂ ਹੈ। ਕਿਸਾਨ ਨੂੰ ਜੇ ਸਰਕਾਰਾਂ ਨਵੇਂ ਆਈਡੀਆਜ਼ ਲੈ ਕੇ ਆ ਰਹੀਆਂ ਨੇ ਤਾਂ ਕਿਸਾਨ ਨੂੰ ਵੀ ਨਵੇਂ ਆਈਡੀਆਜ਼ ਲੈ ਕੇ ਆਉਣਗੇ। ਕਿਸਾਨ ਨੂੰ ਪਹਿਲੀ ਗੱਲ ਛੱਡਣੀ ਪਏਗੀ ਕਿ ਜੇ ਅਸੀਂ ਇਕੱਲੀਆਂ 2 ਹੀ ਫਸਲਾਂ ਬੀਜਣੀਆਂ ਨੇ, ਅਸੀਂ ਕਣਕ ਤੇ ਝੋਨੇ ਦੇ ਉੱਤੇ ਪੰਜਾਬ ਦਾ ਕਿਸਾਨ ਇਹ ਤੇ ਡਿਪੈਂਡੈਂਟ ਕਰਦਾ। ਕਿਸਾਨ ਪੰਜਾਬ ਦੇ ਕਿਸਾਨ ਨੇ ਇਸ ਤੋਂ ਬਾਹਰਲੇ ਦਾਇਰੇ 'ਚ ਬਹੁਤਾ ਸੋਚਿਆ ਨਹੀਂ। ਅਸੀਂ ਕਿਨੂਆਂ ਤੱਕ ਚਲੇ ਗਏ ਸੀਗੇ, ਬੜੇ ਬਾਗ ਲੱਗੇ ਕਿਨੂਆਂ ਦੇ ਸੀ, ਖੇਤੀ ਕੀਤੀ ਆ, ਕੁਛ ਫਲਾਂ ਦੇ ਹੋਏ ਨੇ। ਮੈਂ ਇੱਕ ਆਮ ਐਗਜ਼ਾਮਪਲ ਦਿੰਦਾ ਹੁੰਦਾ ਮਲੇਰਕੋਟਲੇ ਦੀ। ਮਲੇਰਕੋਟਲੇ ਦੇ ਵਿੱਚ ਬਹੁਤੀਆਂ ਜ਼ਮੀਨਾਂ ਨਹੀਂ ਹੈਗੀਆਂ ਸ਼ਹਿਰ ਦੇ ਨੇੜੇ ਤੇੜੇ, ਜਿਹੜੀ ਉੱਥੇ ਇੰਨੀ ਖੇਤੀ ਹੁੰਦੀ ਆ, ਉੱਥੇ ਸਬਜ਼ੀ ਇੰਨੀ ਹੁੰਦੀ ਆ ਪੈਦਾ, ਸਾਰੀ ਦੀ ਸਾਰੀ ਦਿੱਲੀ 'ਚ ਖਪਤ ਹੋ ਰਹੀ ਆ। ਜੇ ਮਲੇਰਕੋਟਲੇ ਦਾ ਕਿਸਾਨ ਥੋੜੇ ਥਾਂ ਦੇ ਉੱਤੋਂ ਆਪਦਾ ਇੰਨਾ ਵਧੀਆ ਗੁਜ਼ਾਰਾ ਕਰ ਸਕਦਾ ਤਾਂ 2 ਕਿੱਲੇ ਵਾਲਾ, 4 ਕਿੱਲੇ ਵਾਲਾ, 10 ਕਿੱਲੇ ਵਾਲਾ, 50 ਕਿੱਲੇ ਵਾਲਾ ਕਿਸਾਨ ਕਿਉਂ ਨਹੀਂ ਗੁਜ਼ਾਰਾ ਕਰ। ਚੇਂਜ ਦਾ ਥਿੰਕਿੰਗ, ਤੁਹਾਨੂੰ ਆਪਣੀ ਸੋਚ ਬਦਲਣੀ ਪਵੇਗੀ, ਤੁਹਾਨੂੰ ਢੰਗ ਬਦਲਣੇ ਪੈਣਗੇ, ਆਪਦੀ ਮਾਰਕੀਟਿੰਗ ਦਾ ਢੰਗ ਬਦਲਣਾ ਪਏਗਾ, ਤਾਂ ਹੀ ਕਿਸਾਨ ਕਾਮਯਾਬ ਹੋਏਗਾ। ਕਿਉਂਕਿ ਵਰਲਡ ਟ੍ਰੇਡ ਆਰਗੇਨਾਈਜੇਸ਼ਨ ਹੈ ਜਿਹੜੀ, ਉਹਦੇ ਨਾਲ ਸਭ ਕੁਝ ਓਪਨ ਹੋ ਰਿਹਾ, ਸਾਰੀ ਦੁਨੀਆ ਦਾ ਵਪਾਰ ਚੱਲ ਰਿਹਾ। ਬਾਕੀ ਦੁਨੀਆ ਨੇ ਇਹ 'ਚ ਆਲਰੇਡੀ ਹਿੱਸਾ ਲਿਆ ਹੈ, ਇੰਡੀਆ ਵੀ ਉਹਦਾ ਪਾਰਟਨਰ ਹੈਗਾ। ਸੋ ਇਹਦੇ ਵਾਸਤੇ ਜੋ ਸਭ ਕੁਝ ਓਪਨ ਹੋ ਰਿਹਾ ਤਾਂ ਜਿਹੜਾ ਕਿਸਾਨ ਹੈ ਉਹਨੂੰ ਇਹ ਗੱਲਾਂ ਬਾਰੇ ਜ਼ਰੂਰ ਸੋਚਣਾ। ਇਲੈਕਟ੍ਰੋਨਿਕ ਜਿਹੜੀ ਹੈ ਟ੍ਰੇਡਿੰਗ ਹੋ ਰਹੀ ਹੈ, ਕਮੋਡਿਟੀ ਦੀ ਟ੍ਰੇਡਿੰਗ ਹੋ ਰਹੀ ਹੈ। ਦਿਓਲ ਸਾਹਿਬ ਦੇ ਕਹਿਣ ਵਾਂਗੂ ਤੁਹਾਨੂੰ ਪਤਾ ਰੇਟ ਕੀ ਹੈ, ਇਸ ਵੇਲੇ ਪਤਾ ਕਰ ਸਕਦੇ ਹੋ ਤੁਸੀਂ ਕਿਹੜੇ ਹਿਸਾਬ 'ਚ ਕਿੱਥੇ ਵੇਚ ਸਕਦੇ ਹੋ। ਸੋ ਕਿਸਾਨ ਨੂੰ ਆਪਦੇ ਉਸ ਸ਼ੈੱਲ ਵਿੱਚੋਂ ਜਿਹੜਾ ਖੋਲ ਹੈ ਉਹਦੇ ਵਿੱਚੋਂ ਬਾਹਰ ਨਿਕਲਣਾ ਪਵੇਗਾ, ਨਵੀਂ ਸੋਚ ਲਿਆਉਣੀ ਪਏਗੀ ਜੇ ਸਰਵਾਈਵ ਕਰਨਾ ਹੈ, ਨਹੀਂ ਛੋਟਾ ਕਿਸਾਨ ਅਖੀਰ ਖਤਮ ਹੋ ਜਾਏਗਾ। ਬਿਲਕੁਲ ਸਰ, ਜਿਵੇਂ ਉਹਨਾਂ ਨੇ ਕਿਹਾ ਕਿ ਜਿਹੜਾ ਇਸ ਵਕਤ ਲੇਬਰ ਵੀ ਕਾਫੀ ਮਹਿੰਗੀ ਹੋ ਰਹੀ ਹੈ ਤੇ ਮਸ਼ੀਨਾਂ ਵਗੈਰਾ ਦਾ ਇਸਤੇਮਾਲ ਖੇਤੀਬਾੜੀ 'ਚ ਹੋਣਾ ਜ਼ਰੂਰੀ ਹੈ। ਪਰ ਜਿਵੇਂ ਉਹਨਾਂ ਨੇ ਪੱਛਮੀ ਮੁਲਕਾਂ ਦੀ ਐਗਜ਼ਾਮਪਲ ਦਿੱਤੀ ਹੈ, ਪੱਛਮੀ ਮੁਲਕਾਂ ਵਿੱਚ ਘੱਟੋ ਘੱਟ 100 ਏਕੜ ਦੀ ਇਕੱਠੇ ਖੇਤੀ ਹੁੰਦੀ ਆ। ਹੁਣ ਜਿਹਦਾ 2-2.5 ਕਿੱਲੇ ਆ, ਉਹ ਇੰਨੀ ਮਹਿੰਗੀ ਮਸ਼ੀਨਰੀ ਲੈ ਕੇ ਕੀ ਕਰੂਗਾ? ਉਹਨੇ ਕੀ ਕਰਨਾ? 2-2.5 ਕਿੱਲੇ ਵਾਲਾ ਕੋਈ ਲੱਖਾਂ ਦੀ ਮਸ਼ੀਨਰੀ ਲੈ ਕੇ ਕਿੱਧਰ ਨੂੰ ਜਾਊਗਾ? ਸੋ ਇਹ ਵੀ ਥੋੜਾ ਜਿਹਾ ਦੇਖਣ ਵਾਲਾ, ਕਿਉਂਕਿ ਪੰਜਾਬ ਦੇ ਵਿੱਚ ਹਰ ਤਰ੍ਹਾਂ ਦਾ ਕਿਸਾਨ ਰਹਿੰਦਾ, ਚਾਹੇ ਉਹ 2 ਏਕੜ ਵਾਲਾ ਹੋਵੇ, ਚਾਹੇ ਉਹ 20 ਏਕੜ ਵਾਲਾ ਹੋਵੇ, ਚਾਹੇ ਉਹ 200 ਏਕੜ ਵਾਲਾ ਹੋਵੇ। ਸਹੀ ਗੱਲ ਹੈ। ਤਾਂ ਹੀ ਮੈਂ ਗੱਲ ਕੀਤੀ ਹੈ ਕਿ ਕਿਸਾਨ ਨੂੰ ਆਪਣੀ ਸੋਚ ਬਦਲਣੀ ਪਵੇਗੀ, ਉਹਨੂੰ ਆਪਣੀ ਖੇਤੀ ਦਾ ਢੰਗ ਬਦਲਣਾ ਪਵੇਗਾ। ਜੇ ਉਹ ਨਹੀਂ ਬਦਲੇਗਾ ਤਾਂ ਉਹ ਪਿੱਛੇ ਰਹਿ ਜਾਏਗਾ, ਬਾਕੀ ਦੀ ਦੁਨੀਆ ਅੱਗੇ ਨਿਕਲ ਜਾਏਗੀ। ਇਹ ਜ਼ਰੂਰ ਹੈ ਕਿ ਕੋਆਪਰੇਟ ਕਰਾਉਣੇ ਨਾਲ ਉਹਨਾਂ ਨੂੰ ਥੋੜਾ ਫਸਲੀ ਚੱਕਰ ਤੋਂ ਛੁਟਕਾਰਾ ਜ਼ਰੂਰ ਮਿਲ ਸਕਦਾ, ਕਿ ਹੋ ਸਕਦਾ ਜਿਸ ਚੀਜ਼ ਦੀ ਜ਼ਰੂਰਤ ਹੋਵੇ ਉਸ ਚੀਜ਼ ਦੀ ਖੇਤੀ ਹੋਊਗੀ ਤਾਂ ਉਹਨਾਂ ਦੀ ਉਹ ਫਸਲ ਵੀ ਚੱਕੀ ਜਾਊਗੀ। ਜਿਵੇਂ ਪਹਿਲਾਂ ਅਸੀਂ ਕਹਿੰਦੇ ਸੀ ਮੱਕੀ ਦੇ ਉੱਤੇ ਚਾਹੇ ਸਰਕਾਰ ਨੇ ਗੱਲਬਾਤ ਕੀਤੀ ਆ, MSP ਕੀਤੀ ਗਈ ਆ, ਪਰ ਉਸ ਅਕੋਰਡਿੰਗ ਨਹੀਂ ਦਿੱਤਾ ਗਿਆ, ਮੁੱਲ ਨਹੀਂ ਦਿੱਤਾ ਗਿਆ। ਸੋ ਹੋ ਸਕਦਾ ਕਿ ਕੋਆਪਰੇਟ ਕਰਾਣੇ ਜਿਹੜੀਆਂ ਐਕਸਪੈਰੀਮੈਂਟਸ ਹੋਣਗੇ, ਉਹ ਚੀਜ਼ਾਂ ਨੂੰ ਵੇਚੇ ਵੀ, ਉਹ ਚੀਜ਼ਾਂ ਨੂੰ ਖਰੀਦੇ ਵੀ। ਪਰ ਗੱਲ ਉਹੀ ਆ ਕੇ ਮੁੱਕਦੀ ਹੈ ਵੀ ਕੱਲ ਨੂੰ ਇੱਕ ਲਿਮਿਟ ਦੇ ਉੱਤੇ ਆ ਕੇ ਕੱਲ ਨੂੰ ਉਹ ਵੀ ਅੱਖਾਂ ਨਾਲ ਦਿਖਾਉਣ ਲੱਗ ਜਾਣ। ਸੋ ਮੁੱਦਾ ਤਾਂ ਉਹੀ ਹੈ ਕਿ ਅਜੇ ਅਸਲ ਵਿੱਚ ਤੁਹਾਨੂੰ ਉਦੋਂ ਪਤਾ ਲੱਗੇਗਾ ਜਦ ਤੱਕ ਤੁਸੀਂ ਟੈਸਟ ਨਹੀਂ ਕਰਦੇ। ਠੀਕ ਹੈ ਨਾ? ਹੁਣ ਜੋ ਟੈਸਟ ਹੋਏਗਾ ਫਿਰ ਪਤਾ ਲੱਗੇਗਾ ਵੀ ਹਾਂ ਉਹ ਤਾਂ ਸਰਕਾਰਾਂ ਕੀ ਕਹਿੰਦੇ ਆ। ਸਰਕਾਰ ਇਹ ਕਰਦੀਆਂ ਨੇ, ਇੱਕ ਸਿਸਟਮ ਸ਼ੁਰੂ ਕਰ ਦਿੱਤਾ, ਉਹ ਟੈਸਟ ਹੁੰਦਾ। ਜੇ ਉਹ ਕਾਮਯਾਬ ਆ ਤਾਂ ਠੀਕ ਹੈ, ਜੇ ਨਹੀਂ ਕਾਮਯਾਬ ਹੋਏਗਾ ਅਗਲੀ ਸਰਕਾਰ ਆਈ ਕੁਛ ਨਾ ਕੁਛ ਚੇਂਜ ਕਰ ਦੇਗੀ, ਰੱਦੋ ਬਦਲ ਕਰੇਗੀ। ਪਰ ਜਿਹੜੇ ਇਸ ਦੇ ਵਿੱਚ ਹੁਣ ਮੇਰਾ ਇੰਨਾ ਕੁ ਜ਼ਰੂਰ ਹੈਗਾ ਕਿ ਜਿਹੜੀ ਸਿਆਸਤ ਖੇਡੀ ਜਾ ਰਹੀ ਆ ਉਹ ਨਹੀਂ ਖੇਡੀ ਜਾਣੀ ਚਾਹੀਦੀ। ਕਿਸਾਨ ਦੇ ਹੱਕ ਦੀ ਗੱਲ ਹੋਣੀ ਚਾਹੀਦੀ। ਇਹਦੇ 'ਚ ਇੱਕ ਮੈਂ ਜ਼ਰੂਰ ਕਹਾਂਗਾ, ਜਿਹੜਾ ਕਾਨੂੰਨ ਬਣਾਇਆ ਉਹਦੇ ਵਿੱਚ ਜਿਹੜਾ ਜਿਹੜੇ ਅੱਗੇ ਸੀਗੀਆਂ ਸਰਟਨ ਦਾਲਾਂ, ਅਨਾਜ, ਉਹ ਹੋਰਡਿੰਗ ਨਹੀਂ ਕੀਤੀ ਜਾ ਸਕਦੀ ਸੀ। ਸਰਕਾਰ ਦਾ ਕੋਈ ਰੀਜ਼ਨ ਸੀਗਾ ਉਹਦੇ ਵਿੱਚ, ਕਿਉਂਕਿ ਤੁਸੀਂ ਜ਼ਰੂਰੀ ਨਹੀਂ ਹੈ ਵੀ ਹਰ ਸਾਲ ਫਸਲ ਵਧੀਆ ਹੋਏਗੀ। ਜੇ ਕਿਤੇ ਔੜ ਪੈ ਗਈ, ਇਹਦੇ 'ਚ ਉਹ ਰੱਖਿਆ ਹੋਇਆ ਵੀ ਜੇ ਔੜ ਪੈ ਜਾਂਦੀ ਆ, ਕਾਲ ਪੈ ਜਾਂਦਾ ਤਾਂ ਉਹ ਹੋਰਡਿੰਗ ਨਹੀਂ ਹੋ ਸਕਦੀ ਹੈ। ਇਹ ਕਾਨੂੰਨ ਬਣਾਇਆ ਹੋਇਆ, ਉਹ ਲਾਗੂ ਕਿੰਨਾ ਕੁ ਹੋਏਗਾ, ਉਹ ਜਿਹੜੇ ਘਰਾਣੇ ਆ ਵੱਡੇ ਉਹ ਕਿੰਨਾ ਕੁ ਆਪਦੇ ਕੋਲੇ ਹੋਰਡ ਕਰਕੇ ਰੱਖਣਗੇ, ਇਹ ਆਉਣ ਵਾਲਾ ਸਮਾਂ ਦੱਸੇਗਾ। ਹਾਂ, ਕਾਨੂੰਨ ਬਣ ਗਿਆ। ਦਿਓ ਸਾਹਿਬ ਦੇ ਮੁਤਾਬਕ ਕਾਨੂੰਨ ਇਸ ਵੇਲੇ ਜਿਹੜਾ ਕਿਸਾਨ ਆ ਉਹਦੇ ਹੱਕ ਵਿੱਚ ਹੈ। ਜੀ ਬਿਲਕੁਲ। ਤੇ ਇਸ ਦੇ ਨਾਲ ਸਰ ਪ੍ਰੋਗਰਾਮ 'ਚ ਇਜਾਜ਼ਤ ਲੈਣ ਦਾ ਸਮਾਂ ਹੋ ਚੁੱਕਿਆ। ਤੁਹਾਡੇ ਕੋਈ ਸਵਾਲ ਹੈਗਾ ਨਾਲ ਦੀ ਨਾਲ ਕਮੈਂਟ ਜ਼ਰੂਰ ਕਰ ਸਕਦੇ ਹੋ। ਅਗਲੀ ਅਸੀਂ ਗੱਲਬਾਤ ਦੇ ਵਿੱਚ ਉਹ ਸਵਾਲ ਵੀ ਸ਼ਾਮਿਲ ਕਰਾਂਗੇ। ਫਿਲਹਾਲ ਦਿਓ ਇਜਾਜ਼ਤ ਜੀ। ਦੇਖਦੇ ਰਹੋ ਹਮਦਰਦ TV। ਸਤਿ ਸ਼੍ਰੀ ਅਕਾਲ।